ਬਾਈ ਕਰੋੜ। ਤੇ ਹੋਰ ਸਰ ਸਭ ਲਈ ਓਪਨ ਵੀ ਕਰ ਦੋ, ਜਿਹੜਾ ਮਗਰੋਂ ਆਈ ਜਾਏਗਾ। ਨਹੀਂ ਓਪਨ ਹੀ ਅੱਜ ਤੇ ਕੋਈ ਨਹੀਂ, ਮੈਨੂੰ ਨਹੀਂ ਪੁੱਛ ਰਿਹਾ ਕਿੰਨੇ ਚਲੋ ਆਉਣ। ਠੀਕ ਹੈ, then that's good। ਅੱਛਾ ਜੀ, ਮੈਂ ਕਾਫੀ ਪੜ੍ਹ ਦਿਨਾ, ਫਿਰ ਤੁਸੀਂ ਸਾਰੇ ਉਹਨੂੰ ਪੜ੍ਹ ਲੈਣਾ। ਨੀ ਤੈਨੂੰ ਰੱਬ ਨਾ ਭੁੱਲੀ, ਦੁਆ ਫਕੀਰਾਂ ਦੀ ਇਹ। ਨੀ ਤੈਨੂੰ ਰੱਬ ਨਾ ਭੁੱਲੀ, ਦੁਆ ਫਕੀਰਾਂ ਦੀ ਇਹ। ਰੱਬ ਨਾ ਭੁੱਲੀ, ਹੋਰ ਸਭ ਕੁਝ ਭੁੱਲੀ। ਰੱਬ ਨਾ ਭੁੱਲਣ ਜਿਹਾ। ਸੋਨਾ ਰੂਪਾ ਸਭ ਛਲ ਵੈਸੀ, ਇਸ਼ਕ ਨਾ ਲੱਗਦਾ ਲੇਹਾ। ਹੋਰਨਾਂ ਨਾਲ ਹਸੇਂਦੀ ਖਡੇਂਦੀ, ਸ਼ੌ ਨਾਲ ਘੂੰਘਟ ਕਿਹਾ। ਚਾਰੇ ਨੈਣ ਗਡਾਵਡ ਹੋਏ, ਵਿੱਚ ਵਿਚੋਲਾ ਕਿਹਾ। ਇਸ਼ਕ ਚੁਬਾਰੇ ਪਾਇਓ ਜਾਤੀ, ਹੁਣ ਤੈਨੂੰ ਗਮ ਕਿਹਾ। ਜਿਸ ਜੋਬਨ ਦਾ ਤੂੰ ਮਾਣ ਕਰੇਂਦੀ, ਸੋ ਜਲ ਬਲ ਥੀਸੀ ਖੇਹਾ। ਕਹੇ ਹੁਸੈਨ ਫਕੀਰ ਸਾਈਂ ਦਾ, ਮਰਨਾ ਤਾਂ ਮਾਣਾ ਕਿਹਾ। ਸਰ ਸਾਡੇ ਕੋਲ ਦੋ ਹੋਰ ਨੇ ਵਿੱਚ ਲਿਖੀਆਂ ਹੋਈਆਂ, ਆਈਆਂ ਕੁੜਮਾਂ ਨੂੰ। ਨਹੀਂ ਉਹਨੂੰ ਛੱਡ ਦਿਓ, ਜਿਹੜੀ ਮੈਂ ਪੜ੍ਹੀ ਹੈ ਨਾ ਉਹ ਅਥੈਂਟਿਕ ਹੈ। ਮਤਲਬ ਇਹ ਮੈਨੂੰ ਪੁਰਾਣੀ ਵੀ ਇੰਜੀ ਯਾਦ ਹੈ, ਇਹੋ ਹੀ ਅੰਤਰੇ ਨੇ ਇਹਦੇ, ਇਹੋ ਹੀ ਅੰਤਰੇ ਤੁਸੀਂ ਪੜ੍ਹੋ ਜੀ। ਹਾਂਜੀ। ਨੀ ਤੈਨੂੰ ਰੱਬ ਨਾ ਭੁੱਲੀ, ਦੁਆ ਫਕੀਰਾਂ ਦੀ ਇਹ। ਨੀ ਤੈਨੂੰ ਰੱਬ ਨਾ ਭੁੱਲੀ, ਰੱਬ ਨਾ ਭੁੱਲੀ, ਹੋਰ ਸਭ ਕੁਝ ਭੁੱਲੀ। ਰੱਬ ਨਾ ਭੁੱਲਣ ਜਿਹਾ, ਨੀ ਤੈਨੂੰ ਰੱਬ ਨਾ ਭੁੱਲੀ। ਸੋਨਾ ਰੂਪਾ ਸਭ ਜਲ ਵੈਸੀ, ਇਸ਼ਕ ਨਾ ਲੱਗਦਾ ਲੇਹਾ। ਨੀ ਤੈਨੂੰ ਰੱਬ ਨਾ ਭੁੱਲੀ। ਹੋਰਨਾਂ ਨਾਲ ਹਸੇਂਦੀ ਖਡੇਂਦੀ, ਸ਼ੌ ਨਾਲ ਘੂੰਘਟ ਕਿਹਾ। ਨੀ ਤੈਨੂੰ ਰੱਬ ਨਾ ਭੁੱਲੀ। ਚਾਰੇ ਨੈਣ ਗਡਾਵਡ ਹੋਏ, ਵਿੱਚ ਵਿਚੋਲਾ ਕਿਹਾ। ਨੀ ਤੈਨੂੰ ਰੱਬ ਨਾ ਭੁੱਲੀ। ਇਸ਼ਕ ਚੁਬਾਰੇ ਪਾਇਓ ਜਾਤੀ, ਹੁਣ ਤੈਨੂੰ ਗਮ ਕਿਹਾ। ਨੀ ਤੈਨੂੰ ਰੱਬ ਨਾ ਭੁੱਲੀ। ਜਿਸ ਜੋ ਬੰਦਾ ਤੂੰ ਮਾਨ ਕਰੇਂਦੀ, ਸੋ ਜਲਬਲ ਥੀਸੀ ਕਿਹਾ। ਨੀ ਤੈਨੂੰ ਰੱਬ ਨਾ ਭੁੱਲੀ। ਕਹੇ ਹੁਸੈਨ ਫਕੀਰ ਸਾਈਂ ਦਾ, ਮਰਨਾ ਤਾਂ ਮਾਣਾ ਕਿਹਾ। ਨੀ ਤੈਨੂੰ ਰੱਬ ਨਾ ਭੁੱਲੀ। ਰੱਬ ਨਾ ਭੁੱਲੀ, ਦੁਆ ਫਕੀਰਾਂ ਦੀ ਇਹ। ਪੜੋ ਤੁਸੀਂ। ਕੋਈ ਹੋਰ ਸ਼ੁਰੂ ਕਰ ਦਿਓ। ਵਾਰੀ ਵਾਰੀ ਪੜ੍ਹਦੇ ਜਾਓ। ਮੈਨੂੰ ਕਹਿ ਰਹੇ ਹੋ ਜੀ, ਮੈਨੂੰ ਸੁਣਦਾ ਨਹੀਂ ਤੁਸੀਂ, ਮੈਨੂੰ ਕਹਿ ਰਹੇ ਹੋ ਜੀ। ਅੱਛਾ ਜੀ, ਮਤਲਬ ਇਹ ਹੈ ਕਿ ਸਾਰੇ ਵਾਰੋ ਵਾਰੀ ਪੜ੍ਹਦੇ ਜਾਓ, ਜ਼ਰੂਰੀ ਤੇ ਨਹੀਂ ਹੈ ਕਿ ਤੁਹਾਨੂੰ ਕਿਹਾ ਜਾਏ। ਅੱਛਾ ਜੀ, ਮੈਂ ਪੜ੍ਹਦੀ ਹਾਂ ਜੀ। ਨੀ ਤੈਨੂੰ ਰੱਬ ਨਾ ਭੁੱਲੀ, ਨੀ ਤੈਨੂੰ ਰੱਬ ਨਾ ਭੁੱਲੀ, ਦੁਆ ਫਕੀਰਾਂ ਦੀ ਇਹ। ਰੱਬ ਨਾ ਭੁੱਲੀ, ਹੋਰ ਸਭ ਭੁੱਲੀ। ਰੱਬ ਨਾ ਭੁੱਲਣ ਜਿਹਾ, ਨੀ ਤੈਨੂੰ ਰੱਬ ਨਾ ਭੁੱਲੀ, ਦੁਆ ਫਕੀਰਾਂ ਦੀ ਇਹ। ਸੋਇਨਾ ਰੂਪਾ ਸਭ ਛਲ ਵੈਸੀ, ਇਸ਼ਕ ਨਾ ਲੱਗਦਾ ਲੇਹਾ। ਨੀ ਤੈਨੂੰ ਰੱਬ ਨਾ ਭੁੱਲੀ।
ਹੋਰਨਾਂ ਨਾਲ ਹਸੇਂਦੀ ਖਿਡੇਂਦੀ, ਤੈਨੂੰ 100 ਨਾਲ ਘੁੰਗਟ ਕਿਹਾ, ਨੀ ਤੈਨੂੰ ਰੱਬ ਨਾ ਭੁੱਲੀ। ਚਾਰੇ ਨੈਣ ਗਡਾਵੜ ਹੋਏ, ਵਿੱਚ ਵਿਚੋਲਾ ਕਿਹਾ, ਇਸ਼ਕ ਚੁਬਾਰੇ ਪਾਇਓ ਝਾਤੀ, ਹੁਣ ਤੈਨੂੰ ਗਮ ਕਿਹਾ। ਜਿਸ ਜੋ ਬੰਦਾ ਤੂੰ ਮਾਣ ਕਰੇਂਦੀ, ਸੋ ਜਲ ਬਲ ਥੀਸੀ ਖੇਹਾ, ਕਹੇ ਹੁਸੈਨ ਫਕੀਰ ਸਾਈਂ ਦਾ, ਮਰਨਾ ਤਾਂ ਮਾਣਾ ਕਿਹਾ, ਨੀ ਤੈਨੂੰ ਰੱਬ ਨਾ ਭੁੱਲੀ, ਦੁਆ ਫਕੀਰਾਂ ਦੀ ਇਹ। ਨੀ ਤੈਨੂੰ ਰੱਬ ਨਾ ਭੁੱਲੀ, ਦੁਆ ਫਕੀਰਾਂ ਦੀ ਇਹ। ਰੱਬ ਨਾ ਭੁੱਲੀ ਹੋਰ ਸਭ ਭੁੱਲੀ, ਰੱਬ ਨਾ ਭੁੱਲਣ ਜਿਹਾ। ਨੀ ਤੈਨੂੰ ਰੱਬ ਨਾ ਭੁੱਲੀ, ਸੋਨਾ ਰੂਪਾ ਸਭ ਛਲ ਵੈਸੀ, ਇਸ਼ਕ ਨਾ ਲੱਗਦਾ ਲੇਹਾ। ਨੀ ਤੈਨੂੰ ਰੱਬ ਨਾ ਭੁੱਲੀ, ਹੋਰਨਾਂ ਨਾਲ ਹਸੇਂਦੀ ਖਟੇਂਦੀ, ਸ਼ੋ ਨਾਲ ਘੂੰਘਟ ਕਿਹਾ। ਨੀ ਤੈਨੂੰ ਰੱਬ ਨਾ ਭੁੱਲੀ, ਚਾਰੇ ਨੈਣ ਗਡਾਵੜ ਹੋਏ, ਵਿੱਚ ਵਿਚੋਲਾ ਕਿਹਾ। ਨੀ ਤੈਨੂੰ ਰੱਬ ਨਾ ਭੁੱਲੀ, ਇਸ਼ਕ ਚੁਬਾਰੇ ਪਾਇਓ ਝਾਤੀ, ਹੁਣ ਤੈਨੂੰ ਗਮ ਕਿਹਾ। ਨੀ ਤੈਨੂੰ ਰੱਬ ਨਾ ਭੁੱਲੀ, ਜਿਸ ਜੋਬਨ ਦਾ ਤੂੰ ਮਾਨ ਕਰੇਂਦੀ, ਸੋ ਜਲ ਬਲ ਥੀਸੀ ਖੇਹਾ। ਨੀ ਤੈਨੂੰ ਰੱਬ ਨਾ ਭੁੱਲੀ, ਕਹੇ ਹੁਸੈਨ ਫਕੀਰ ਸਾਈਂ ਦਾ, ਮਰਨਾ ਤਾਂ ਮਾਣਾ ਕਿਹਾ। ਨੀ ਤੈਨੂੰ ਰੱਬ ਨਾ ਭੁੱਲੀ, ਦੁਆ ਫਕੀਰਾਂ ਦੀ ਇਹ। ਮੈਂ ਅੱਗੇ ਪੜ੍ਹ ਦੇਣਾ ਜੀ। ਨੀ ਤੈਨੂੰ ਰੱਬ ਨਾ ਭੁੱਲੀ, ਦੁਆ ਫਕੀਰਾਂ ਦੀ ਇਹ। ਨੀ ਤੈਨੂੰ ਰੱਬ ਨਾ ਭੁੱਲੀ, ਦੁਆ ਫਕੀਰਾਂ ਦੀ ਇਹ। ਰੱਬ ਨਾ ਭੁੱਲੀ ਹੋਰ ਸਭ ਭੁੱਲੀ, ਰੱਬ ਨਾ ਭੁੱਲਣ ਜਿਹਾ। ਨੀ ਤੈਨੂੰ ਰੱਬ ਨਾ ਭੁੱਲੀ, ਦੁਆ ਫਕੀਰਾਂ ਦੀ ਇਹ। ਸੋਨਾ ਰੂਪਾ ਸਭ ਛਲ ਵੈਸੀ, ਇਸ਼ਕ ਨਾ ਲੱਗਦਾ ਲੇਹਾ। ਨੀ ਤੈਨੂੰ ਰੱਬ ਨਾ ਭੁੱਲੀ, ਦੁਆ ਫਕੀਰਾਂ ਦੀ ਇਹ। ਹੋਰਨਾਂ ਨਾਲ ਹਸੇਂਦੀ ਖਿਡੇਂਦੀ, ਤੈਨੂੰ 100 ਨਾਲ ਘੁੰਗਟ ਕਿਹਾ। ਨੀ ਤੈਨੂੰ ਰੱਬ ਨਾ ਭੁੱਲੀ, ਦੁਆ ਫਕੀਰਾਂ ਦੀ ਇਹ। ਚਾਰੇ ਨੈਣ ਗੱਡਾ ਵੱਢ ਹੋਏ, ਵਿੱਚ ਵਿਚੋਲਾ ਕਿਹਾ। ਨੀ ਤੈਨੂੰ ਰੱਬ ਨਾ ਭੁੱਲੀ, ਦੁਆ ਫਕੀਰਾਂ ਦੀ ਇਹ। ਇਸ਼ਕ ਚੁਬਾਰੇ ਪਾਇਓ ਝਾਤੀ, ਹੁਣ ਤੈਨੂੰ ਗਮ ਕਿਹਾ। ਨੀ ਤੈਨੂੰ ਰੱਬ ਨਾ ਭੁੱਲੀ, ਦੁਆ ਫਕੀਰਾਂ ਦੀ ਇਹ। ਜਿਸ ਜੋਬਨ ਦਾ ਤੂੰ ਮਾਣ ਕਰੇਂਦੀ, ਸੋ ਜਲ ਬਲ ਥੀਸੀ ਖੇਹਾ। ਨੀ ਤੈਨੂੰ ਰੱਬ ਨਾ ਭੁੱਲੀ, ਦੁਆ ਫਕੀਰਾਂ ਦੀ ਇਹ। ਕਹੇ ਹੁਸੈਨ ਫਕੀਰ ਸਾਈਂ ਦਾ, ਮਰਨਾ ਤਾਂ ਮਾਣਾ ਕਿਹਾ। ਨੀ ਤੈਨੂੰ ਰੱਬ ਨਾ ਭੁੱਲੀ, ਦੁਆ ਫਕੀਰਾਂ ਦੀ ਇਹ। मेहरबानी। अच्छा जी, मैं पढ़ती हूँ। नी तेनू रब न भुली, दुआ फकीरां दी एहा। रब न भुली होर सब भुली, रब न भुलन जेहा। सोयना रूपा सब छल वैसी, इश्क न लगदा लेहा। होरना नाल हसंदी खिडंदी, तेनू शो नाल घूंघट केहा। चारे नैन गडागड़ होए, विच विचोला केहा। इश्क चौबारे पायो झाती, हुण तैनू गम किहा। जिस जो बंदा तू माण करेंदी, सो जलवल थी सी खेहा। कहे हुसैन फकीर साईं दा, मरना तमाणा किहा। नी तैनू रब ना भुली, दुआ फकीरां दी एहा। जी मैं पढ़दा हूं। मेरे को एक होर लाइन लिखी है ਇਹਦੇ ਚ, इश्क फकीरां दा कायम दाइम, कबू ना थीवे बेहा। ਹਾਂ ਉਹ ਹੈਗੀ ਹੈ, ਉਹ ਮੈਨੂੰ ਪਤਾ ਹੈ, ਤੁਸੀਂ ਉਹਨੂੰ ਰਹਿਣ ਦਿਓ। ਅੱਛਾ, ਨੀ ਤੈਨੂੰ ਰੱਬ ਨਾ ਭੁੱਲੀ, ਦੁਆ ਫਕੀਰਾਂ ਦੀ ਇਹ ਆ। ਰੱਬ ਨਾ ਭੁੱਲੀ ਹੋਰ ਸਭ ਭੁੱਲੀ, ਰੱਬ ਨਾ ਭੁੱਲਣ ਜਿਹਾ। ਸੋਨਾ ਰੂਪਾ ਸਭ ਛਲਵੇ ਸੀ, ਇਸ਼ਕ ਨਾ ਲੱਗਦਾ ਲੇਹਾ।
ਹੋਰਨਾਂ ਨਾਲ ਹੱਸਦੀ ਖੇਡਦੀ, ਸ਼ੋਹ ਨਾਲ ਘੂੰਘਟ ਕਿਹਾ, ਚਾਰੇ ਨੈਣ ਗਡਾਵਡ ਹੋਏ, ਵਿੱਚ ਵਿਚੋਲਾ ਕਿਹਾ, ਇਸ਼ਕ ਚੁਬਾਰੇ ਪਾਇਓ ਜਾਤੀ, ਹੁਣ ਤੈਨੂੰ ਗਮ ਕਿਹਾ, ਜਿਸ ਜੋਬਨ ਦਾ ਤੂੰ ਮਾਨ ਕਰੇਂਦੀ, ਸੋ ਜਲ ਬਲ ਥੀਸੀ ਕਿਹਾ, ਕਹੇ ਹੁਸੈਨ ਫਕੀਰ ਸਾਈਂ ਦਾ, ਮਰਨਾ ਤਾਂ ਮਾਨਾ ਕਿਹਾ। Can I read? ਨੀ ਤੈਨੂੰ ਰੱਬ ਨਾ ਭੁੱਲੀ, ਦੁਆ ਫਕੀਰਾਂ ਦੀ ਇਹਾ, ਰੱਬ ਨਾ ਭੁੱਲੀ ਹੋਰ ਸਭ ਭੁੱਲੀ, ਰੱਬ ਨਾ ਭੁੱਲਣ ਜਿਹਾ, ਸੋਨਾ ਰੂਪਾ ਸਭ ਚਲ ਵੈਸੀ, ਇਸ਼ਕ ਨਾ ਲੱਗਦਾ ਲੇਹਾ, ਹੋਰਨਾਂ ਨਾਲ ਹਸਤੀ ਖੇਡਣ ਦੀ, ਸ਼ੋਹ ਨਾਲ ਘੂੰਘਟ ਕਿਹਾ, ਚਾਰੇ ਨੈਣ ਗਡਾਵਡ ਹੋਏ, ਵਿੱਚ ਵਿਚੋਲਾ ਕਿਹਾ, ਇਸ਼ਕ ਚੁਬਾਰੇ ਪਾਇਓ ਜਾਤੀ, ਹੁਣ ਤੈਨੂੰ ਗਮ ਕਿਹਾ, ਜਿਸ ਜੋਬਨ ਦਾ ਤੂੰ ਮਾਨ ਕਰੇਂਦੀ, ਸੋ ਜਲਬਲ ਥੈਸੀ ਕਿਹਾ, ਕਹੇ ਹੁਸੈਨ ਫਕੀਰ ਸਾਈਂ ਦਾ, ਮਰਨਾ ਤਾਂ ਮਾਨਾ ਕਿਹਾ, ਨੀ ਤੈਨੂੰ ਰੱਬ ਨਾ ਭੁੱਲੀ, ਦੁਆ ਫਕੀਰਾਂ ਦੀ ਇਹਾ। ਗੌਰ ਸਾਹਿਬ ਪੜੋ। जी मैं पढ़ना। ਨੀ ਤੈਨੂੰ ਰੱਬ ਨਾ ਭੁੱਲੀ, ਦੁਆ ਫਕੀਰਾਂ ਦੀ ਇਹਾ, ਰੱਬ ਨਾ ਭੁੱਲੀ ਹੋਰ ਸਭ ਭੁੱਲੀ, ਰੱਬ ਨਾ ਭੁੱਲਣ ਜਿਹਾ, ਸੋਨਾ ਰੂਪਾ ਸਭ ਛਲਵੇਸੀ, ਇਸ਼ਕ ਨਾ ਲੱਗਦਾ ਲੇਹਾ, ਹੋਰਾਂ ਨਾਲ ਹੱਸਦੀ ਖਿਡੇਂਦੀ, ਸ਼ੋਹ ਨਾਲ ਘੂੰਘਟ ਕਿਹਾ, ਚਾਰੇ ਨੈਣ ਗੜਾਵੜ ਹੋਏ, ਵਿੱਚ ਵਿਚੋਲਾ ਕਿਹਾ, ਇਸ਼ਕ ਚੁਬਾਰੇ ਪਾਇਓ ਜਾਤੀ, ਹੁਣ ਤੈਨੂੰ ਗਮ ਕਿਹਾ, ਜਿਸ ਜੋ ਬੰਦਾ ਤੂੰ ਮਾਨ ਕਰੇਂਦੀ, ਸੋ ਜਲ ਬਲ ਥੀਸੀ ਕਿਹਾ, ਕਹੇ ਹੁਸੈਨ ਫਕੀਰ ਸਾਈਂ ਦਾ, ਮਰਨਾ ਤਾਂ ਮਾਨਾ ਕਿਹਾ। ਰਿਜ਼ਵਾਨ ਸਾਹਿਬ। ਜੀ ਮੈਂ ਪੜ੍ਹ ਲਿਆ ਡਾਕਟਰ ਸਾਹਿਬ। ਤੁਸੀਂ ਪੜ੍ਹ ਲਿਆ? ਅੱਛਾ। ਹਾਂਜੀ ਨਈਮ ਸਾਹਿਬ ਰਹਿ ਗਏ ਨੇ। ਮੈਂ ਪੜ੍ਹ ਲਾਂ ਜੀ। ਹਾਂਜੀ। ਨੀ ਤੈਨੂੰ ਰੱਬ ਨਾ ਭੁੱਲੀ, ਦੁਆ ਫਕੀਰਾਂ ਦੀ ਇਹਾ, ਰੱਬ ਨਾ ਭੁੱਲੀ ਹੋਰ ਸਭ ਭੁੱਲੀ, ਰੱਬ ਨਾ ਭੁੱਲਣ ਜਿਹਾ, ਸੋਨਾ ਰੂਪਾ ਸਭ ਛਲ ਵੇਸੀ, ਇਸ਼ਕ ਨਾ ਲੱਗਦਾ ਲੇਹਾ, ਹੋਰਨਾਂ ਨਾਲ ਹੱਸਦੀ ਖਡੇਂਦੀ, ਸ਼ੋਹ ਨਾਲ ਘੂੰਘਟ ਕਿਹਾ, ਚਾਰੇ ਨੈਣ ਗਡਾਵਡ ਹੋਏ, ਵਿੱਚ ਵਿਚੋਲਾ ਕਿਹਾ, ਇਸ਼ਕ ਚੁਬਾਰੇ ਪਾਇਓ ਜਾਤੀ, ਹੁਣ ਤੈਨੂੰ ਗਮ ਕਿਹਾ, ਜਿਸ ਜੋਬਨ ਦਾ ਤੂੰ ਮਾਨ ਕਰੇਂਦੀ, ਸੋ ਜਲਬਲ ਥੀਸੀ ਕਿਹਾ, ਕਹੇ ਹੁਸੈਨ ਫਕੀਰ ਸਾਈਂ ਦਾ, ਮਰਨਾ ਤਾਂ ਮਾਣਾ ਕਿਹਾ, ਨੀ ਤੈਨੂੰ ਰੱਬ ਨਾ ਭੁੱਲੀ, ਦੁਆ ਫਕੀਰਾਂ ਦੀ ਇਹਾ। ਅਮਰਦੀਪ ਜੀ ਤੁਸੀਂ ਪੜ੍ਹਦੇ ਹੋ? ਹਾਂਜੀ ਮੈਂ ਪੜ੍ਹ ਚੁੱਕਾ ਡਾਕਟਰ ਸਾਹਿਬ। ਮੈਂ ਤਾਂ ਨਹੀਂ, ਮੈਂ ਅਮਰਦੀਪ ਨੂੰ ਕਹਿ ਰਿਹਾ, ਅਮਰਜੀਤ ਨੂੰ ਨਹੀਂ ਕਹਿ ਰਿਹਾ। ਅਮਰਦੀਪ। ਹਾਂਜੀ ਅਮਰਦੀਪ। ਚਲੋ। ਨੀ ਤੈਨੂੰ ਰੱਬ ਨਾ ਭੁੱਲੀ, ਦੁਆ ਫਕੀਰਾਂ ਦੀ ਇਹਾ, ਰੱਬ ਨਾ ਭੁੱਲੀ ਹੋਰ ਸਭ ਭੁੱਲੀ, ਰੱਬ ਨਾ ਭੁੱਲਣ ਜਿਹਾ, ਸੋਇਨਾ ਰੂਪਾ ਸਭ ਛਲ ਵੈਸੀ, ਇਸ਼ਕ ਨਾ ਲੱਗਦਾ ਲੇਹਾ, ਹੋਰਨਾਂ ਨਾਲ ਹੱਸਦੀ ਖਿੰਡੰਦੀ, ਤੈਨੂੰ ਸੌ ਨਾ ਘੂੰਘਟ ਕਿਹਾ, ਚਾਰੇ ਨੈਣ ਗਡਾਵੜ ਹੋਏ, ਵਿੱਚ ਵਿਚੋਲਾ ਕਿਹਾ, ਇਸ਼ਕ ਚੁਬਾਰੇ ਪਾਈਓ ਝਾਤੀ, ਹੁਣ ਤੈਨੂੰ ਗਮ ਕਿਹਾ, ਜਿਸ ਜੋਬਨ ਦਾ ਤੂੰ ਮਾਣ ਕਰੇਂਦੀ, ਸੋ ਜਲਬਲ ਥੀਸੀ ਕਿਹਾ, ਕਹੇ ਹੁਸੈਨ ਫਕੀਰ ਸਾਈਂ ਦਾ, ਮਰਨਾ ਤਾਂ ਮਾਣਾ ਕਿਹਾ। ਵੈਰੀ ਗੁੱਡ ਜੀ। ਚਲੋ ਜੀ ਮੈਂ ਜੀ ਹੁਣ ਮੈਨੇ ਕਰ ਦਿੰਦਾ ਤੁਹਾਨੂੰ। ਨੀ ਤੈਨੂੰ ਰੱਬ ਨਾ ਭੁੱਲੀ, ਦੁਆ ਫਕੀਰਾਂ ਦੀ ਹੈ, ਇਹ ਤੇ ਸਾਫ਼ ਹੀ ਹੈ। ਰੱਬ ਨਾ ਭੁੱਲੀ ਹੋਰ ਸਭ ਭੁੱਲੀ, ਰੱਬ ਨਾ ਭੁੱਲਣ ਜਿਹਾ। ਰੱਬ ਨਾ ਭੁੱਲਣ ਜਿਹਾ, ਰੱਬ ਉਹ ਸ਼ੈ ਨਹੀਂ ਹੈ ਜਿਹਨੂੰ ਭੁੱਲਿਆ ਜਾਵੇ। ਹੋਰ ਚੀਜ਼ਾਂ ਤੇ ਅਫੋਰਡ ਕਰ ਸਕਦੇ ਹੋ ਭੁੱਲਣਾ, ਲੇਕਿਨ ਰੱਬ ਨੂੰ
ਭੁੱਲਣਾ ਅਫੋਰਡ ਨਹੀਂ ਕਰ ਸਕਦੇ। ਸੋਨਾ ਰੂਪਾ ਸਭ ਛਲ ਵੇਸੀ, ਛਲ ਧੋਖਾ ਦੇ ਜਾਏਗਾ, ਡਿਸੀਵ ਕਰੇਗਾ। ਇਸ਼ਕ ਨਾ ਲੱਗਦਾ ਲੇਹਾ, ਲੇਹਾ ਜਿਹੜਾ ਨਾ ਉਹ ਤੁਹਾਨੂੰ ਪਤਾ ਹੋਏਗਾ ਕਿ ਉਹ ਇੱਕ ਕੀੜਾ ਹੈਗਾ ਜਿਹੜਾ ਕਿ ਜੇ ਤੁਸੀਂ ਕੱਪੜੇ ਵਗੈਰਾ ਸੰਦੂਕ 'ਚ ਰੱਖੇ ਨੇ ਤੇ ਉਹਨਾਂ ਨੂੰ ਲੇਹ ਲੱਗ ਜਾਂਦੀ ਹੈ ਤੇ ਉਸ ਨੂੰ ਰੋਕਣ ਲਈ ਸੁਸਰੀ ਕਹਿੰਦੇ ਨੇ। ਸੁਸਰੀ ਹੋਰ ਚੀਜ਼ ਹੈ। ਹਾਂ, ਸੁਸਰੀ ਨਹੀਂ, ਚੀਜ਼ ਹੈ, ਲੇਹਾ ਹੋਰ ਚੀਜ਼ ਹੈ। ਹਾਂਜੀ, ਇਹ ਸੁਸਰੀ ਕੱਪੜਿਆਂ 'ਚ ਨਹੀਂ ਪੈਂਦੀ ਨਾ। ਹਾਂਜੀ, ਇਹ ਤੇ ਚੌਲਾਂ 'ਚ ਦਾਲਾਂ 'ਚ ਪੈ ਜਾਂਦੀ ਹੈ ਨਾ, ਆਟਾ ਦਾਲ। ਆਹੋ, ਲੇਕਿਨ ਜਿਹੜੀ ਇਹ ਲੇਹ ਹੈ ਨਾ ਇਹ ਕੱਪੜਿਆਂ ਨੂੰ ਪੈਂਦੀ ਹੈ। ਸਿਲਕ ਵਰਮ ਜਿਹਨੂੰ ਕਹਿੰਦੇ ਆ। ਇੱਕ ਵਾਰਮ ਹੈਗਾ, ਸਿਲਕ ਵਰਮ ਜਿਹੜਾ ਕੱਪੜਿਆਂ ਨੂੰ ਪੈਂਦਾ। ਨਹੀਂ, ਸਿਲਕ ਵਾਰਮ ਤੇ ਨਹੀਂ ਨਾ, ਸਿਲਕ ਵਾਰਮ ਤੇ ਰੇਸ਼ਮ ਦਾ ਗਲਤੀ, ਨਹੀਂ, ਉਹ ਤੇ ਹੋਰ ਵਾਰਮ ਨੇ। ਇਹ ਦੇਖੋ ਜੀ, ਦੁਨੀਆ ਦੇ ਵਿੱਚ ਕਰੋੜਾਂ ਤਰ੍ਹਾਂ ਦੇ ਵਾਰਮਸ ਨੇ ਤੇ ਅੱਛਾ, ਤੇ ਸੋਨਾ ਰੂਪਾ ਛੱਬ ਇਸ਼ਕ ਨਾ ਲੱਗਦਾ ਲੇਹਾ, ਤੇ ਉਹ ਮੈਨੂੰ ਇਹ ਯਾਦ ਹੈ, ਜਿੱਥੋਂ ਤੱਕ ਮੈਨੂੰ ਯਾਦ ਹੈ ਉਹ ਇਹ ਹੈ ਕਿ ਸਾਡੇ ਘਰਾਂ 'ਚ ਉਹ ਲੇਹਾ ਲੱਗਣ ਤੋਂ ਬਚਣ ਲਈ ਫਿਨਾਇਲ ਦੀਆਂ ਗੋਲੀਆਂ ਰੱਖੀਆਂ ਜਾਂਦੀਆਂ ਸਨ। ਪੁਸ਼ਪਾ ਜੀ, ਤੁਸੀਂ ਰੱਖਦੇ ਸੋਏ? ਫਨੈਲ ਦੀਆਂ ਗੋਲੀਆਂ ਤੇ ਰੱਖਦੇ ਸਨ। ਹਾਂਜੀ, ਫਿਨਾਇਲ ਦਾ ਵੀ ਰੱਖਦੇ ਸੀ, ਨਿੰਮ ਦੇ ਪੱਤੇ ਰੱਖਦੇ ਸੀ, ਨਹੀਂ ਤਾਂ ਕੱਪੜਾ ਟੁੱਕਿਆ ਜਾਂਦਾ। ਆਹੋ, ਉਹ ਫਿਨਾਇਲ ਦੀਆਂ ਗੋਲੀਆਂ ਰੱਖਦੇ ਸਨ ਤਾਂ ਕਿ ਲੇਹਾ ਨਾ ਲੱਗੇ। ਤੇ ਉਹ ਜਦੋਂ ਕੱਪੜੇ ਸੰਦੂਕ ਚੋਂ ਨਿਕਲਦੇ ਸਨ ਨਾ ਤੇ ਉਹਨਾਂ ਦੇ ਵਿੱਚ ਫਿਨਾਇਲ ਦੀ ਸਮੈਲ ਹੁੰਦੀ ਸੀ ਹਮੇਸ਼ਾ। ਅੱਜ ਕੱਲ ਗੋਲੀਆਂ ਨਿਕਲੀਆਂ, ਉਹਨਾਂ ਵਿੱਚ ਸਮੈਲ ਨਹੀਂ ਹੁੰਦੀ। ਅੱਛਾ, ਉਦੋਂ ਤੇ ਖੈਰ ਹੁੰਦੀ ਸੀਗੀ। ਫਿਰ ਸਾਰਾ ਧੁੱਪੇ ਵਿਛਾਉਂਦੇ ਸੀ ਕੱਢ ਕੇ। ਆਹੋ, ਉਹ ਇਸੇ ਵਾਸਤੇ ਨਾ ਕਿ ਉਹਦੇ ਬਾਉਂਸ ਮਰ ਜਾਣ। ਸੋਨਾ ਰੂਪਾ ਸਭ ਛਲ ਵੇਸੀ, ਇਸ਼ਕ ਨਾ ਲੱਗਦਾ ਲੇਹਾ, ਹੋਰਨਾਂ ਨਾਲ ਹੱਸੇਂਦੀ ਖਡੇਂਦੀ, ਸ਼ੌਹ ਨਾਲ ਘੁੰਗਟ ਕਿਹਾ। ਇੱਕ ਸ਼ਾਹ ਹੁਸੈਨ ਦੀ ਹੋਰ ਲਾਈਨ ਵੀ ਮੈਂ ਜਿਹੜੀ ਤੁਹਾਡੇ ਨਾਲ ਕਾਫੀ ਸ਼ੇਅਰ ਕੀਤੀ ਸੀ ਨਾ, ਦੂਜੀ ਜਿਹੜੀ ਅਸੀਂ ਮੇਰਾ ਖਿਆਲ ਅਗਲੇ ਹਫ਼ਤੇ ਪੜਾਂਗੇ, ਉਹਦੇ ਵਿੱਚ ਲਾਈਨ ਹੈਗੀ ਹੈ, ਛੈਲਾਂ ਸੀਤੀ ਘੁੰਗਟ ਕਾਢੇ, ਬੈਲਾ ਸੀਤੀ ਹਸਤੀ ਹੈ। ਜਿਹੜੇ ਛੈਲ ਜਵਾਨ ਛੈਲੇ ਨੇ ਉਹਨਾਂ ਕੋਲੋਂ ਘੁੰਡ ਕੱਢਦੀ ਹੈ ਤੇ ਜਿਹੜੇ ਢੱਗੇ ਨੇ ਉਹਨਾਂ ਦੇ ਨਾਲ ਉਹ ਬੰਦੇ ਜਿਹੜੇ ਢੱਗਿਆਂ ਵਰਗੇ ਨੇ ਉਹਨਾਂ ਦੇ ਨਾਲ ਹੱਸਦੀ ਖੇਡਦੀ ਹੈ। ਮਤਲਬ ਉਲਟ ਕਰਦੀ ਆ, ਖੇਡਣਾ ਤੇ ਉਹਨੂੰ ਛੈਲਾਂ ਦੇ ਨਾਲ ਚਾਹੀਦਾ। ਚਲੋ, ਚਾਰੇ ਨੈਣ ਗੱਡਾਵੱਡ ਹੋਏ, ਵਿੱਚ ਵਿਚੋਲਾ ਕਿਹਾ। ਇਹ ਜਿਹੜਾ ਇਸ਼ਕ ਹੈ ਇਹ ਬਿਲਕੁਲ ਡਾਇਰੈਕਟ ਹੈ। ਇਹ ਚਾਰ ਅੱਖਾਂ ਇੱਕ ਦੂਜੇ ਨਾਲ ਹੁੰਦੀਆਂ ਨੇ ਤੇ ਫਿਰ ਇਸ਼ਕ ਹੁੰਦਾ ਹੈ। ਵਿੱਚ ਵਿਚੋਲਾ ਕੋਈ ਨਹੀਂ ਹੁੰਦਾ, ਕਿਉਂਕਿ ਜਿਹੜਾ ਆਰਗਨਾਈਜ਼ਡ ਰਿਲੀਜਨ ਹੈ, ਘਟਤੀ ਮਜ਼ਹਬ ਜਿਹੜਾ ਹੈ, ਉਹਦੇ ਵਿੱਚ ਵਿਚੋਲਾ ਮੌਲਵੀ, ਪੰਡਤ, ਭਾਈ, ਪਾਦਰੀ, ਇਹ ਸਭ ਉਹਦੇ ਵਿਚੋਲੇ ਨੇ। ਲੇਕਿਨ ਇਸ਼ਕ ਦੇ ਵਿੱਚ ਜਿਹੜਾ ਰੱਬ ਦਾ, ਜਿਹੜੀ ਰੱਬ ਜਿਹਦੀ ਗੱਲ ਹੋ ਰਹੀ ਹੈ ਉਹਦੇ ਨਾਲ ਜਿਹੜਾ ਡਾਇਰੈਕਟ ਇਸ਼ਕ ਹੈ ਉਹਦੇ ਵਿੱਚ ਵਿਚੋਲਾ ਕੋਈ ਨਹੀਂ ਹੁੰਦਾ। ਇਸ਼ਕ ਚੁਬਾਰੇ ਪਾਇਓ ਝਾਤੀ, ਹੁਣ ਤੈਨੂੰ ਗਮ ਕਿਹਾ। ਇਹਦੇ ਮਤਲਬ ਤੇ ਸਾਫ਼ ਹੀ। ਇੱਥੇ ਮੈਨੂੰ ਨਾ ਗਾਲਬ ਦਾ ਇੱਕ ਸ਼ੇਰ ਯਾਦ ਆਉਂਦਾ ਹੈ। वो शेर है कि इश्क से तबीयत ने ज़ीस्त का मजा पाया, दर्द की दवा पाई, दर्द ला दुआ पाया। मतलब जेड़ी ज़ीस्त का मतलब है जिंदगी, जिंदगी ने मजा इश्क दे विच पाया।
ਲੇਕਿਨ ਜਿਹੜੀ ਪੰਜਾਬੀ ਔਰ ਇਸ ਪੱਖ ਤੋਂ ਜਿਹੜੀ ਪੰਜਾਬੀ ਤੇ ਉਰਦੂ ਸ਼ਾਇਰੀ ਵਿੱਚ ਜਿਹੜਾ ਗਾਲਿਬ ਸਭ ਤੋਂ ਡੀਪ ਸ਼ਾਇਰ ਆ ਉਰਦੂ ਦਾ, ਸਭ ਤੋਂ ਜ਼ਿਆਦਾ ਫਿਲੋਸੋਫਿਕਲ ਹੈ, ਲੇਕਿਨ ਉਹਦੇ ਵਿੱਚ ਵੀ ਤੁਸੀਂ ਦੇਖੋ ਕਿ ਦਰਦ ਕੀ ਦੁਆ ਪਾਈ, ਦਰਦ ਲਾ ਦੁਆ ਪਾਇਆ। ਯਾਨੀ ਮਤਲਬ ਇਹ ਹੈ ਕਿ ਦਰਦ ਦੀ ਦੁਆ ਤੇ ਪਾ ਲਈ, ਪਰ ਮੈਨੂੰ ਨਾਲ ਦਰਦ ਵੀ ਮਿਲ ਗਿਆ। ਮਤਲਬ ਇੱਕ ਰੈਜ਼ਰਵੇਸ਼ਨ ਵੀ ਹੈ, ਇੱਕ ਉਹਦਾ ਨੈਗੇਟਿਵ ਵੀ ਹੈ, ਲੇਕਿਨ ਸ਼ਾਹ ਹੁਸੈਨ ਦੇ ਵਿੱਚ ਉਹਦਾ ਕੋਈ ਨੈਗੇਟਿਵ ਨਹੀਂ ਹੈਗਾ। ਉਹ ਜਿਹੜੀ ਇਸ਼ਕ ਹੋ ਗਿਆ, ਉਹ ਸਾਰੇ ਗਮਾਂ ਦਾ ਇਲਾਜ ਹੈ। ਇਸ਼ਕ ਚੁਬਾਰੇ ਦਾ ਇੱਥੇ ਮਤਲਬ ਚੁਬਾਰਾ ਹੁੰਦਾ ਹੈ, ਜਿਹੜਾ ਕਿ ਦੂਜੀ ਮੰਜ਼ਿਲ ਦੇ ਉੱਤੇ ਪਾਉਂਦੇ ਸਨ ਲੋਕੀ ਕੋਠਾ, ਉਹਨੂੰ ਚੁਬਾਰਾ ਕਹਿੰਦੇ ਸਨ। ਤੇ ਇਹਨੂੰ ਇੰਝ ਸਮਝ ਲਓ ਕਿ ਚੁਬਾਰਾ ਜਿਹੜਾ ਉਹ ਬੰਦੇ ਦੀ ਸਮਝ ਦੀ ਉਤਲਾ ਹਿੱਸਾ ਹੈ, ਫਾਈਨ ਹਿੱਸਾ ਹੈ। ਜਿਸ ਜੋ ਬੰਦਾ ਤੂੰ ਮਾਣ ਕਰੇਂਦੀ, ਜਿਸਦੀ ਤੂੰ ਗੁਰੂਰ ਕਰਨੀ ਹੈ ਜਿਹੜੀ ਜਵਾਨੀ ਦਾ, ਸੋ ਜਲ ਬਲ ਥੀਸੀ ਖੇਹਾ, ਉਹ ਖੇ ਹੋ ਜਾਣਾ ਹੈ, ਮਿੱਟੀ ਹੋ ਜਾਣਾ ਹੈ, ਸਵਾਹ ਹੋ ਜਾਣਾ ਹੈ। ਕਹੇ ਹੁਸੈਨ ਫਕੀਰ ਸਾਈਂ ਦਾ, ਮਰਨਾ ਤਾਂ ਮਾਣਾ ਕਿਹਾ। ਜਦੋਂ ਮਰ ਹੀ ਜਾਣਾ ਹੈ ਅਖੀਰ, ਉਹ ਤੋਂ ਬਚ ਹੀ ਨਹੀਂ ਸਕਦੇ, ਤੇ ਫਿਰ ਗੁਰੂਰ ਕਾਹਦਾ? ਗੁਰੂਰ ਤੇ ਤਾਂ ਕਰੇ ਜੇ ਰਹਿਣਾ ਹੋਵੇ, ਜੇ ਰਹਿਣਾ ਤੇ ਹੈ ਨਹੀਂ ਹੈ। ਤੇ ਇਸ ਲਈ ਗੁਰੂਰ ਕਰਨ ਦੀ ਵੀ ਕੋਈ ਜਸਟੀਫਿਕੇਸ਼ਨ ਨਹੀਂ ਹੈਗੀ। ਬਸ ਇਹ ਮੈਨੇ ਕਰਤੇ ਨੇ, ਹੁਣ ਤੁਸੀਂ ਇੱਥੇ। ਅੱਛਾ, ਮੈਂ ਵੈਸੇ ਨਾ ਇੱਕ ਇੱਥੇ ਥੋੜੀ ਜਿਹੀ ਆਪਣੇ ਵੱਲੋਂ ਗੱਲ ਕਰਨਾ ਚਾਹੁੰਦਾ ਕਿ ਜਿਵੇਂ ਇਹ ਮੌਲਵੀ, ਪੰਡਤ ਤੇ ਭਾਈ ਤੇ ਪਾਦਰੀ ਹੁੰਦੇ ਨੇ ਨਾ, ਇਹਨਾਂ ਦੀ ਜਿਹੜੀ ਸੋਚ ਆ ਉਹ ਵੀ ਇੱਕ ਫਾਰਮੂਲਾ ਹੁੰਦੀ ਹੈ, ਤੇ ਉਹ ਫਾਰਮੂਲਾ ਹਰ ਸ਼ਾਇਦ ਤੋਂ ਥੱਪਦੇ ਜਾਂਦੇ ਨੇ। ਤੇ ਮੈਂ ਇਹ ਵੇਖਿਆ ਕਿ ਜਿਹੜੇ ਮੌਲਵੀਆਂ, ਪੰਡਤਾਂ, ਭਾਈਆਂ ਦੇ ਖਿਲਾਫ ਹੋ ਜਾਂਦੇ ਨੇ ਨਾ, ਉਹ ਵੀ ਇੱਕ ਫਾਰਮੂਲਾ ਬਣਾ ਲੈਂਦੇ, ਉਹ ਵੀ ਹਰ ਥਾਂ ਤੇ ਉਸੇ ਫਾਰਮੂਲੇ ਨੂੰ ਥੱਪਦੇ ਜਾਂਦੇ ਨੇ। ਤੇ ਮੈਂ ਸਮਝਦਾ ਕਿ ਫਾਰਮੂਲਾ ਨਹੀਂ ਥੱਪਣਾ ਚਾਹੀਦਾ, ਬਲਕਿ ਜਿਹੜੀ ਕਾਫੀ ਹੈ ਜਾਂ ਜਿਹੜੀ ਰਾਈਟਿੰਗ ਹੈ, ਉਹਦੇ ਇੱਕ ਇੱਕ ਲਫ਼ਜ਼ ਨੂੰ, ਇੱਕ ਇੱਕ ਲਾਈਨ ਨੂੰ ਐਕਸਪੀਰੀਅੰਸ ਕਰਨਾ ਚਾਹੀਦਾ ਹੈ। ਉਹਨੂੰ ਅੰਦਰ ਉਹਨੂੰ ਆਪਣੇ ਅੰਦਰ ਤੋਂ ਐਕਸਪੀਰੀਅੰਸ ਕਰਨਾ ਚਾਹੀਦਾ ਹੈ। ਉਹਨੂੰ ਇੰਝ ਨਹੀਂ ਸਮਝਣਾ ਚਾਹੀਦਾ ਕਿ ਲਫ਼ਜ਼ ਲਿਖੇ ਗਏ, ਇਹਨਾਂ ਦੀ ਮੈਂ ਹੁਣ ਜਿਹੜੀ ਸਟੈਂਡਰਡ ਫਾਰਮੂਲਾ ਹੈ ਉਹ ਤੇ ਕੀ ਲਾ ਦਵਾਂ। ਬਸ ਇੰਨੀ ਮੈਂ ਗੱਲ। ਮੈਂ ਇੱਕ ਗੱਲ ਕਰ ਲਾਂ ਜੀ? ਕਰੋ। ਇਹ ਜਿਹੜਾ ਫਿਕਰ ਹੈ ਨਾ, ਜਲ ਬਲ ਥੀਸੀ ਖੇਹਾ, ਇਹਦੇ ਵਿੱਚ ਪਾਣੀ ਤੇ ਅੱਗ ਦਾ ਵੀ ਜ਼ਿਕਰ ਹੈ ਮੇਰਾ ਖਿਆਲ ਹੈ। ਕਿ ਜਦੋਂ ਇਹ ਡੈਡ ਬਾਡੀ ਅਸੀਂ ਰੋੜ ਦਿੰਦੇ ਹਾਂ ਜਾਂ ਉਹਨੂੰ ਅੱਗ ਲਾ ਦਿੰਦੇ ਹਾਂ, ਜਲ ਬਲ ਥੀਸੀ ਖੇਹਾ। ਨਹੀਂ, ਉਹ ਤੇ ਇਹ ਹੈ ਕਿ ਮੇਰੇ ਖਿਆਲ ਚ ਕਿ ਅਗਰ ਉਹ ਨਾ ਵੀ ਤੁਸੀਂ ਰੋੜੋ, ਅਗਰ ਤੁਹਾਨੂੰ ਤੁਸੀਂ ਕਬਰ ਚ ਵੀ ਦਬਾ ਦਿਓ, ਤੇ ਫਿਰ ਵੀ ਤਾਂ ਉਹਨੇ ਖੇ ਹੀ ਹੋ ਜਾਣਾ ਨਾ। ਆਈ ਥਿੰਕ ਇਹੀ ਗੱਲ ਕਰ ਰਹੇ ਨੇ ਨਾ ਇਹ ਵੀ, ਕਿ ਵੀ ਤਿੰਨੋਂ ਤਰੀਕੇ ਦੇ ਉਹਨੇ ਐਕਸਪਲੇਨ ਕਰਦੇ ਨੇ ਕਿ ਕਈ ਦਬਾਉਂਦੇ ਨੇ, ਕਈ ਰੋੜਦੇ ਨੇ, ਤੇ ਕਈ ਉਹਨੂੰ ਬਾਲਦੇ ਨੇ। ਆਈ ਥਿੰਕ that's what the issue is. ਹਾਂਜੀ, ਕਰੋ ਗੱਲ। ਅਸੀਂ ਸੁਣੀਏ। ਇਹ ਸਭ ਤੁਸੀਂ ਸ਼ੁਰੂ ਕਰ ਦਿਓ ਨਾ। ਨਹੀਂ, ਮੈਂ ਤੇ ਸ਼ੁਰੂ ਚ ਕਿਹਾ ਸੀ, ਮੈਂ ਤੇ ਸਮਝਣ ਵਾਸਤੇ ਬੈਠਾ ਸ਼ਾਹ ਹੁਸੈਨ ਨੂੰ। ਤੁਸੀਂ ਬੜੀਆਂ
ਅਸੀਂ ਬੜੀਆਂ ਸਾਰੇ ਹੀ ਬੜੀਆਂ ਸਮਝ- ਪਰਤਾਂ ਅਸੀਂ ਖੁੱਲਦੀਆਂ ਨੇ। ਨਹੀਂ, ਅਸੀਂ ਸਾਰੇ ਹੀ ਸਮਝਣ ਵਾਸਤੇ ਬੈਠੇ ਹਾਂ। ਮਤਲਬ ਇਹ ਹੈ ਕਿ ਮਸਲਾ ਵਿੱਚ ਜਿਹੜਾ ਹੈ ਉਹ ਇਹ ਹੈ ਕਿ ਸਾਡੇ ਸਾਰਿਆਂ ਦਾ ਆਪਣਾ ਆਪਣਾ ਆਪਣੀ ਆਪਣੀ ਪੜ੍ਹਤ ਹੈ, ਆਪਣਾ ਆਪਣਾ ਸ਼ਾਹ ਹੁਸੈਨ ਹੈ। ਅਸੀਂ ਕਿਵੇਂ ਉਹਨੂੰ ਸਮਝਿਆ, ਕਿਵੇਂ ਪੜ੍ਹਿਆ, ਇਹ ਅਸੀਂ ਸ਼ੇਅਰ ਕਰਨਾ ਹੈ ਦੂਜਿਆਂ ਨਾਲ। Sorry, I have a question for you, Dr. Saab. You know, you said the link between next week's Kafi as well about Hasti, Kedandi, and Gungat. Could you say more about that, please? If you don't ਮਤਲਬ mind. ਇਹ ਹੈ ਕਿ ਜੀ। ਜਿਨ੍ਹਾਂ ਲੋਕਾਂ ਦੇ ਨਾਲ ਤੁਹਾਨੂੰ ਜ਼ਿੰਦਗੀ ਨੂੰ ਸ਼ੇਅਰ ਕਰਨਾ ਚਾਹੀਦਾ ਹੈ, ਉਹਨਾਂ ਲੋਕਾਂ ਤੋਂ ਤੁਸੀਂ ਨੱਸਦੇ ਹੋ, ਤੇ ਜਿਹੜੇ ਬਿਲਕੁਲ ਤੁਹਾਡੀ ਜਿਨ੍ਹਾਂ ਦੇ ਨਾਲ ਤੁਹਾਨੂੰ ਸ਼ੇਅਰ ਨਹੀਂ ਕਰਨਾ ਚਾਹੀਦਾ, ਉਹਨਾਂ ਦੇ ਨਾਲ ਤੁਸੀਂ ਜਾ ਕੇ ਲੱਗ ਜਾਂਦੇ ਹੋ। ਮਤਲਬ ਹੋਰਨਾਂ ਨਾਲ ਹਸੈਂਦੀ ਖਡੇਂਦੀ, ਯਾਨੀ ਹੋਰ ਜਿਹੜੇ ਆਮ ਬੰਦੇ ਨੇ ਉਹਨਾਂ ਦੇ ਨਾਲ ਤਾਂ ਤੂੰ ਹੱਸਣੀ ਖੇਡਣੀ ਹੈ। ਤੇ ਸ਼ੌ ਜਿਹੜਾ ਹੈ, ਜਿਹੜਾ ਅਸਲ ਹੈ, ਜਿਹੜਾ ਮਰਕਜ਼ ਹੈ, ਜਿਹੜਾ ਸੈਂਟਰ ਹੈ, ਜਿਹੜਾ ਮੋਸਟ ਡਿਜ਼ਾਇਰਡ ਹੈ ਜਾਂ ਡਿਜ਼ਾਇਰਡ ਹੋਣਾ ਚਾਹੀਦਾ ਹੈ, ਉਹਦੇ ਕੋਲੋਂ ਤੂੰ ਘੁੰਗਟ ਪਰਦਾ ਕਰਨੀ ਹੈ। ਮਤਲਬ ਉਲਟ ਹੈ ਨਾ, ਜਿਹੜਾ ਉਹ ਦੂਸਰਾ ਮੈਂ ਕਾਫੀ ਜਿਹੜੀ ਜਾਣਬੁੱਝ ਕੇ ਤੁਹਾਡੇ ਨਾਲ ਸ਼ੇਅਰ ਕੀਤੀ ਸੀ, ਕਿ ਉਹਦੇ 'ਚ ਜ਼ਿਆਦਾ ਸਾਫ਼ ਇਹ ਗੱਲ ਕਹੀ ਗਈ ਹੈ। ਉਹ ਗੱਲ ਇਹ ਕਿ ਛੈਲਾਂ ਸੇਤੀ ਘੁੰਗਟ ਕਾਢੇ। ਛੈਲ ਜਿਹੜੇ ਨੇ, ਜਿਹੜੀ ਖੂਬਸੂਰਤੀ ਨੂੰ, ਹੁਸਨ ਨੂੰ ਐਪਰੀਸ਼ੀਏਟ ਕਰ ਸਕਦੇ ਨੇ, ਉਹਨਾਂ ਨਾਲ ਤੂੰ ਘੁੰਡ ਕੱਢਣੀ ਹੈ। ਬੈਲਾ ਸੇਤੀ ਹਸਤੀ ਹੈ, ਤੇ ਢੱਗੇ ਜਿਹੜੇ ਨੇ ਉਹਨਾਂ ਦੇ ਨਾਲ, ਉਹਨਾਂ ਦੇ ਸਾਹਮਣੇ ਤੂੰ ਹੱਸਦੀ ਖੇਡਣੀ ਹੈ। ਤੇ ਉਹ ਜਿਹੜੇ ਢੱਗੇ ਤੇ ਐਪਰੀਸ਼ੀਏਟ ਨਹੀਂ ਕਰ ਸਕਦੇ ਤੇਰੇ ਹੁਸਨ ਨੂੰ, ਤੇਰੇ ਗੁਣਾਂ ਨੂੰ, ਤੇ ਉਹਨਾਂ ਦੇ ਨਾਲ ਤਾਂ ਤੂੰ ਹੱਸਣੀ ਖੇਡਣੀ ਹੈ। ਤੇ ਉਹ ਜਿਹੜੇ ਤੇਰੇ ਗੁਣਾਂ ਦੇ ਨੂੰ ਸਮਝ ਸਕਦੇ ਨੇ, ਜਿਹੜੇ ਉਹਨੂੰ ਐਪਰੀਸ਼ੀਏਟ ਕਰ ਸਕਦੇ ਨੇ, ਜਿਹੜੇ ਉਹਨੂੰ ਰਿਸਪੌਂਡ ਕਰ ਸਕਦੇ ਨੇ, ਉਹਨਾਂ ਦੇ ਨਾਲ ਤੂੰ ਘੁੰਗਟ ਕੱਢਣੀ ਹੈ। Oh no, that's fascinating. Thank you. ਇਹ ਜਿਹੜੀ ਲਾਈਨ ਹੈ, ਇਹ ਰੱਬ ਦੀ ਦੁਆ ਫਕੀਰਾਂ ਦੀ, ਤੈਨੂੰ ਰੱਬ ਨਾ ਭੁੱਲੇ, ਇਹਦੇ ਵਿੱਚ ਦੋ ਮਤਲਬ ਮੈਨੂੰ ਸਮਝ ਆਉਂਦੇ ਨੇ ਰੱਬ ਦੇ। ਹੋਰ ਕਾਫੀਆਂ ਵਿੱਚ ਵੀ ਸ਼ਾਹ ਹੁਸੈਨ ਨੇ ਰੱਬ ਦੀ ਗੱਲ ਕੀਤੀ ਹੈ। ਰੱਬਾ ਮੇਰੇ ਹਾਲ ਦਾ ਮਹਿਰਮ ਤੂੰ, ਇੱਕ ਕਾਫੀ ਹੈ ਉਹਦੀ, ਨਮਾਣਿਆਂ ਦੀ ਰੱਬਾ ਰੱਬਾ ਹੋਈ, ਇੱਕ ਹੋਰ ਕਾਫੀ ਵੀ ਹੈ ਇਹਦੇ 'ਚ। ਇਹ ਬਾਬਾ ਫਰੀਦ ਦੀ ਇੱਕ ਲਾਈਨ ਹੈ, ਖਾਲਕ ਖਲਕ ਮੈਂ ਖਲਕ ਵਸੇ ਰੱਬ ਮਾਂ, ਮੰਦਾ ਕਿਸ ਨੂੰ ਆਖੀਏ ਜਦ ਕੋਈ ਦੂਜਾ ਨਾ। ਤੇ ਫਕੀਰ ਇਹ ਦੁਆ ਦੇ ਰਹੇ ਨੇ ਕਿ ਤੈਨੂੰ ਰੱਬ ਨਾ ਭੁੱਲੇ। ਜਿਸ ਤਰ੍ਹਾਂ ਉਹ ਦਿੱਤੇ ਗਈਆਂ ਨੇ ਅੱਗੇ ਜਾ ਕੇ ਮਿਸਾਲਾਂ, ਸੋਨਾ ਰੂਪਾ, ਜੋਬਨ, ਔਰ ਇਹ ਚੀਜ਼ਾਂ ਜਿਹੜੀਆਂ ਨੇ ਇਨਫਿਨਿਟ ਨੇ, ਫਿਨਿਟ ਨੇ, ਤੇ ਰੱਬ ਜਿਹੜਾ ਉਹ ਇਨਫਿਨਿਟ। ਇਸ ਤਰ੍ਹਾਂ ਦਾ ਵੀ ਇੱਕ ਕੰਪੈਰੀਜ਼ਨ ਆ ਰਿਹਾ ਹੈ। ਮੈਨੂੰ ਲੱਗਦਾ ਹੈ ਕਿ ਰੱਬ ਤੋਂ ਮੁਰਾਦ ਇੱਥੇ ਸ਼ਾਇਦ ਬੰਦਾ ਹੀ ਹੈ, ਇਨਸਾਨ ਹੀ ਹੈ, ਜਾਂ ਲੋਕ ਨੇ, ਕਿ ਉਹ ਤੈਨੂੰ ਨਾ ਭੁੱਲਣ।
ਕਿਉਂਕਿ ਰੱਬ ਬੰਦੇ ਵਿੱਚ ਹੈ, ਬੰਦਾ ਉਹਨਾਂ ਵਿੱਚ ਹੈ। ਦੂਸਰਾ ਮੈਨੂੰ ਇਹ ਲੱਗਦਾ ਹੈ ਕਿ ਰੱਬ ਜਿਹੜਾ ਹੈ ਇੱਕ ਐਸੀ ਹਸਤੀ ਹੈ ਜਿਹਨੂੰ ਅਸੀਂ ਜਿਹੜਾ ਸਾਡਾ ਚੰਗਾ ਮੰਦਾ ਵੇਖਦਾ ਹੈ। ਅਸੀਂ ਸਾਡੇ ਜ਼ਾਲਮ ਨੂੰ ਅਸੀਂ ਕਹਿੰਦੇ ਹਾਂ ਕਈ ਦਫਾ ਜ਼ਾਲਮ ਬੜਾ ਜ਼ੁਲਮ ਕਰਦਾ, ਤੇ ਅਸੀਂ ਉਹਨੂੰ ਕਹਿੰਦੇ ਹਾਂ ਤੂੰ ਰੱਬ ਨੂੰ ਮੰਨਦਾ ਹੈ? ਉਹ ਕਹਿੰਦਾ ਹਾਂ ਮੈਂ ਮੰਨਦਾ। ਫਿਰ ਅਸੀਂ ਉਹਨੂੰ ਕਹਿੰਦੇ ਹਾਂ ਉਹਦੇ ਕੋਲੋਂ ਡਰ, ਉਹ ਜਿਹੜਾ ਹੈ ਤੇਰੇ ਨਾਲ ਕੁਛ ਕਰੇਗਾ। ਮਾੜਾ ਬੰਦਾ ਜਿਹੜਾ ਹਮੇਸ਼ਾ ਰੱਬ ਨੂੰ ਹੀ ਇਨਵੋਕ ਕਰਦਾ ਹੈ ਆਪਣੀ ਬੇਬਸੀ ਦੇ ਵਿੱਚ, ਕਿ ਰੱਬਾ ਮੇਰੇ ਨਾਲ ਇਨਸਾਫ ਕਰ, ਜਾਂ ਰੱਬਾ ਮੇਰਾ ਹੱਥ ਫੜ, ਮੇਰੀ ਮਦਦ ਕਰ। ਉਹ ਹਰ ਤਰ੍ਹਾਂ ਦੀਆਂ ਉਹਦੇ ਵਿੱਚ ਜਿਹੜੀਆਂ ਨੇ ਸ਼ਕਲਾਂ ਬਣ ਜਾਂਦੀਆਂ। ਮੈਨੂੰ ਤੇ ਇਹੀ ਲੱਗ ਰਿਹਾ ਕਿ ਇੱਥੇ ਜਿਹੜਾ ਫਕੀਰ ਦੁਆ ਦੇ ਰਹੇ ਨੇ, ਉਹ ਇਹੀ ਕਹਿ ਰਹੇ ਨੇ ਕਿ ਤੈਨੂੰ ਲੋਕ ਨਹੀਂ ਭੁੱਲਣੇ ਚਾਹੀਦੇ ਨੇ, ਲੋਕਾਂ ਨੂੰ ਨਹੀਂ ਤੈਨੂੰ ਭੁੱਲਣਾ ਚਾਹੀਦਾ। ਵੈਰੀ ਗੁੱਡ। ਡਾਕਟਰ ਸਾਹਿਬ ਨੇ ਮੋਸਟਲੀ ਐਕਸਪਲੇਨ ਕਰ ਹੀ ਦਿੱਤੀ ਹੈ। ਥੋੜੀਆਂ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਕਿ ਮੈਨੂੰ ਥੋੜੀਆਂ ਅਲੱਗ ਲੱਗੀਆਂ ਨੇ, ਇਨ ਦਿਸ ਨਾਟ ਅਲੱਗ ਬਟ ਲਿਟਲ, ਜਿੱਦਾਂ ਜਿੱਥੇ ਕਹਿੰਦੇ ਨੇ ਰੱਬ ਨਾ ਭੁੱਲੀ ਹੋਰ ਸਭ ਭੁੱਲੀ, ਰੱਬ ਨਾ ਭੁੱਲਣ ਜਿਹਾ। ਤੁਸੀਂ ਰੱਬ ਨੂੰ ਭੁੱਲ ਨਹੀਂ ਸਕਦੇ ਬਿਕੋਜ਼ ਹੀ ਇਜ਼ ਓਮਨੀਪ੍ਰੈਜ਼ੈਂਟ। ਹਰ ਪਾਸੇ ਤੁਸੀਂ ਤੁਹਾਡੀ ਰੱਬ ਦੀ ਹੋਂਦ ਦੀ ਤੁਹਾਨੂੰ ਇਸ਼ਾਰਾ ਮਿਲਦਾ, ਉਹ ਹਰ ਪਾਸੇ ਹੀ ਹੈ। ਤਾਂ ਤੁਸੀਂ ਉਹ ਭੁੱਲਣ ਜਿਹਾ ਨਹੀਂ ਹੈ, ਉਹ ਚੀਜ਼ ਐਸੀ ਨਹੀਂ ਕਿ ਜਿਹਨੂੰ ਤੁਸੀਂ ਭੁੱਲ ਸਕਦੇ ਹੋ, ਬਿਕੋਜ਼ ਉਹ ਹਰ ਜਗ੍ਹਾ ਮੌਜੂਦ ਹੈ। ਸੋ ਅਗੇਨ ਜਿਹੜਾ ਸੋਈ ਨਾ ਰੂਪਾ ਸਭ ਛਲ ਵੈਸੀ, ਇਹ ਜਿਹੜੀ ਇਹ ਦੁਨੀਆ ਦੇ ਜਿਹੜੇ ਇਹ ਡਿਸਟਰੈਕਸ਼ਨਸ ਨੇ, ਇਹ ਇਲੂਜ਼ਨਸ ਨੇ, ਇਹ ਥੋੜੀ ਦੇਰ ਲਈ ਨੇ, ਇਹ ਅਸਲ ਨਹੀਂ ਹੈਗੇ। ਤੇ ਜਿਹੜਾ ਔਰ ਇਹ ਹੱਥੋਂ ਨਿਕਲ ਜਾਣੇ ਨੇ ਆਬਵੀਅਸਲੀ ਕਿ ਵੀ ਛਲ ਹੈਗਾ, ਇਟ ਇਜ਼ ਜਸਟ ਇਲੂਜ਼ਨ। ਤੇ ਜਿਹੜਾ ਇਸ਼ਕ ਹੈਗਾ ਸਿਰਫ ਉਹੀ ਇੱਕ ਪਰਮਨੈਂਸ ਹੈ, ਐਵਰੀਥਿੰਗ ਐਲਸ ਇਜ਼ ਨਾਟ ਪਰਮਾਨੈਂਟ। ਓਨਲੀ ਜਿਹੜਾ ਰੱਬ ਦੇ ਨਾਲ ਤੁਹਾਡਾ ਇਸ਼ਕ ਹੈਗਾ ਆ, ਤੁਹਾਡੇ ਮੁਰਸ਼ਿਦ ਦੇ ਨਾਲ ਜਿਹੜੀ ਵੀ ਸੱਚਾਈ ਦੇ ਨਾਲ ਤੁਹਾਡਾ ਇਸ਼ਕ ਹੈ, ਸਿਰਫ ਉਹੀ ਹੈ ਜਿਹੜਾ ਕਿ ਵੀ ਹਮੇਸ਼ਾ ਲਈ ਹੈ। ਸੋ ਇਹਦਾ ਵੀ ਏਦਾਂ ਜਿੱਦਾਂ ਉਹੀ ਜਿਹੜਾ ਹੈ ਨਾ, ਹੋਰਾਂ ਨਾਲ ਹਸੇਂਦੀ ਖੜੇਂਦੀ ਕਿ ਵਕਤ ਜ਼ਾਇਆ ਕਰ ਰਹੀ, ਤੁਸੀਂ ਆਪਣਾ ਵਕਤ ਜ਼ਾਇਆ ਕਰ ਰਹੇ ਹੋ, ਹੱਸ ਖੇਡ ਕੇ ਐਵੇਂ ਟਾਈਮ ਤੁਸੀਂ ਜ਼ਾਇਆ ਕਰ ਰਹੇ ਹੋ। ਤੇ ਜਦ ਤੁਹਾਡੇ ਸ਼ੌ ਨਾਲ ਤੁਹਾਡਾ 1-to-1 ਹੋਣ ਦਾ ਵਕਤ ਆਉਂਦਾ ਹੈ ਕਿ ਤੁਹਾਡੇ ਮੁਰਸ਼ਿਦ ਨਾਲ ਜਾਂ ਤੁਹਾਡੇ ਰੱਬ ਨਾਲ ਜਾਂ ਤੁਹਾਡੀ ਸੱਚਾਈ ਨਾਲ ਜੋ ਵੀ ਤੁਸੀਂ ਜਿਹਨੂੰ ਵੀ ਕਰ ਰਹੇ ਹੋ, ਤੇ ਤੁਸੀਂ ਉਹਦੇ ਕੋਲੋਂ ਕੰਨੀ ਕਤਰਾਉਂਦੇ ਹੋ, ਪਰ ਆਪਣਾ ਤੁਸੀਂ ਵਕਤ ਜ਼ਾਇਆ ਕਰ ਰਹੇ। ਇਹ ਜਿਹੜਾ ਹੱਸਣਾ ਖੇਡਣਾ ਐਵੇਂ ਜਿਹੜਾ ਤੁਹਾਡਾ ਅਸਲ ਕੰਮ ਹੈ, ਜਿਹੜਾ ਤੁਹਾਡਾ ਅਸਲ ਮਰਕਜ਼ ਹੈ ਇਸ ਹਯਾਤੀ ਦਾ, ਉਹ ਤੁਸੀਂ ਉਹਨੂੰ ਜਦ ਉਹਦਾ ਹੁੰਦਾ ਤਾਂ ਤੁਸੀਂ ਕੰਨੀ ਕਤਰਾ ਜਾਂਦੇ ਹੋ। ਤੇ ਅਗੇਨ ਉਹ ਤੇ ਦੈਟਸ, ਮੈਂ ਵੀ ਇਹੀ ਸੋਚਿਆ ਸੀ ਕਿ ਜਿਹੜੇ ਇਹ ਜਿੱਥੇ ਚਾਰੇ ਨੈਣ ਗਡਾਵਡ ਹੋਏ, ਉੱਥੇ ਇਹੀ ਹੈ ਕਿ ਵੀ ਉਹ ਆਰਗੇਨਾਈਜ਼ਡ ਰਿਲੀਜਨ ਨੂੰ ਇੱਕ ਚੋਟ ਮਾਰ ਰਹੇ ਨੇ। ਉਹ ਇੱਕ ਆਪਣੇ ਜਿਹੜੇ ਨੇ ਸੂਫੀਆਂ ਦਾ ਇੱਕ ਇੱਥੇ ਉਹਨਾਂ ਦੀ ਆਈਡੀਓਲੋਜੀ ਵੱਲ ਇਸ਼ਾਰਾ ਹੈ ਕਿ ਤੁਹਾਡਾ ਜਿਹੜਾ ਤੁਹਾਡੇ ਰੱਬ ਮੁਰਸ਼ਿਦ ਜਾਂ ਜੋ ਵੀ ਜਿਹਦੇ ਨਾਲ ਕਨੈਕਸ਼ਨ ਹੈ, ਉਹ 1-to-1 ਹੈ, ਇੱਕ ਨਾਲ ਇੱਕ ਆ। ਦੋ ਮਤਲਬ ਕਿ ਜਿੱਥੇ ਚਾਰ ਨੈਣ ਨੇ, ਤੁਹਾਨੂੰ ਬਿਲਕੁਲ ਉਹਦੇ ਵਿੱਚ ਇਮਰਸ ਹੋ ਕੇ ਉਹਦੇ ਵਿੱਚ ਤੁਹਾਨੂੰ ਕਰਨਾ ਪੈਂਦਾ। ਤੁਸੀਂ ਕੋਈ ਹੋਰ ਤੁਹਾਨੂੰ ਨਹੀਂ ਦੱਸ ਸਕਦਾ। ਇਹ ਤੁਹਾਡਾ ਜਿਹੜਾ ਰਸਤਾ ਹੈ ਰੱਬ ਦਾ, ਇਹ ਤੁਹਾਨੂੰ ਆਪ ਲੱਭ ਕੇ ਆਪਣੇ ਆਪ ਪਹੁੰਚਣਾ ਪੈਣਾ ਉੱਥੇ, ਬਿਕੋਜ਼ ਇਟ ਇਜ਼ ਅ 1-to-1 ਕਨੈਕਸ਼ਨ, ਨੋਬਡੀ ਕੈਨ ਸ਼ੋ ਯੂ ਦ ਵੇ। ਇਸ਼ਕ ਚੁਬਾਰੇ ਪਾਇਆ ਚਾਤੀ ਹੁਣ ਤੈਨੂੰ ਗਮ ਕਿਹਾ। ਜਦ ਤੁਹਾਡੇ ਕੌਨਸ਼ੀਅਸਨੈਸ ਦੇ ਵਿੱਚ ਰੱਬ ਆ ਜਾਂਦਾ, ਜਦ ਉਹਦੀ ਹਕੀਕਤ ਜਾਂ ਜਿਹੜਾ ਵੀ ਦ ਟਰੂਥ ਜੇ ਤੁਹਾਡੇ ਕੌਨਸ਼ੀਅਸਨੈਸ ਜਦ ਆ ਜਾਂਦਾ ਹੈ, ਉਹਦੇ ਬਾਅਦ ਫਿਰ ਤੇ ਖੁਸ਼ੀ ਹੀ ਖੁਸ਼ੀ ਹੈ। ਫਿਰ ਤੁਹਾਨੂੰ ਕੋਈ ਇਹ ਅਹਿਸਾਸ ਹੀ, ਕੋਈ ਗਮ ਔਰ ਖੁਸ਼ੀ ਦੇ ਵਿੱਚ ਤੁਹਾਨੂੰ ਕੋਈ ਫਰਕ ਨਹੀਂ ਰਹਿ ਜਾਂਦਾ। ਇਹ ਜਿੱਦਾਂ ਅਸੀਂ ਵਾਰਿਸ ਸ਼ਾਹ ਚ ਵੀ ਪੜ੍ਹਦੇ ਹਾਂ ਕਿ there is a sense of, ਜਿੱਥੇ ਇੱਕ ਉਦਾਸੀ ਦਾ ਇੱਕ ਤੁਹਾਡਾ ਆ ਜਾਂਦੀ ਹੈ ਤੁਹਾਡਾ ਸੈਂਸ, ਉਹਦੇ ਵਿੱਚ ਨਾ ਗਮ ਹੈ ਨਾ ਇਸ਼ਕ, ਸਭ ਗਮ ਹੈ ਨਾ ਖੁਸ਼ੀ ਹੈ, ਇੱਕੋ ਚੀਜ਼ ਹੈ ਤੁਹਾਡੀ। ਜਦ ਕੌਨਸ਼ੀਅਸਨੈਸ ਚ ਰੱਬ ਦਾ ਇਸ਼ਕ ਆ ਜਾਂਦਾ ਹੈ, ਫਿਰ ਉਹਦੇ ਬਾਅਦ ਹੋਰ ਕੋਈ ਬਚਦਾ ਨਹੀਂ। ਸੋ ਜਿਸ ਜੋ ਬੰਦਾ ਤੂੰ ਮਾਣ ਕਰੇਂਦੀ, ਸੋ ਜਲ ਬਲ ਥੀਸੀ ਜਿਹਾ। ਕਿਸੇ ਹੋਰ ਵੀ ਦੋਸਤ ਨੇ ਕਿਹਾ
ਇਹਦੇ ਦੋ ਚੀਜ਼ਾਂ ਹੋ ਸਕਦੀਆਂ ਨੇ ਕਿ ਵੀ ਇੱਕ ਤਾਂ ਜਲ ਬਲ ਥੀਸੀ ਖੇਹ, ਖੇ ਤੇ ਹੋਣਾ ਹੀ ਹੋਣਾ। ਭਾਵੇਂ ਤੁਸੀਂ ਅਗੇਨ ਡਿਫਰੈਂਟ ਰਿਲੀਜਨਸ ਦੇ ਬਾਰੇ ਵੀ ਇਸ਼ਾਰਾ ਕਰ ਸਕਦੇ ਕਿ ਕੋਈ ਜਿੱਦਾਂ ਇਹ ਕਹਿ ਰਹੇ ਸਨ ਕਿ ਕੋਈ ਉਹਨਾਂ ਨੂੰ ਬਹਾ ਦਿੰਦਾ ਆ ਤੇ ਕੋਈ, ਪਰ ਅਖੀਰ ਚ ਜਿਹੜਾ ਹੈਗਾ ਕੋਈ ਉਹਨਾਂ ਨੂੰ ਬਾਲ ਦਿੰਦਾ ਹੈ, ਪਰ ਅਖੀਰ ਚ ਤਾਂ ਖੇ ਹੈ। ਮਿੱਟੀ ਤੋਂ ਹੀ ਰੱਬ ਨੇ ਇਨਸਾਨ ਬਣਾਇਆ ਤੇ ਮਿੱਟੀ ਬਣਨਾ। ਸੋ ਜਿਸ ਤਰ੍ਹਾਂ ਮਰਜ਼ੀ ਉਹਨੂੰ ਤੁਸੀਂ ਵੇਖੋ ਜਾਂ ਕਿਸੇ ਵੀ ਪੱਖੋਂ ਉਹਨੂੰ ਵੇਖੋ, ਅਖੀਰ ਖੇ ਹੋਣਾ, ਕਿਉਂਕਿ ਬਣਾਇਆ ਰੱਬ ਨੇ ਤੁਹਾਨੂੰ ਮਿੱਟੀ ਹੈ। ਸੋ ਕਹੇ ਹੁਸੈਨ ਫਕੀਰ ਸਾਈਂ ਦਾ ਮਰਨਾ ਤਾਂ ਮਾਣਾ ਕਿਹਾ। ਜਿਹੜੀ ਚੀਜ਼ ਹੀ ਫਾਨੀ ਹੈ ਉਸਦਾ ਕੋਈ ਅੱਗੇ ਹੋਰ ਕੋਈ there is no nothing, this is very momentary, ਤੇ ਜਦ ਫਿਰ ਉਹਦਾ ਫਿਰ ਮਾਣ ਕੀ ਕਰਨਾ। ਮਾਣ ਤੇ ਉਹਦੀ ਚੀਜ਼ ਦਾ ਜਿਹੜਾ ਕਿ ਹਮੇਸ਼ਾ ਲਈ ਹੋਵੇ, ਤਾਂ ਮਾਣ ਕਰੋ ਪਰ ਰੱਬ ਦੇ ਨਾਲ ਇਸ਼ਕ ਦਾ ਮਾਣ ਕਰੋ। ਤੇ ਜਿਹੜੀ ਚੀਜ਼ ਬੜੀ ਮੋਮੈਂਟਰੀ ਹੈ ਜਿਹਨੇ ਤੇ ਖਾਕ ਹੋਣਾ ਹੀ ਹੋਣਾ ਹੈ, ਉਹਦਾ ਕਾਹਦਾ ਮਾਣ। ਸ਼ੁਕਰੀਆ ਜੀ ਤੁਹਾਡੇ ਵਕਤ ਦਾ। ਮੈਂ ਗੱਲ ਇਸ ਤਰ੍ਹਾਂ ਕਰਨੀ ਚਾਹੁੰਦਾ, ਅਸੀਂ ਸ਼ਾਹ ਹੁਸੈਨ ਨੂੰ ਹਰ ਵਾਰੀ ਉਸ ਹਿਸਾਬ ਵਿੱਚ ਦੇਖਦੇ ਹਾਂ ਕਿ ਉਹਨੇ ਸੁਸਾਇਟੀ ਦੀ ਗੱਲ ਕੀਤੀ ਹੈ, ਉਹਨੇ ਹੋਰ ਬੜੀਆਂ ਇਹੋ ਜਿਹੀਆਂ ਕੀਤੀਆਂ ਨੇ ਕਿ ਉਹ ਇਹ ਗੱਲ ਵੀ ਤੇ ਕਰ ਸਕਦਾ ਹੈ ਨਾ ਵੀ ਤੈਨੂੰ ਰੱਬ ਨਾ ਭੁੱਲੀ। ਇਹ ਵੀ ਤੇ ਹੈਗੀ ਹੈ ਨਾ, ਕਿਉਂਕਿ ਉਹਦੀਆਂ ਕਾਫੀਆਂ ਦੇ ਵਿੱਚ ਜਿੱਥੇ ਵੀ ਰੱਬ ਦਾ ਜ਼ਿਕਰ ਹੈ, ਮਿਸਾਲ ਦੇ ਤੌਰ ਤੇ ਹੈਗਾ ਰੱਬਾ ਮੇਰੇ ਔਗਨ ਚਿਤ ਨਾ ਧਰੀ, ਔਰ ਆਖਰੀ ਕਹੇ ਹੁਸੈਨ ਫਕੀਰ ਨਿਮਾਨਾ ਅਦਲੋ ਫਜ਼ਲ ਕਰੀ। ਤੇ ਇਹ ਜਿਹੜੀ ਗੱਲਬਾਤ ਜਿਹੜੀ ਇਸ ਕਾਫੀ ਦੇ ਵਿੱਚ ਹੀ ਨਹੀਂ ਤੈਨੂੰ ਰੱਬ ਨਾ ਭੁੱਲੀ, ਇਹ ਐਸਾ ਇੱਕ ਆਪਣੇ ਆਪ ਨਾਲ ਹੀ ਗੱਲ ਹੈਗੀ ਹੈ ਕਿ ਜਿਸ ਤਰ੍ਹਾਂ ਬੀਬਾ ਜੀ ਨੇ ਵੀ ਕਿਹਾ, ਜ਼ੁਬੈਰ ਸਾਹਿਬ ਨੇ ਵੀ ਕਿਹਾ, ਮੇਰਾ ਖਿਆਲ ਹੈ ਇਸ ਕਾਫੀ ਦੇ ਵਿੱਚ ਉਹ ਸਾਰਾ ਕੁਝ ਇਹਦੇ ਵਿੱਚ ਹੈ ਜਿਹੜਾ ਇਨਸਾਨੀ ਜ਼ਿੰਦਗੀ ਦਾ ਫਾਨੀ ਹੋਣਾ ਹੈ। ਹਕੀਕਤ ਤੇ ਖੁਦਾ ਹੀ ਹੈ। ਸਾਰੇ ਰਿਲੀਜਨ ਇਸ ਗੱਲ ਨੂੰ ਮੰਨਦੇ ਨੇ, ਜਿਹੜੇ ਕਿਸੇ ਤਰ੍ਹਾਂ ਦੇ ਵੀ ਨੇ। ਤੇ ਜਿਸ ਚੋਬਨ ਦਾ ਤੂੰ ਮਾਨ ਕਰੇਂਦੀ ਸੋ ਜਲ ਬਲ ਥੀ ਸਿੱਖਿਆ। ਗੱਲ ਤੇ ਉੱਥੇ ਹੀ ਆ ਗਈ ਨਾ ਕਿ ਜੋ ਕੁਝ ਵੀ ਤੁਸੀਂ ਆਪਣੇ ਆਪ ਤੇ ਮਾਨ ਕਰ ਲਓ, ਜੋ ਕੁਝ ਵੀ ਕਰ ਲਓ, ਜੋ ਤੁਸੀਂ ਹੈ ਉਹ ਸਾਰਾ ਕੁਝ ਬਰਬਾਦ ਹੋ ਜਾਣਾ, ਰਹਿਣਾ ਉਸੇ ਨੇ ਜਿਹਨੂੰ ਮੈਂ ਬਾਰ-ਬਾਰ ਕਹਿਣਾ ਨਹੀਂ ਤੈਨੂੰ ਰੱਬ ਨਾ ਭੁੱਲੀ। ਉਹ ਅਸਲੀਅਤ, ਉਹ ਹਕੀਕਤ, ਉਹ ਰਿਐਲਿਟੀ ਨਹੀਂ ਭੁੱਲਣੀ ਚਾਹੀਦੀ ਜਿਹੜੀ ਕਿ ਹੈ ਸੀ, ਹੈ ਵੇ ਤੇ ਰਵੇਗੀ। ਉਹ ਭਾਵੇਂ ਸੱਚਾਈ ਹੈ, ਰੱਬ ਹੈ ਜਾਂ ਇਸ਼ਕ ਹੈ, ਔਰ ਤੈਨੂੰ ਸਮਝ ਵੀ ਆ ਗਈ ਹੈ ਉਸ ਇਸ਼ਕ ਦੀ, ਉਸ ਰਿਐਲਿਟੀ ਦੀ, ਉਸ ਹਕੀਕਤ ਦੀ, ਤੇ ਫਿਰ ਤੈਨੂੰ ਕਿਸ ਚੀਜ਼ ਦਾ ਦੁੱਖ ਹੈ, ਦਰਦ ਹੈ। ਮੈਨੂੰ ਤੇ ਇਹਦੀ ਸਾਰੀ ਇਸ ਤਰ੍ਹਾਂ ਦੀ ਸਮਝ ਆਈ ਹੈ। ਔਰ ਸੋਹਣਾ ਰੂਪਾ ਜਲ ਵੈਸੀ ਛਲ ਵੈਸੀ ਇਸ਼ਕ ਨਾਲ ਲੱਗਦਾ ਲੇਹਾ। ਔਰ ਜਿਹੜਾ ਇਹ ਇਸ਼ਕ ਉਹਨੂੰ ਵੀ ਜਿਹੜੀ ਤੈਨੂੰ ਸਮਝ ਆਈ ਹੈ, ਉਹਨੂੰ ਵੀ ਕਿਸੇ ਤਰ੍ਹਾਂ ਦਾ ਕੋਈ ਕੀੜਾ ਨਹੀਂ ਲੱਗ ਸਕਦਾ। ਇਸ ਹਕੀਕਤ ਨੂੰ, ਇਹ ਹਕੀਕਤ, ਇਹ ਰਿਐਲਿਟੀ, ਇਹ ਉਸੇ ਤਰ੍ਹਾਂ ਹੀ ਸੱਚਾਈ ਰਹੇਗੀ ਜਿਸ ਤਰ੍ਹਾਂ ਰੱਬ ਹੈ। ਇਹ ਮੈਨੂੰ ਤੇ ਇਹ ਸਮਝ ਆਈ ਕਿ ਸ਼ਾਹ ਹੁਸੈਨ ਇਹ ਵੀ ਤੇ ਗੱਲ ਕਰ ਸਕਦਾ ਹੈ ਨਾ, ਰੱਬ ਦੀ ਵੀ। ਸ਼ੁਕਰੀਆ ਜੀ। ਹਾਂਜੀ, ਮੈਂ ਥੋੜੀ ਜਿਹੀ ਗੱਲ ਕਰਾਂ ਜੀ ਕਿ ਬਿਲਕੁਲ ਤੁਸੀਂ ਥੋੜੀ ਜਿਹੀ ਨਹੀਂ, ਤੁਸੀਂ ਬਹੁਤ ਸਾਰੀ ਗੱਲ ਕਰੋ। ਅੱਛਾ ਜੀ, ਕਿ ਦੁਆ ਫਕੀਰਾਂ ਦੀ ਇਹ ਕਿ ਜਿਹੜੇ ਅਸੀਂ ਫਕੀਰ ਲੋਕ ਹਾਂ, ਫਕੀਰਾਂ ਦੇ ਕੋਲ ਕੀ ਹੁੰਦਾ
ਕੁਝ ਵੀ ਨਹੀਂ ਹੁੰਦਾ, ਸਿਰਫ ਉਹਨਾਂ ਦਾ ਪਿਆਰ ਮੁਹੱਬਤ ਜਾਂ ਇਸ਼ਕ ਕਿਸੇ ਦੇ ਨਾਲ ਜਿਹੜਾ ਹੈਗਾ ਬਸ ਉਹੀ ਹੁੰਦਾ, ਹੋਰ ਉਹਨਾਂ ਦੇ ਕੋਲ ਕੋਈ ਪੋਜੈਸ਼ਨਸ ਨਹੀਂ ਹੁੰਦੇ, ਕੁਝ ਨਹੀਂ ਹੁੰਦਾ। ਕਿ ਸਾਡੇ ਦੁਆ ਆ ਫਕੀਰਾਂ ਦੀ ਕਿ ਤੂੰ ਆਪਣਾ ਪਿਆਰ ਮੁਹੱਬਤ ਜਾਂ ਇਸ਼ਕ ਜਿਹੜਾ ਵੀ ਕਿਸੇ ਨਾਲ ਹੈ ਤੈਨੂੰ, ਰੱਬ ਦੇ ਨਾਲ ਜਾਂ ਤੈਨੂੰ ਆਪਣੀ ਹੋਂਦ ਦੇ ਨਾਲ ਜਾਂ ਯੂਨੀਵਰਸ ਦੇ ਨਾਲ, ਤੂੰ ਉਹ ਨਾ ਭੁੱਲ ਜਾਈਂ ਕਿਤੇ। ਅਸੀਂ ਹੋਰ ਤੈਨੂੰ ਨਹੀਂ ਕੁਝ ਕਹਿ ਸਕਦੇ, ਪਰ ਪਿਆਰ ਮੁਹੱਬਤ ਕਰਨ ਵਾਲੇ ਜਿਹੜੇ ਫਕੀਰ ਨੇ ਉਹ ਤੈਨੂੰ ਦੁਆ ਦਿੰਦੇ ਨੇ ਕਿ ਤੂੰ ਉਹ ਮੁਹੱਬਤ ਨੂੰ ਨਾ, ਪਿਆਰ ਨੂੰ ਔਰ ਇਸ਼ਕ ਨੂੰ ਨਾ ਭੁੱਲ ਜਾਈਂ। ਆਪਣੇ ਆਪ ਨੂੰ ਖਿਆਲ ਵਿੱਚ ਰੱਖੀ, ਯੂਨੀਵਰਸ ਦੇ ਵਿੱਚ ਜਾਂ ਨੇਚਰ ਦੇ ਵਿੱਚ ਆਪਣੇ ਆਪ ਨੇ, ਆਪਣੀ ਹੋਂਦ ਨੂੰ ਕਾਇਮ ਰੱਖੀ। ਬਾਕੀ ਸਾਰੀਆਂ ਡਿਸਟਰੈਕਸ਼ਨਸ ਨੇ ਕਿ ਸੋਨਾ ਤੇ ਹੱਸਣਾ ਖੇਡਣਾ ਤੇ ਚਾਰੇ ਨੈਣ, ਇਹ ਹਰ ਚੀਜ਼ ਮਤਲਬ ਆ ਰਹੀ ਆ। ਔਰ ਜੋਬਨ ਆ ਤੇਰਾ, ਇਹ ਵੀ ਬਸ ਥੋੜੀ ਦੇਰ ਦਾ ਪ੍ਰਾਹੁਣਾ ਹੀ ਆ। ਇਹਨੇ, ਮੈਨੂੰ ਇਹ ਲੱਗਦਾ ਸੀ ਕਿ ਜਲ ਬਲ ਦਾ, ਜਲ ਦਾ ਮਤਲਬ ਪਾਣੀ ਨਹੀਂ, ਜਲ ਦਾ ਮਤਲਬ ਕਿ ਜਲ ਜਾਣਾ, ਬਲ ਜਾਣਾ, ਬਾਅਦ ਦੇ ਵਿੱਚ ਮਿੱਟੀ ਹੋ ਜਾਣਾ। ਸੋ ਇਹਦੇ 'ਚ ਮੇਰਾ ਖਿਆਲ ਜਲ ਤੇ ਬਲ ਇੱਕੋ ਹੀ ਚੀਜ਼ ਆ, ਦੋਹਾਂ ਦਾ ਮਿੱਟੀ ਹੋ ਜਾਣਾ ਅਖੀਰ ਦੇ ਵਿੱਚ। ਕਿ ਤੁਸੀਂ ਫਕੀਰਾਂ ਦੀ, ਜਿਨ੍ਹਾਂ ਦੇ ਕੋਲ ਕੋਈ ਹੋਰ ਚੀਜ਼ ਨਹੀਂ, ਸਿਰਫ ਇਹੀ ਪਿਆਰ ਔਰ ਮੁਹੱਬਤ ਦਾ ਹੀ ਸੁਨੇਹਾ ਹੈ ਕਿ ਤੂੰ ਆਪਣੀ ਹੋਂਦ, ਆਪਣੇ ਪਿਆਰੇ ਦੀ, ਆਪਣੇ ਆਸ਼ਿਕ ਦੀ ਜਿਹੜੀ ਹੈਗੀ ਆ ਪਿਆਰ ਮੁਹੱਬਤ, ਉਹਨੂੰ ਨਾ ਭੁੱਲੀ। ਮਿਹਰਬਾਨੀ। ਮਨਸੂਰ ਸਾਹਿਬ ਕੋਈ ਬੰਦੇ ਨਵੇਂ ਆਏ ਨੇ, ਉਹਨਾਂ ਉਹ ਕਾਫੀ ਪੜਨ। ਹਾਂਜੀ ਪੜੋ। ਉਮਰ ਯਾਰ ਪੜ ਤੂੰ ਕਾਫੀ। ਮੈਂ ਕਾਫੀ ਢੂੰਡ ਰਿਹਾ, ਮੈਂ ਸੌਰੀ ਉੱਠਿਆ ਲੇਟ ਆ, ਮੈਨੂੰ ਇਹ ਕਾਫੀ ਲੱਭੀ ਨਹੀਂ। ਠਹਿਰੋ ਇੱਕ ਸੈਕਿੰਡ, ਮੈਂ ਕੰਪਿਊਟਰ ਢੂੰਡ ਰਿਹਾ ਕਿ ਹੈ ਕਿੱਥੇ ਲਿਖੀ। ਤੁਸੀਂ ਸਟਾਰਬਕਸ ਚਲੇ ਗਰੁੱਪ ਦੇ ਵਿੱਚ ਸ਼ੇਅਰ ਹੋਈ ਹੈ। ਅੱਛਾ, ਇਜ਼ਾਜ਼ ਸਾਹਿਬ ਨੇ, ਤੁਸੀਂ ਜਾਰੀ ਰੱਖੋ ਨਾ, ਮੈਂ ਢੂੰਡਾਂ। ਹਾਂ ਅੱਛਾ, ਇਜ਼ਾਜ਼ ਸਾਹਿਬ ਤੁਸੀਂ ਪੜੋ। ਮੈਂ ਥੋੜੀ ਜਿਹੀ ਗੱਲ ਕਰ, ਆਡੀਓ ਨਹੀਂ ਕਨੈਕਟ ਹੋਇਆ ਡਾਕਟਰ ਸਾਹਿਬ। ਮੈਂ ਥੋੜੀ ਜਿਹੀ ਗੱਲ ਕਰ, ਗੌਰ ਸਾਹਿਬ ਗੱਲ। ਹਾਂਜੀ ਕਰੋ ਗੱਲ। ਅੱਛਾ, ਇਹ ਐਵੇਂ ਇਸ ਕਾਫੀ ਦੇ ਰੈਫਰੈਂਸ ਵਿੱਚ ਹੀ ਗੱਲ ਕਰਨ ਲੱਗਾ। ਸ਼ੁਰੂ 'ਚ ਨਾ ਇੱਕ ਦੌਰ 'ਚ ਜਦੋਂ ਮੈਂ ਜਵਾਨੀ 'ਚ ਬੜੀ ਪੜ੍ਹੀ ਹੈ ਪੰਜਾਬੀ ਜਿਹੜੀ ਹੈ ਨਾ, ਤੇ ਮੈਂ ਸਮਝਦਾ ਸੀ ਕਿ ਜਿਹੜੀ ਪੰਜਾਬੀ ਹੈ ਨਾ, ਇਹ ਬੰਦੇ ਨੂੰ ਇਨਐਕਟਿਵ ਕਰ ਦਿੰਦੀ ਹੈ। ਇਹ ਜਿਹੜੇ ਮਤਲਬ ਜਿਹੜੀਆਂ ਡਿਵੈਲਪ ਨਾਰਮਸ ਨੇ ਨਾ ਸੋਸਾਇਟੀ ਦੀਆਂ, ਉਹਨਾਂ ਤੋਂ ਹਟਾ ਕੇ ਬੰਦੇ ਨੂੰ ਬਿਲਕੁਲ, ਮਤਲਬ ਮੈਨੂੰ ਯਾਦ ਹੈ ਮੈਂ ਜਦੋਂ FSC ਕੀਤੀ ਨਾ, ਮੇਰੇ ਇੱਕ ਟੀਚਰ ਸਨ, ਉਹਨਾਂ ਮੈਨੂੰ ਆਟੋਗ੍ਰਾਫ ਦਿੱਤਾ, ਇਲਮੋ ਬਸ ਕਰੀ ਹੋ ਯਾਰ। ਮੈਨੂੰ ਅੱਜ ਤੱਕ ਯਾਦ ਹੈ ਕਿ ਮੈਂ ਉਹ ਟੀਚਰ ਨੂੰ ਬੜੇ ਗੁੱਸੇ ਨਾਲ ਦੇਖਿਆ, ਮੈਂ ਕਿਹਾ ਯਾਰ ਮੈਂ ਤੇ ਹਾਲੇ ਬੜਾ ਕੁਛ ਸਿੱਖਣਾ ਤੇ ਇਹਨਾਂ ਲਿਖ ਦਿੱਤਾ, ਇਲਮੋ ਬਸ ਕਰੀ ਹੋ ਯਾਰ। ਲੇਕਿਨ ਇਹ ਕਿ ਇਹ ਜਿਹੜੀ ਜਿਸ ਤਰ੍ਹਾਂ ਕਹਿੰਦੇ ਨਾ, ਕਹਿੰਦੇ ਨੇ ਕਿ ਦੁਆ ਫਕੀਰਾਂ ਦੀ ਇਹ ਹੈ ਤੈਨੂੰ ਰੱਬ ਨਾ ਭੁੱਲੇ, ਇਹਦਾ ਇੱਕ ਸਿਰਫ ਇੱਕ ਮਤਲਬ ਜਿਹੜਾ ਇਸ਼ਕ ਔਰ ਜਿਹੜੀ ਦੁਨੀਆ ਔਰ ਜਿਹੜਾ ਇਨਸਾਨ ਔਰ ਇਹ ਪੂਰਾ ਇੱਕ ਜਿਹੜੇ ਸੂਫੀਆ ਇਕਰਾਮ ਸਨ, ਇਹਨਾਂ ਦਾ ਇੱਕ ਪੂਰਾ ਸੋਸ਼ਲ ਕੰਟਰੈਕਟ ਸੀ। ਇਹ ਸਿਰਫ ਇੱਕ ਇੰਡੀਵਿਜੂਅਲ ਦਾ ਨਹੀਂ ਸੀ। ਅਗਰ ਇਹਨੂੰ ਦੇਖਿਆ ਜਾਏ, ਫੈਲਾ ਕੇ ਦੇਖਿਆ ਜਾਏ, ਤੇ ਉਹ ਚੀਜ਼ ਸੀ ਜਿਹੜੀ ਮੁਆਸ਼ਰੇ ਦੀ ਰਹਿਤਲ ਬਹਿਤਲ ਵਿੱਚ ਚੀਜ਼ਾਂ ਨੂੰ ਬੜਾ ਪੋਜ਼ਿਟਿਵ ਦਿੰਦੀ ਸੀ। ਮਤਲਬ ਮੇਰਾ ਇੱਕ ਦੌਰ ਵਿੱਚ ਇਹ ਕਨਸੈਪਟ ਰਿਹਾ ਕਿ ਸ਼ਾਇਦ ਜਿਹੜੀ ਪੰਜਾਬੀ, ਜਾਂ ਤੁਸੀਂ ਜਦੋਂ ਬਹੁਤ ਸੂਫੀਆਨਾ ਕਲਾਮ ਪੜ੍ਹਦੇ ਹੋ ਤਾਂ ਤੁਸੀਂ ਬੜੇ ਦਰਵੇਸ਼ ਹੋ ਜਾਂਦੇ ਹੋ, ਇਨਐਕਟਿਵ ਹੋ ਜਾਂਦੇ ਹੋ, ਲੇਕਿਨ ਐਸਾ ਨਹੀਂ ਹੈ। ਤੁਹਾਨੂੰ ਹਰ ਜ਼ਿੰਦਗੀ ਦੇ ਹਿੱਸੇ 'ਚ ਔਰ ਜ਼ਿੰਦਗੀ ਦੇ ਹਰ ਸ਼ੋਬੇ 'ਚ ਔਰ ਜ਼ਿੰਦਗੀ ਦੇ ਹਰ ਮੁਕਾਮ ਵਿੱਚ ਇੱਕ ਤੁਹਾਨੂੰ ਜੀਣ ਦਾ ਅੱਛਾ ਔਰ ਪੋਜ਼ਿਟਿਵ ਇੱਕ ਤਰੀਕਾ ਦਿੰਦੀ ਹੈ। ਇਹਦੇ 'ਚ ਮਤਲਬ ਮੇਰੀ ਆਪਣੀ ਆਬਜ਼ਰਵੇਸ਼ਨ ਇਹ ਰਹੀ ਹੈ। ਵੈਸੇ ਮੇਰਾ ਵੀ ਇਹਦੇ ਉੱਤੇ ਬਹੁਤ ਜ਼ਿਆਦਾ ਬਲੀਵ ਹੈਗਾ ਕਿ ਜਿਹੜੇ ਸਾਡੇ ਜਿੰਨੇ ਵੀ ਹੈਗੇ ਨਾ ਸੂਫੀ ਸ਼ਾਇਰ, ਇਹਨਾਂ ਨੂੰ ਸੂਫੀ ਕਹਿ ਕੇ ਇੱਕ ਪਾਸੇ ਰੱਖ ਦਿੰਦੇ ਨੇ ਕਿ ਜੀ ਇਹ ਤੇ ਸੁਸਾਇਟੀ ਦੀ ਗੱਲ ਨਹੀਂ ਕਰਦੇ। ਇਹ ਬਿਲਕੁਲ ਠੀਕ ਹੈ। ਉਹ ਸੁਸਾਇਟੀ ਦੀ ਜਿਹੜੀ ਹੈ ਉਹਦੇ ਵਿੱਚ ਜਿਹੜੀ ਉਥਲ ਪੁਥਲ ਹੈ, ਉਹ ਜਿਹੜੀ ਅਨਜਸਟਿਸ ਹੋ ਰਿਹਾ ਹੈ, ਉਹ ਜੋ ਕੁਛ ਵੀ ਉਹਦੀ ਬਹੁਤ
ਜ਼ਬਰਦਸਤੀ ਨਾਲ ਗੱਲ ਕਰਦੇ ਨੇ, ਉਹ ਬੜੀ ਟਿਕਾ ਕੇ ਠੁਕਵੀਂ ਗੱਲ ਕਰਦੇ ਨੇ। ਬਸ ਉਹਨੂੰ ਸਮਝਣ ਦੀ ਵੀ ਲੋੜ ਹੁੰਦੀ ਹੈ। ਆਮ ਤੌਰ ਤੇ ਇਹ ਬਿਲਕੁਲ ਠੀਕ ਤੁਸੀਂ ਕਿਹਾ ਕਿ ਪਹਿਲੇ ਅਸੀਂ ਵੀ ਇਹ ਸਮਝਦੇ ਸਾਂ ਕਿ ਸੂਫੀਆ ਇਕਰਾਮ ਨੇ ਇਹਨਾਂ ਦੇ ਜਾ ਕੇ ਸਲਾਮ ਕਰੋ ਤੇ ਬਸ ਠੀਕ ਹੈ ਜੀ ਇਹਨਾਂ ਦਾ। ਲੇਕਿਨ ਉਹਨਾਂ ਨੂੰ ਪੜ੍ਹਨ ਤੋਂ ਬਾਅਦ ਪਤਾ ਲੱਗਦਾ ਕਿ ਨਹੀਂ, ਉਹ ਤੇ ਜ਼ਿੰਦਗੀ ਗੁਜ਼ਾਰਨ ਦਾ ਔਰ ਨਾਇੰਸਾਫੀਆਂ ਨਾਲ ਟਕਰਾ ਲੈਣ ਦਾ ਤੁਹਾਡੇ ਅੰਦਰ ਕਿਸ ਤਰ੍ਹਾਂ ਇੱਕ ਜਜ਼ਬਾ ਪੈਦਾ ਕਰ। बहुत जहाज साहब काफी पढ़ो। ਇੱਕ ਮੈਂ ਪੁਆਇੰਟ ਐਡ ਕਰਾਂ ਜੀ। ਤੁਸੀਂ 10 ਇੱਕ ਪੁਆਇੰਟ ਪਾਸੇ ਤੇ ਉਹ ਕਹਿੰਦੇ ਨੇ ਚਾਰੇ ਨੈਣ ਗਡਾਵਡ ਹੋਏ ਵਿੱਚ ਵਿਚੋਲਾ ਕਿਹਾ, ਤੇ ਇੱਕ ਆਪ ਹੀ ਫਿਰ ਸਾਰੀਆਂ ਨਸੀਹਤਾਂ ਹਰ ਬੰਦ ਦੇ ਵਿੱਚ ਨਸੀਹਤ ਦੇ ਰਹੇ ਨੇ ਕਿ ਤੁਸੀਂ ਐ ਨਹੀਂ ਕਰਨਾ, ਐ ਨਹੀਂ ਕਰਨਾ, ਐ ਨਹੀਂ ਕਰਨਾ। ਤੇ ਔਨ ਦੀ ਅਦਰ ਹੈਂਡ ਹੀ ਸੇਇੰਗ ਕਿ ਚਾਰੇ ਨੈਣ ਗਡਾਵਡ ਹੋਏ ਵਿੱਚ ਵਿਚੋਲਾ ਕਿਹਾ। ਜੇ ਤੁਸੀਂ ਆਪਣਾ ਸਟ੍ਰੇਟ ਕਨੈਕਸ਼ਨ ਹੀ ਬਣਾਉਣਾ ਆ ਤੇ ਫਿਰ ਤੁਹਾਨੂੰ ਡਾਇਰੈਕਸ਼ਨਸ ਦੀ ਕਾਹਦੀ ਲੋੜ ਹੈ? मुख्तार साहब काफी पढ़ो। हाँ जी मुख्तार साहब, जहाज साहब काफी पढ़ो। या तो वो सुन नहीं रहे गल ते या वो सुनना ही नहीं चाहते। ਵੈਸੇ ਤੇ ਬੀਬਾ ਜੀ ਤੁਸੀਂ ਗੱਲ ਜਿਹੜੀ ਕੀਤੀ ਹੈ, ਮੈਂ ਇਹਦੇ ਬਾਰੇ ਥੋੜਾ ਜਿਹਾ ਗੱਲ ਕਰਨਾ ਕਿ ਦੇਖੋ ਮੈਂ ਇਹਨੂੰ ਥੋੜਾ ਜਿਹਾ ਹੋਰ ਹਵਾਲੇ ਨਾਲ ਗੱਲ ਕਰਨ ਕਿ ਤੁਸੀਂ ਕਿਸੇ ਚੀਜ਼ ਦੀ ਤੁਹਾਨੂੰ ਲੋੜ ਹੈ ਔਰ ਜਿਹਦੇ ਕੋਲੋਂ ਲੈਣੀ ਹੈ ਉਹਦੇ ਨਾਲ ਤੁਹਾਡਾ ਡਾਇਰੈਕਟ ਕਨੈਕਸ਼ਨ ਹੈਗਾ, ਤੇ ਫਿਰ ਵਿਚਕਾਰ ਦਲਾਲ ਪਾਉਣ ਦੀ ਕੀ ਲੋੜ ਹੈ? ਉਹਨੂੰ ਵਿੱਚ ਲਿਆਉਣ ਦੀ ਕੀ ਲੋੜ ਹੈ? ਤੁਸੀਂ ਡਾਇਰੈਕਟ ਉਹਦੇ ਨਾਲ ਗੱਲ ਇਹ ਹੈਗੇ ਨੇ ਨੈਣ ਗਡਾਵਡ ਹੋਏ ਕਿ ਅਸੀਂ ਤੇ ਸਭ ਕੁਝ, ਤੇ ਫਿਰ ਵਿੱਚ ਵਿਚੋਲਾ ਪਾਉਣ ਦੀ ਕੀ ਲੋੜ ਹੈ? ਐਗਜ਼ੈਕਟਲੀ ਦੈਟਸ ਦ ਪੁਆਇੰਟ ਕਿ ਵੀ ਹਾਂ ਇਹੀ ਤਾਂ ਗੱਲ ਹੈਗੀ ਹੈ ਕਿ ਇੱਕ ਪਾਸੇ ਤਾਂ ਤੁਸੀਂ ਇਹ ਕਹਿ ਰਹੇ ਹੋ, ਇੱਕ ਪਾਸੇ ਤੁਸੀਂ ਜਿਹੜਾ ਆਰਗੇਨਾਈਜ਼ਡ ਰਿਲੀਜਨ ਹੈ ਉਹਨੂੰ ਵੀ ਕਹਿ ਰਹੇ ਹੋ ਕਿ ਵੀ ਉਹ ਇਹਦਾ ਨਾਂ ਕਿ ਉਹਨਾਂ ਨੂੰ ਵੀ ਤੁਸੀਂ ਨਖੇੜ ਰਹੇ ਹੋ, ਤੇ ਦੂਜੇ ਪਾਸੇ ਤੁਸੀਂ ਆਪਣੀ ਜਿਹੜਾ ਮਸ਼ਵਰਾ ਆ ਉਹ ਹਰ ਬੰਦ ਚ ਦੇ ਰਹੇ ਹੋ। ਸੋ ਥੋੜੀ ਮੈਂ ਇੱਥੇ ਗੱਲ ਕਰਾਂ ਥੋੜੀ ਜਿਹੀ। ਮੇਰਾ ਖਿਆਲ ਹੈ ਉਹ ਰੈਸਿਪੀ ਦੇ ਰਹੇ ਨੇ ਕਿ ਚਾਰੋਂ ਨੈਣ ਗਡਾਗਡ ਕਿੱਦਾਂ ਹੋਣਗੇ। ਤੁਸੀਂ ਸੋਨਾ ਰੂਪਾ ਜਿਹੜਾ ਉਹ ਸਭ ਜਲਵੇ ਸੀ, ਉਹਦੇ ਵੱਲ ਨਾ ਜਾਓ ਤੇ ਹੋਰਨਾਂ ਨਾਲ ਹੱਸਦੀ ਖੇਡਦੀ ਤੇ ਇਹ ਕੰਮ ਨਾ ਕਰੋ, ਲੇਕਿਨ ਸਿਰਫ ਇੱਕ ਰੱਬ ਵੱਲ ਰਹੋ। ਮੇਰੇ ਖਿਆਲ ਚ ਉਹ ਇੱਕ ਰੈਸਿਪੀ ਹੈ ਉਹਦੀ। देखो गल ये है कि रब दा जिहड़ा तसव्वुर है ना इंसानां लई, बंदियां लई, रब ते इंसान ने आप ही बनाया है ना, उन्हें आप ही इमेजिन किया ना कि एक रब हुंदा है। रब दे बारे दे विच जिहड़ी एवोल्यूशन रब दे कॉन्सैप्ट विच होया है ਉਹ ਸਾਡੇ ਇੰਡੀਅਨ ਫਿਲਾਸਫੀ ਦੇ ਵਿੱਚ, ਪੰਜਾਬੀ ਫਿਲਾਸਫੀ ਦੇ ਵਿੱਚ ਉਹਦੀ ਐਨਾਲਿਟੀਕਲ ਸਟੱਡੀ ਨਹੀਂ ਕੀਤੀ ਗਈ, ਤੇ ਉਹ ਰੱਬ ਨੂੰ ਭਾਵੇਂ ਉਹ 11ਵੀਂ ਸਦੀ ਚ ਵਰਤਿਆ ਜਾ ਰਿਹਾ ਹੋਵੇ ਜਾਂ 16ਵੀਂ ਸਦੀ ਚ ਵਰਤਿਆ ਜਾ ਰਿਹਾ ਹੋਵੇ, ਤੇ ਉਹ ਰੱਬ ਦਾ ਇੱਕ ਹੀ ਮਤਲਬ ਲੈਂਦੇ ਨੇ। ਲੇਕਿਨ ਅਗਰ ਤੁਸੀਂ ਵੈਸਟਰਨ ਫਿਲਾਸਫੀ ਨੂੰ ਦੇਖੋ ਜਿਹੜੀ ਕਿ ਰੈਸ਼ਨਲਿਸਟ ਅਕਲੀ ਬੁਨਿਆਦਾਂ ਦੇ ਉੱਤੇ 16ਵੀਂ ਸਦੀ ਤੋਂ ਬਾਅਦ ਚੱਲੀ, ਉਹਦੇ ਵਿੱਚ ਅਗਰ ਤੁਸੀਂ ਵੇਖੋ ਤੇ ਜਿਹੜਾ
ਤਸੱਵਰ ਰੱਬ ਦਾ 16ਵੀਂ ਸਦੀ ਤੱਕ ਹੈ ਯੂਰਪੀਅਨ ਵੈਸਟਰਨ ਵਰਲਡ 'ਚ। ਉਹ ਇੱਕ ਪਰਸੋਨੀਫਾਈਡ ਐਕਸਟਰਨਲ ਬੀਇੰਗ ਦਾ ਹੈ, ਇੱਕ ਖੁਦਾ ਹੈਗਾ ਹੈ ਜਿਹੜਾ ਬਾਦਸ਼ਾਹ ਦੀ ਤਰ੍ਹਾਂ ਕਿਤੇ ਬੈਠਾ ਹੈ ਤੇ ਹੁਕਮ ਚਲਾ ਰਿਹਾ ਹੈ। ਇਹ ਤਸੱਵਰ ਹੈ। ਅੱਛਾ, ਇਹਦੇ ਪਿੱਛੇ ਅਗਰ ਜਾਓ ਤੁਸੀਂ, ਅਗਰ ਵੇਦਾਂ ਦੇ ਵਿੱਚ ਜਿਹੜੇ 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 ਵੇਦ ਨੇ, ਵੇਦਾਂ ਦੇ ਵਿੱਚ ਜਾਓ ਤੇ ਜਿਹੜਾ ਪਹਿਲਾ ਵੇਦ ਹੈ ਉਹ ਹੈਗਾ ਰਿਗਵੇਦ। ਤੇ ਰਿਗਵੇਦ ਵਿੱਚ ਜਿਹੜੇ ਗਾਡਸ ਨੇ, ਜਿਹੜੇ ਖੁਦਾ ਨੇ, ਦੇਵਤਾ ਨੇ, ਉਹ ਨੇਚਰ ਦੀਆਂ ਤਾਕਤਾਂ ਨੇ, ਔਰ ਉਹ ਬਿਲਕੁਲ ਇੰਝ ਹੀ ਨੇ ਜਿਵੇਂ ਤੁਹਾਡੇ ਯਾਰ ਬੇਲੀ ਨੇ, ਤੁਹਾਡੇ ਨਾਲ ਬੈਠੇ ਹੋਏ ਨੇ, ਪਰਸਨਲਾਈਜ਼ ਨੇ। ਉਹਨਾਂ ਦੇ ਵਿੱਚ ਕੋਈ ਅਜੇ ਬਹੁਤ ਹੀ ਖਿਆਲੀ ਐਬਸਟ੍ਰੈਕਸ਼ਨ ਨਹੀਂ ਹੈਗੀ। ਫਿਰ ਅਸੀਂ ਵੇਖਦੇ ਹਾਂ ਕਿ ਹੌਲੀ ਹੌਲੀ ਜਿਹੜਾ ਰੱਬ ਦਾ ਤਸੱਵਰ ਹੈ ਉਹ ਐਬਸਟ੍ਰੈਕਟ ਹੋ ਗਿਆ। ਐਬਸਟ੍ਰੈਕਟ ਤੋਂ ਮਤਲਬ ਇਹ ਹੈ ਕਿ ਉਹ ਇੱਕ ਬਾਦਸ਼ਾਹ ਦੀ ਤਰ੍ਹਾਂ ਬਣ ਗਿਆ ਜਿਹੜਾ ਅਰਸ਼ਾਂ ਦੇ ਉੱਤੇ ਬੈਠਾ ਹੈ ਤੇ ਉੱਥੋਂ ਬਹਿ ਕੇ ਦੁਨੀਆ ਨੂੰ ਚਲਾ ਰਿਹਾ ਹੈ ਤੇ ਦੁਨੀਆ ਨੂੰ ਘੁਮਾ ਰਿਹਾ ਹੈ ਤੇ ਸਾਰੇ ਕੰਮਾਂ ਨੂੰ ਕਰ ਰਿਹਾ ਹੈ। ਲੇਕਿਨ ਜਿਹੜਾ ਰੈਨੇ ਡਿਕਾਰਟ ਔਰ ਸਪੀਨੋਜ਼ਾ ਤੋਂ ਜਿਹੜਾ ਖੁਦਾ ਦਾ ਤਸੱਵਰ, ਔਰ ਖਾਸ ਤੌਰ ਤੇ ਸਪੀਨੋਜ਼ਾ ਤੋਂ ਜਿਹੜਾ ਖੁਦਾ ਦਾ ਤਸੱਵਰ ਆਇਆ, ਉਹ ਬਿਲਕੁਲ ਡਿਫਰੈਂਟ ਸੀ। ਉਹ ਤਸੱਵਰ ਇਹ ਸੀ ਕਿ ਖੁਦਾ ਜਿਹੜਾ ਹੈ ਉਹ ਬੇਸਿਕਲੀ ਨੇਚਰ ਦੇ ਕਾਨੂੰਨ ਹੈ, ਨੇਚਰ ਦੇ ਲਾਜ਼ ਨੇ, ਫਿਤਰਤ ਦੇ ਲਾਜ਼ ਨੇ। ਉਹਨਾਂ ਤੋਂ ਇਲਾਵਾ ਖੁਦਾ ਕੋਈ ਚੀਜ਼, ਖੁਦ ਦੀ ਕੋਈ ਆਪਣੀ ਲਹਿਦਾ ਪਰਸਨਲਾਈਜ਼ਡ ਹਸਤੀ ਨਹੀਂ ਹੈਗੀ। ਜਿਹੜੀ ਖੁਦਾ ਹੈ ਜਾਂ ਰੱਬ ਹੈ ਉਹ ਨੇਚਰ ਹੈ ਔਰ ਨੇਚਰ ਦੇ ਕਾਨੂੰਨ ਹੈ। ਮਤਲਬ ਉਹਦਾ ਇਹ ਸੀਗਾ, ਉਹਨਾਂ ਦਾ ਇਹ ਸੀਗਾ ਕਿ ਬਈ ਇਹ ਰੱਬ ਵੀ ਜਿਹੜਾ ਹੈ ਉਹ ਜਿਹੜੇ ਕਾਨੂੰਨ ਬਣੇ ਨੇ ਸੰਸਾਰ ਦੇ, ਰੱਬ ਵੀ ਉਹਨਾਂ ਨੂੰ ਵਾਇਲੇਟ ਨਹੀਂ ਕਰ ਸਕਦਾ। ਕਿਉਂਕਿ ਇਸ ਲਈ ਨਹੀਂ ਵਾਇਲੇਟ ਕਰ ਸਕਦਾ ਕਿਉਂਕਿ ਰੱਬ ਆਪ ਹੀ ਉਹਨਾਂ ਕਾਨੂੰਨਾਂ ਦਾ ਨਾਂ ਹੈ ਜਿਹੜੇ ਨੇਚਰ ਦੇ ਕਾਨੂੰਨ ਨੇ। ਸੋ ਇਹ 16ਵੀਂ 17ਵੀਂ ਸਦੀ 'ਚ ਯੂਰਪ ਦੇ ਵਿੱਚ ਇਹ ਕਾਨਸੈਪਟ ਸਪੀਨੋਜ਼ਾ ਦੇ ਹਵਾਲੇ ਦੇ ਨਾਲ ਆ ਗਿਆ ਸੀ। ਤੇ ਮੈਂ ਤੁਹਾਨੂੰ ਦੱਸਾਂ ਕਿ ਆਇਨਸਟਾਈਨ ਜਿਹੜਾ ਕਿ 20ਵੀਂ ਸਦੀ ਦਾ ਸਾਇੰਸਦਾਨ ਸੀ, ਤੇ ਉਹਨੂੰ ਪੁੱਛਿਆ ਗਿਆ ਕਿ ਤੇਰਾ ਖੁਦਾ ਦੇ ਬਾਰੇ 'ਚ ਕੀ ਖਿਆਲ ਹੈ। ਉਹਨੇ ਕਿਹਾ ਜੀ ਮੈਂ ਆਪਣਾ ਸਪੀਨੋਜ਼ਾ ਦੇ ਖੁਦਾ ਨੂੰ ਮੰਨਣਾ। ਸਪੀਨੋਜ਼ਾ ਦੇ ਖੁਦਾ ਦੇ ਵਿੱਚ ਨੇਚਰ ਔਰ ਰੱਬ ਇੱਕ ਹੀ ਚੀਜ਼ ਸਨ। ਨੇਚਰ ਹੀ ਰੱਬ ਹੈ ਔਰ ਰੱਬ ਹੀ ਨੇਚਰ ਹੈ। ਸੋ ਲਿਹਾਜ਼ਾ ਅਗਰ ਤੁਸੀਂ ਇਸ, ਔਰ ਮੇਰਾ ਆਪਣਾ ਇਹ ਖਿਆਲ ਹੈ ਕਿ ਜਿਹੜੀ ਸਾਡੀ ਪੰਜਾਬੀ ਕਲਾਸਿਕ ਹੈ ਉਹਦੇ ਵਿੱਚ ਜਿਹੜਾ ਰੱਬ ਦਾ ਤਸੱਵਰ ਹੈ ਉਹ ਬਿਲਕੁਲ, ਭਾਵੇਂ ਬਾਬਾ ਗੁਰੂ ਨਾਨਕ ਜੀ ਹੋਵਣ ਜਾਂ ਸ਼ਾਹ ਹੁਸੈਨ ਹੋਵਣ ਜਾਂ ਬਾਬਾ ਫਰੀਦ ਹੋਵਣ, ਉਹਨਾਂ ਦੇ ਵਿੱਚ ਜਾਂ ਵਾਰਿਸ ਸ਼ਾਹ ਹੋਵਣ, ਉਹਨਾਂ ਵਿੱਚ ਜਿਹੜਾ ਰੱਬ ਹੈ, ਰੱਬ ਨੇਚਰ ਦੇ ਕਾਨੂੰਨ ਨੇ। ਮੈਂ ਆਪਣਾ ਪੂਰਾ ਜਪਜੀ ਸਾਹਿਬ ਪੜ੍ਹਿਆ ਸੀ ਔਰ ਆਪਣੇ ਪੜ੍ਹਾਇਆ ਵੀ ਸੀ ਦੋਸਤਾਂ ਨੂੰ, ਤੇ ਉਹਦੇ ਵਿੱਚ ਵੀ ਮੈਂ ਇਹੋ ਡਿਸਕਵਰ ਕੀਤਾ ਸੀ ਕਿ ਰੱਬ ਜਿਹੜਾ ਹੈ ਉਹ ਨੇਚਰ ਹੈ, ਉਹ ਕਾਸਮਾਸ ਦਾ ਅਸੂਲ ਹੈ। ਸੋ ਅਗਰ ਤੁਸੀਂ ਰੱਬ ਨੂੰ ਨੇਚਰ ਸਮਝੋ, ਫਿਰ ਇਸ ਕਾਫੀ ਨੂੰ ਪੜ੍ਹੋ ਤੇ ਤੁਹਾਨੂੰ ਇਹਦਾ ਮਤਲਬ ਸਾਫ਼ ਹੋ ਜਾਏਗਾ।
ਨੀ ਤੈਨੂੰ ਰੱਬ ਨਾ ਭੁੱਲੀ, ਰੱਬ ਨਾ ਭੁੱਲਣ ਜਿਹਾ। ਰੱਬ ਜਿਹੜਾ ਉਹ ਭੁੱਲਣ ਅਗਲੀ ਹੈ ਨਹੀਂ, ਕਿਉਂਕਿ ਉਹ ਤੁਹਾਡੇ ਆਲ ਦੁਆਲੇ ਹਰ ਤਰਫ ਹੈ। ਉਹਦੇ ਨਾਲ ਕਨੈਕਟ ਕਰਨਾ ਤੁਹਾਡਾ, ਔਰ ਉਹ ਜਿਹੜਾ ਨਾ ਇਸ਼ਕ ਚ ਬਾਰੇ ਪਾਇਓ ਜਾਤੀ, ਉਹ ਵੀ ਨੇਚਰ ਦੇ ਨਾਲ ਜਾ ਕੇ ਜੁੜਨਾ ਹੈ। ਕਿ ਜੇ ਤੁਸੀਂ ਉਹਦੇ ਨਾਲ ਜੁੜ ਜਾਂਦੇ ਹੋ, ਜਾ ਕੇ ਉਹਦੇ ਨਾਲ ਵੰਨ ਹੋ ਜਾਂਦੇ ਹੋ, ਤੇ ਫਿਰ ਗਮ ਮੁੱਕ ਜਾਂਦੇ ਨੇ। ਲੇਕਿਨ ਇਹ ਹੈ ਕਿ ਪਹਿਲੇ ਤੁਸੀਂ ਇਹ ਰੀਅਲਾਈਜ਼ ਕਰੋ ਕਿ ਰੱਬ ਦਾ ਉਹ ਇਵਾਲਵ ਹੋਇਆ ਹੈ ਬਹੁਤ ਪੁਰਾਣਾ ਤੋਂ, ਐਬਸਟਰੈਕਟ ਹੋ ਕੇ, ਜਿਹੜਾ ਉਹ ਅਰਸ਼ਾਂ ਤੇ ਬੈਠਾ ਬਾਦਸ਼ਾਹ ਹੋ ਗਿਆ। ਤੇ ਫਿਰ ਉਹ ਅੱਗੇ ਜਾ ਕੇ ਜਿਹੜੀ ਮਾਡਰਨ ਪੀਰੀਅਡ ਹੈ, ਉਹਦੇ ਵਿੱਚ ਉਹ ਦੁਬਾਰਾ ਤੋਂ ਉਹਨੂੰ ਨੇਚਰ ਦੇ ਤੌਰ ਦੇ ਉੱਤੇ ਸਮਝਿਆ। ਸੋ ਇਸ ਹਵਾਲੇ ਨਾਲ ਤੁਸੀਂ ਇਸ ਸ਼ਾਹ ਹੁਸੈਨ ਦੀ ਕਾਫੀ ਦੀ ਵਿੱਚ ਰੱਬ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਥੋੜਾ ਜਿਹਾ ਮੈਂ ਵੀ ਗੱਲ ਕਰਾਂ? ਬਿਲਕੁਲ ਕਰੋ, ਹਰ ਬੰਦੇ ਨੂੰ ਹੱਕ ਹੈ। ਉਹ ਨਾ ਕੀ ਕਹਿੰਦੇ ਨਾ, ਉਹ ਗਲੀਆਂ ਦੇ ਵਿੱਚ ਫਿਰਨ ਨਮਾਨੇ ਵਤਨ ਕਿਤਾਬਾਂ ਚਾਹੀ ਹੋ, ਜਿੱਥੇ ਵੇਖਣ ਚੰਗਾ ਚੋਖਾ, ਪੜਨ ਕਲਾਮ ਸਵਾਈ ਹੋ। ਤੇ ਉਹ ਜਿਹੜਾ ਤੁਸੀਂ ਗੱਲ ਕੀਤੀ ਨਾ ਪੁਰਾਣੀ ਕਲਰਜੀ ਦੀ, ਇਹ ਰੱਬ ਜਿਹੜਾ ਕੁਝ ਲੋਕਾਂ ਦਾ ਕੈਰੀਅਰ ਹੁੰਦਾ, ਉਹਨਾਂ ਦਾ ਉਹ ਹੁੰਦਾ ਪੇਸ਼ਾ ਹੁੰਦਾ, ਮਜ਼ਹਬ ਉਹਨਾਂ ਦਾ ਕਾਰੋਬਾਰ ਹੁੰਦਾ, ਉਹਨੂੰ ਉਹਦੇ ਜ਼ਰੀਏ ਉਹਨਾਂ ਦੀ ਦੁਨੀਆ ਚੱਲਦੀ ਹੈ। ਜਦ ਕਿ ਜਿਹੜੇ ਸਾਡੇ ਕਹਿ ਲਓ ਜਿਹੜੇ ਲਿਖਣ ਵਾਲੇ ਸਨ, ਜਾਂ ਜਿੰਨੇ ਵੀ ਯੂਨੀਵਰਸਲੀ ਲਿਖਣ ਵਾਲੇ ਸਨ, ਉਹਨਾਂ ਨੇ ਰੱਬ ਦਾ ਕਨਸੈਪਟ ਜਾਂ ਜਿਹੜੀ ਉਹਦੀ ਗੱਲ ਕੀਤੀ, ਉਹ ਆਰਜ਼ੀ ਦੀ ਸੈਂਸ ਵਿੱਚ ਗੱਲ ਕੀਤੀ ਹੈ ਕਿ ਤੂੰ ਪੇਕੇ ਟੁੱਟ ਜਾਣਾ ਹੈ, ਜਾਂ ਤੇਰਾ ਤਾਣਾ ਬਾਣਾ ਜਿਹੜਾ ਉਹ ਟੁੱਟ ਜਾਣਾ ਹੈ, ਔਰ ਸਾਰਾ ਕੁਝ। ਤੇ ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਵੈਸੇ। ਤੇ ਇਹ ਜਿਹੜੇ ਇੰਨਾ ਹੀ ਫਰਕ ਸੀ ਕਿ ਉਹਨਾਂ ਦਾ ਕਾਰੋਬਾਰ ਰਿਹਾ, ਜਿਹੜੇ ਉਹਨਾਂ ਦਾ ਕੈਰੀਅਰ ਸੀ। ਜਿਹੜੇ ਲੋਕ ਸਨ ਨਾ ਰੱਬ ਦਾ ਉਹ ਕਨਸੈਪਟ ਦਿੰਦੇ ਸਨ, ਬਾਦਸ਼ਾਹ ਵਾਲਾ, ਕਲਰਜੀ ਵਾਲਾ, ਜਾਂ ਉਸੇ ਵੇਲੇ ਸਪੌਂਟੇਨੀਅਸ ਦੀ ਡਿਸੀਜ਼ਨ ਕਰਨ ਵਾਲਾ। ਜਿਹੜੇ ਦਰਵੇਸ਼ ਸਨ ਉਹ ਸਾਰੇ ਉਹਨੂੰ ਬਹਾਓ ਵਿੱਚ ਰੱਖਦੇ ਸਨ, ਰਵਾਨੀ 'ਚ ਰੱਖਦੇ ਸਨ। ਆਰਜ਼ੀ ਮਤਲਬ ਚੱਲਣ ਵਾਲੇ ਕੰਮ ਸਨ। ਇਹ ਬਹਾਰ ਆਈ, ਜਿਸ ਤਰ੍ਹਾਂ ਉਹ ਨਾ ਜੋ ਵੀ ਬਹਰਾਲ ਉਹ ਕਾਫੀ ਐਸ ਕਨਸੈਪਟ, ਬਸ ਇਹੀ ਮੈਂ ਕਹਿਣਾ ਸੀ ਜੀ। ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਕਿ ਜਿਹੜੀ, ਲੇਕਿਨ ਇਹ ਹੈ ਕਿ ਸਾਨੂੰ ਹੁਣ ਕਲਰਜੀ ਤੇ ਖੈਰ ਜੋ ਕਰ ਰਹੀ ਹੈ ਉਹ ਕਰ ਹੀ ਰਹੀ ਹੈ, ਔਰ ਕਲਰਜੀ ਸਾਰੇ ਮਜ਼ਹਬਾਂ ਦੀ ਇੱਕ ਹੀ ਕੁਛ ਕਰ ਰਹੀ ਹੈ। ਮੈਂ ਤੇ ਜ਼ਾਤੀ ਜ਼ਿੰਦਗੀ ਵਿੱਚ ਵੇਖਿਆ, ਕਿਉਂਕਿ ਮੈਂ ਸਾਰੇ ਮਜ਼ਹਬਾਂ ਦੇ ਨਾਲ ਮੇਲ ਜੋੜ ਰੱਖਿਆ, ਔਰ ਕਿਸੇ ਨਾਲ ਮੈਂ ਕੋਈ ਖਾਸ ਬਾਇਸ ਵੀ ਨਹੀਂ ਰੱਖਿਆ। ਤੇ ਮੈਨੂੰ ਤੇ ਇਹ ਲੱਗਾ ਕਿ ਸਾਰੀ ਕਲਰਜੀਜ਼ ਜਿਹੜੀਆਂ ਹੁੰਦੀਆਂ ਨੇ, ਭਾਵੇਂ ਮੁਸਲਮਾਨਾਂ ਦੀ ਹੋਵੇ, ਭਾਵੇਂ ਹਿੰਦੂਆਂ ਦੀ ਹੋਵੇ, ਤੇ ਭਾਵੇਂ ਸਿੱਖਾਂ ਦੀ ਹੋਵੇ, ਤੇ ਭਾਵੇਂ ਈਸਾਈਆਂ ਦੀ ਹੋਵੇ, ਉਹ ਕਲਰਜੀ ਦਾ ਬੇਸਿਕ ਜਿਹੜੀ ਰਵੱਈਆ ਹੁੰਦਾ ਹੈ, ਐਟੀਟਿਊਡ ਹੁੰਦਾ, ਉਹ ਇੱਕ ਹੀ ਹੁੰਦਾ ਹੈ। ਔਰ ਵੈਸੇ ਮੈਂ ਤੁਹਾਨੂੰ ਇੱਕ ਮਜ਼ੇ ਦੀ ਗੱਲ ਦੱਸਾਂ, ਤੁਸੀਂ ਆਪਣਾ ਇਹਨੂੰ ਮਾਈਂਡ ਨਾ ਕਰਨਾ, ਜੇ ਤੁਹਾਨੂੰ ਮਾਈਂਡ ਕਰਨ ਦੀ ਕੋਸ਼ਿਸ਼ ਹੋਵੇ ਤੇ ਉਹਨੂੰ ਮਾਫ ਕਰ ਦੇਣਾ, ਕਿ ਇਹ ਸਾਰੇ ਜਿਹੜੇ ਨੇ ਕਲਰਜੀ, ਜਿੰਨੀਆਂ ਵੀ ਕਲਰਜੀਜ਼ ਨੇ, ਇਹ ਸਾਰੀਆਂ ਹੋਮੋਸੈਕਸੁਅਲਸ ਨੇ। ਮਤਲਬ ਇਹ ਭਾਵੇਂ ਕੈਥੋਲਿਕ ਚਰਚ ਹੋਵੇ, ਕੈਥੋਲਿਕ ਚਰਚ ਦੇ ਬਾਰੇ ਦੇ ਵਿੱਚ ਤੇ ਪਿਛਲੇ 15-20 ਸਾਲਾਂ ਦੇ ਵਿੱਚ ਬਹੁਤ ਹੀ ਕਹਾਣੀਆਂ ਆ ਚੁੱਕੀਆਂ ਨੇ। ਤੇ ਜੇ ਤੁਸੀਂ ਸਮਝੋ ਇਹ ਕੈਥੋਲਿਕ ਤੱਕ ਲਿਮਿਟਡ ਹੈ, ਤੇ ਤੁਹਾਨੂੰ ਮੈਂ ਵਾਰਿਸ ਸ਼ਾਹ ਦੀ ਲਾਈਨ ਸੁਣਾਉਂਦਿਆਂ, ਵਾਰਿਸ ਸ਼ਾਹ ਵਿੱਚ ਹੁਜਰਿਆਂ ਫੇਲ ਕਰਦੇ, ਮੁੱਲਾਂ ਜੋਤਰੇ ਲਾਉਂਦੇ ਵਾਹੀਆਂ ਨੂੰ।
ਇਹ ਸਾਰੇ ਡੀਜਨਰੇਟਡ ਕਿਸਮ ਦੇ ਲੋਕ ਹੁੰਦੇ ਨੇ ਜਿਹੜੇ ਕਿ ਡੀਜਨਰੇਸ਼ਨ ਦੇ ਵਿੱਚ ਉਹ ਕੰਮ ਕਰਦੇ ਨੇ ਜਿਹੜੇ ਨੇਚਰ ਦੇ ਮੁਤਾਬਕ, ਕਿਉਂਕਿ ਨੇਚਰ ਤੋਂ ਏਲੀਏਨੇਟਡ ਨੇ ਉਹ। ਵੈਸੇ ਤੁਸੀਂ ਜਿਹੜੀ ਪਹਿਲੇ ਗੱਲ ਕੀਤੀ ਹੈ ਨਾ ਰੱਬ ਦੇ ਕਨਸੈਪਟ ਦੇ ਬਾਰੇ ਚ, ਉਹ ਤੇ ਬਿਲਕੁਲ ਠੀਕ ਹੈ ਕਿ ਨੇਚਰ ਹੀ ਹੈ, ਔਰ ਅਗਰ ਨੇਚਰ ਨੂੰ ਹੀ ਰੱਬ ਦਾ ਨਾਂ ਦਿੱਤਾ ਜਾਏ ਤੇ ਗੱਲ ਤੇ ਉੱਥੇ ਹੀ ਆ ਜਾਂਦੀ ਹੈ ਨਾ ਕਿ ਕੋਈ ਉਹਨੂੰ ਨੇਚਰ ਕਹਿ ਦੇਵੇ, ਕੋਈ ਉਹਨੂੰ ਰੱਬ ਕਹਿ ਦੇਵੇ, ਗੋਡ ਕਹਿ ਦੇਵੇ, ਭਗਵਾਨ ਕਹਿ ਦੇਵੇ, ਕੁਛ ਵੀ ਕਹਿ ਦੇਵੇ, ਉਹ ਸਾਰੇ ਸਿਸਟਮ ਨੂੰ ਜਿਹੜਾ ਨੇਚਰ ਦਾ ਸਿਸਟਮ ਹੈ ਉਹਨੂੰ ਇੱਕ ਨਾਂ ਦੇ ਕੇ ਤੇ ਉਹਨੂੰ ਬਜਾਏ ਦੇ ਕੇ ਵੱਖਰੀਆਂ ਵੱਖਰੀਆਂ ਉਹਦੀਆਂ ਪਰਤਾਂ ਦੱਸੇ ਕਿ ਇਹ ਵੀ ਇਹ ਹਵਾ ਵੇ, ਧੁੱਪ ਹੈ, ਹਨੇਰੀ ਹੈ, ਫਲਾਣਾ ਹੈ, ਗਰਮੀ ਹੈ, ਸਰਦੀ ਹੈ, ਉਹਨੇ ਕਿਹਾ ਜੀ ਰੱਬ ਹੈ। ਗੱਲ ਇੱਕੋ ਨਾਂ ਤੇ ਦਿਓ। ਇੱਕ ਗੱਲ ਤੁਹਾਨੂੰ ਦੱਸਾਂ, ਤੁਸੀਂ ਉਹ ਨੇਚਰ ਦੇ ਅਗੇਂਸਟ ਕਿਹਾ ਤੇ ਤੁਹਾਨੂੰ ਇਹਦੇ ਉੱਤੇ ਜ਼ਿਆਦਾ ਫਤਵੇ ਲੱਗ ਸਕਦੇ ਨੇ, ਖਾਸ ਤੌਰ ਤੇ ਹੋਮੋਸੈਕਸੁਅਲਿਟੀ ਦੇ ਬਾਰੇ। ਹਾਂਜੀ ਬਿਲਕੁਲ ਖਾਸ ਤੌਰ ਤੇ ਕੈਨੇਡਾ ਵਿੱਚ ਅੱਜ ਕੱਲ ਦੇ ਜ਼ਮਾਨੇ 'ਚ ਇਹ ਹੈ ਕਿ ਫਤਵੇ ਜਿਨ੍ਹਾਂ ਨੇ ਲਾਉਣੇ ਨੇ ਨਾ, ਉਹਨਾਂ ਨੇ ਤੇ ਕਿਸੇ ਨਾ ਕਿਸੇ ਵਜ੍ਹਾ ਤੋਂ ਲਾ ਹੀ ਜਾਣਾ। ਇਸ ਲਈ ਫਤਵੇ ਲਾਉਣ ਵਾਲਾ ਫਿਕਰ ਨਾ ਕਰੋ, ਉਹ ਗੱਲ ਕਰੋ ਜਿਹੜੀ ਤੁਹਾਡੇ ਮਨ ਨੂੰ ਲੱਗਦੀ ਹੈ। ਹਾਂਜੀ, ਫਤਵੇ ਨਾ ਲਾਣਗੇ ਤੇ ਉਹਨਾਂ ਦੀ ਰੋਟੀ ਕਿੱਥੋਂ ਚੱਲੇਗੀ, ਉਹਨਾਂ ਦੇ ਬਿਲਕੁਲ ਖਾਣਾ ਪੀਣਾ ਤੇ ਉਹਨਾਂ ਦੀਆਂ ਮੈਂ ਤੁਹਾਨੂੰ ਉਸ ਸਪੀਨੋਜ਼ਾ ਦਾ ਜ਼ਿਕਰ ਕਰ ਰਿਹਾ ਸਾਂ। ਉਹ ਮੈਨੂੰ ਅਸਲ 'ਚ ਜ਼ਿਆਦਾ ਹੋਈ ਇਸ ਵਾਸਤੇ ਮੇਰੇ ਜ਼ਿਹਨ ਤੇ ਹੈ ਕਿ ਮੈਂ ਅੱਜ ਕੱਲ੍ਹ ਉਹ ਕਿਤਾਬ ਮੁਕੰਮਲ ਕਰ ਰਿਹਾ ਸਪੀਨੋਜ਼ਾ ਤੇ ਉਹਨੂੰ, ਉਹ ਯਹੂਦੀ ਸੀ, ਸਫਾਰਡਿਕ ਯਹੂਦੀ ਸੀ ਤੇ ਯਹੂਦੀਆਂ ਦੇ ਮਦਰਸੇ ਵਿੱਚ ਪੜ੍ਹਦਾ ਸੀ ਉਹ, ਤਾਲਮੁਦ ਉੱਥੇ ਹਾਲੈਂਡ ਦੇ ਵਿੱਚ, ਤੇ ਉਹਨੂੰ ਉਹਨਾਂ ਨੇ ਕਾਫਰ ਕਰਾਰ ਦੇ ਕੇ ਤੇ ਕਮਿਊਨਿਟੀ ਦੇ ਵਿੱਚੋਂ ਉਹਨੂੰ ਐਕਸਕਮਿਊਨੀਕੇਟ ਕਰ ਦਿੱਤਾ। ਅੱਛਾ, ਹੁਣ ਦਿਲਚਸਪ ਗੱਲ ਦੇਖੋ, ਇਹ 2 ਸਾਲ ਪਹਿਲੇ ਇੱਕ ਯਹੂਦੀ ਐਕਸਪਰਟ ਜਿਹੜਾ ਕਿ ਉਹਦੇ ਤੇ ਕੰਮ ਕਰ ਰਿਹਾ ਸੀ ਆਪਣਾ ਸਪੀਨੋਜ਼ਾ ਤੇ ਉਹਨੇ ਉਹਦੇ ਹੱਕ ਵਿੱਚ ਗੱਲ ਕੀਤੀ ਤੇ ਉਸੇ ਹੀ ਸੈਨਾਗੋਗ ਨੇ, ਯਹੂਦੀਆਂ ਦੇ ਇੰਸਟੀਟਿਊਸ਼ਨ ਨੇ ਉਹਨੂੰ ਵੀ ਬੈਨ ਕਰ ਦਿੱਤਾ। ਯਾਨੀ 400 ਸਾਲਾਂ ਵਿੱਚ ਉਹ ਭੁੱਲੇ ਨਹੀਂ ਕਿ ਉਹਨੇ ਸਾਡੇ ਖਿਲਾਫ ਬਗਾਵਤ ਕੀਤੀ ਸੀ। ਹਾਂਜੀ, ਤੇ ਪੁੱਲੇ ਸ਼ਾਹ ਦਾ ਵੀ ਜਨਾਜ਼ਾ ਪੜ੍ਹਾਉਣ ਤੋਂ ਇਨਕਾਰ ਕਰਤਾ ਸੀ ਨਾ। ਬਿਲਕੁਲ, ਉਹਦਾ ਜਨਾਜ਼ਾ ਕਿਵੇਂ ਹੋ ਸਕਦਾ ਸੀ? ਉਹ ਤੇ ਹੋ ਨਹੀਂ ਸੀ ਸਕਦਾ। ਸਾਡਾ ਪਤਾ ਨਹੀਂ ਕਿਸੇ ਨੇ ਪੜਾਉਣਾ ਹੈ ਕਿ ਨਹੀਂ ਪੜਾਉਣਾ, ਇਹ ਤੇ ਦੇਖਣ ਵਾਲੀ ਗੱਲ ਹੈ। ਇੱਕ ਡਾਕਟਰ ਸਾਹਿਬ, ਮੈਂ ਬੂਟਾ ਹੋਰਾਂ ਨੇ ਜਿਸ ਤਰ੍ਹਾਂ ਗੱਲ ਕੀਤੀ ਹੈ ਕਿ ਜੇ ਰੱਬ ਦੇ ਕਨਸੈਪਟ ਨੂੰ ਲੈ ਕੇ ਸਾਰੀ ਦੀ ਸਾਰੀ ਕਾਫੀ ਨੂੰ ਪੜ੍ਹੀਏ ਤਾਂ ਆਮ ਲੋਕ, ਬਹੁਤੇ ਲੋਕ ਬੜੀ ਜਲਦੀ ਸਮਝ ਜਾਂਦੇ ਨੇ, ਤੇ ਜੇ ਅਸੀਂ ਯੂਨੀਵਰਸਲ ਲਾ ਦੀ ਗੱਲ ਦੇ ਥਰੂ ਸਮਝਾਉਣ ਦੀ ਕੋਸ਼ਿਸ਼ ਕਰੀਏ ਤੇ ਮੇਰਾ ਖਿਆਲ ਹੈ ਇੰਪੋਸੀਬਲ ਗੱਲ ਹੀ ਹੈ ਕਿ ਬਹੁਤੇ ਲੋਕ ਇਸ ਚੀਜ਼ ਨੂੰ ਸਮਝ ਸਕਣ। ਇਹ ਤਾਂ ਮੇਰਾ ਖਿਆਲ ਹੈ ਕਿ ਰੱਬ ਦੇ ਕਨਸੈਪਟ ਨਾਲ ਇੱਕਦਮ ਲੋਕਾਂ ਦੇ ਦਿਮਾਗ 'ਚ ਗੱਲ ਉਹੀ ਜਾਂਦੀ ਨੇ। ਨਹੀਂ, ਮਸਲਾ ਇਹ ਹੈ ਕਿ ਫਿਰ ਮੈਂ ਜਿਹੜਾ ਆਮ ਬੰਦਾ ਹੈ, ਤੁਸੀਂ ਉਹਨੂੰ ਪੁੱਛੋ ਕਿ ਜਿਹੜਾ ਸ਼ਾਹ ਹੁਸੈਨ ਆਮ ਖੁੱਲੇ ਸਾਰਿਆਂ ਦੇ ਸਾਹਮਣੇ ਸ਼ਰਾਬ ਪੀਂਦਾ ਸੀ, ਮੁੰਡੇ ਦੇ ਨਾਲ ਉਹਦਾ ਇਸ਼ਕ ਸੀ, ਠੀਕ? ਹਾਂਜੀ, ਡਾਂਸ ਕਰਦਾ ਸੀ,
ਇਹ ਸਭ ਕੁਝ ਕਰਦਿਆਂ ਉਹਦਾ ਰੱਬ ਦੇ ਨਾਲ ਇੰਨਾ ਕਰੀਬੀ ਤਾਲੁਕ ਕੀ ਸੀਗਾ? ਦੱਸੋ। ਸਾਡੀ ਜਿਹੜੀ ਟ੍ਰੈਡੀਸ਼ਨਲ ਐਥਿਕਸ ਹੈ ਉਹਦੇ ਵਿੱਚ ਇਹੋ ਜਿਹਾ ਬੰਦਾ ਵੈਸੇ ਹੀ ਕਾਫਰ ਹੁੰਦਾ ਹੈ ਜਿਹੜਾ ਔਰਤ ਦੀ ਬਜਾਏ ਮੁੰਡੇ ਨਾਲ ਮੁਹੱਬਤ ਕਰ ਰਿਹਾ ਹੈ, ਖੁੱਲਮ ਖੁੱਲਾ ਸ਼ਰਾਬ ਪੀ ਰਿਹਾ ਹੈ, ਖੁੱਲਮ ਖੁੱਲਾ ਜਿਹੜਾ ਉਹ ਗਲੀਆਂ 'ਚ ਡਾਂਸ ਕਰ ਰਿਹਾ ਹੈ, ਤੇ ਉਹਨੂੰ ਉਹ ਤੇ ਵੈਸੇ ਹੀ ਜਿਹੜਾ ਐਕਸਕਮਿਊਨੀਕੇਟਡ ਬੰਦਾ ਹੋਣਾ ਚਾਹੀਦਾ। ਪਰ ਤੁਸੀਂ ਮੈਨੂੰ ਇਹ ਦੱਸੋ ਕਿ ਉਹ ਬੰਦਾ ਜਿਹੜਾ ਹੈ ਉਹ ਰੱਬ ਦੀ ਗੱਲ ਕਰ ਰਿਹਾ, ਨਹੀਂ ਤੈਨੂੰ ਰੱਬ ਨਾ ਭੁੱਲੀ, ਰੱਬ ਨੂੰ ਯਾਦ ਰੱਖ। ਉਹ ਬੰਦਾ ਜਿਹਨੂੰ ਤੁਸੀਂ ਜਿਹਦੇ ਵਿੱਚ ਸਾਰੇ ਭੈੜ ਨੇ ਤੁਹਾਡੇ ਨੁਕਤਾ ਨਜ਼ਰ ਨਾਲ, ਉਹ ਤੁਹਾਨੂੰ ਰੱਬ ਦੀ ਗੱਲ ਦੱਸ ਰਿਹਾ। ਉਹ ਰੱਬ ਕੀ ਹੋਏਗਾ? ਅਮਰਜੀਤ ਜੀ ਇਹ ਦੱਸੋ ਨਾ ਤੁਸੀਂ ਗੱਲ। ਹਾਂਜੀ, ਮੈਂ ਉਹੀ ਗੱਲ ਕਰ ਰਿਹਾ ਕਿ ਇਹ ਰੱਬ ਦਾ ਇੰਨਾ ਸਿੰਪਲੀਫਾਈਡ ਕਨਸੈਪਟ ਜਿਹੜਾ ਆਮ ਲੋਕਾਂ ਤੇ ਪਹੁੰਚਾ ਦੇਣਾ, ਦੇ ਯੂਨੀਵਰਸਲ ਲਾਅ ਦੀ ਜਿੱਦਾਂ ਨੇਚਰ ਦੀ ਗੱਲ ਕਰਦੇ ਉਹਨੂੰ ਸਿੰਪਲੀਫਾਈ ਕਰਕੇ ਜੇ ਕਰ ਸਕਦੇ ਹੋ ਤਾਂ ਲੋਕ ਉਸ ਤਰੀਕੇ ਨਾਲ ਸਮਝਣਗੇ। ਪਰ ਇਹ ਸਾਨੂੰ ਸਟਰਗਲ ਬੜੀ ਹੋ ਰਹੀ ਹੈ ਯੂਨੀਵਰਸਲ ਲਾਅ ਨੂੰ ਸਮਝਣ ਦੀ। ਆਮ ਕਾਮਨ ਮੈਨ ਤੇ ਸਮਝ ਨਹੀਂ ਸਕਦਾ ਇਸ ਚੀਜ਼ ਨੂੰ। ਰੱਬ ਦਾ ਕਨਸੈਪਟ ਤਾਂ ਸਟ੍ਰੇਟ ਫਾਰਵਰਡ ਐਨ ਲੋਕਾਂ ਦੇ ਦਿਮਾਗਾਂ 'ਚ ਬੈਠਾ ਪਿਆ ਕਿ ਰੱਬ ਹੀ ਬਸ ਰੱਬ ਹੈ। ਯੂਨੀਵਰਸਲ ਲਾਅ ਨੂੰ ਸਮਝਣਾ ਬੜਾ ਮੁਸ਼ਕਲ ਹੈ। ਨਹੀਂ, ਤੁਸੀਂ ਇੰਪੀਰੀਕਲੀ ਗੱਲ ਸਹੀ ਕਰ ਰਹੇ ਹੋ। ਹਾਂਜੀ, ਤੁਸੀਂ ਇੰਪੀਰੀਕਲੀ ਗੱਲ ਸਹੀ ਕਰ ਰਹੇ ਹੋ ਕਿ ਆਮ ਬੰਦੇ ਲਈ ਉਸ ਯੂਨੀਵਰਸਲ ਨੇਚਰ ਦੇ ਕਨਸੈਪਟ ਨੂੰ ਸਮਝਣਾ ਮੁਸ਼ਕਿਲ ਹੈ। ਲੇਕਿਨ ਤੁਸੀਂ ਜਿਹੜਾ ਐਟੀਟਿਊਡ ਹੈ ਆਮ ਲੋਕਾਂ ਦਾ, ਕਮ ਸੇ ਕਮ ਜਿੱਥੋਂ ਤੱਕ ਮੈਂ ਜਾਣਨਾ ਹੈ ਕਿ 1970s ਤੱਕ ਪੰਜਾਬ ਦੇ ਵਿੱਚ ਹਿੰਦੂ ਹੋਣ, ਸਿੱਖ ਹੋਣ ਜਾਂ ਮੁਸਲਮਾਨ ਹੋਣ, ਉਹ ਆਰਗੇਨਾਈਜ਼ਡ ਰਿਲੀਜਨ ਨੂੰ ਨਹੀਂ ਸੀ ਮੰਨਦੇ। Well, up until the 70s. Yes. Seriously? ਸਿੱਖਾਂ ਦੇ ਪਿੰਡਾਂ ਦੇ ਵਿੱਚ ਹੁੱਕਾ ਪੀਤਾ ਜਾਂਦਾ ਸੀ। ਸਾਡੇ ਪਿੰਡ ਵਿੱਚ ਜਦੋਂ ਮੈਂ ਗਰੋ ਕਰ ਰਿਹਾ ਸਾਂ ਤੇ ਤੁਸੀਂ ਅਗਰ ਰੋਜ਼ਿਆਂ ਦੇ ਦਿਨਾਂ ਵਿੱਚ ਸਾਰਿਆਂ ਦੇ ਸਾਹਮਣੇ ਬੈਠ ਕੇ ਰੋਟੀ ਖਾਓ ਤੇ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਸੀ ਹੁੰਦੀ। ਜਿਹੜੇ ਰੈਸਟੋਰੈਂਟ ਨੇ ਉਹ ਵੀ ਚੱਲਦੇ ਸਨ, ਸਿਰਫ ਉਹ ਛੋਟਾ ਜਿਹਾ ਪਰਦਾ ਅੱਗੇ ਤਾਣ ਲੈਂਦੇ ਸਨ। ਕਿਉਂ ਜਾਵੇ, ਤੈਨੂੰ ਯਾਦ ਹੈ ਨਾ? ਬਿਲਕੁਲ, ਮੈਂ ਤੁਹਾਡੀ ਗੱਲ ਨਾਲ ਐਗਰੀ ਕਰਨਾ। ਲੇਕਿਨ ਡਾਕਟਰ ਸਾਹਿਬ, ਗੱਲ ਇਹ ਕਿ ਆਰਗੇਨਾਈਜ਼ਡ ਰਿਲੀਜਨ ਜਿਹੜਾ ਹੈ ਨਾ, ਉਹ ਐਸਾ ਨਹੀਂ ਕਿ ਹੁੱਕਾ ਪੀਣਾ ਜਾਂ ਰਮਜ਼ਾਨ ਦੇ ਵਿੱਚ ਪਰਦੇ ਦੇ ਪਿੱਛੇ ਬੈਠ ਕੇ ਰੋਟੀ ਖਾ ਲੈਣੀ, ਉਹ ਨਹੀਂ। ਉਹਦੀਆਂ ਬਹੁਤ ਸਾਰੀਆਂ ਜਿਹੜੀਆਂ ਪਰਤਾਂ ਨੇ ਜਿਹੜੀਆਂ ਲੋਕਾਂ ਦੀ ਅਮਲੀ ਜ਼ਿੰਦਗੀ, ਪ੍ਰੈਕਟੀਕਲ ਲਾਈਫ ਨਾਲ ਜਿਨ੍ਹਾਂ ਦਾ ਤਾਲੁਕ ਸੀ, ਉਹ ਬਦਲੀਆਂ ਨੇ 70s ਤੋਂ ਬਾਅਦ। 70s ਤੋਂ ਪਹਿਲੇ ਜਿਹੜੀ ਪ੍ਰੈਕਟੀਕਲ, ਮੇਰੇ ਖਿਆਲ ਦੇ ਵਿੱਚ ਜਿਹੜੀ ਮੇਰੀ ਆਬਜ਼ਰਵੇਸ਼ਨ ਹੈ ਉਹ ਇਹ ਹੈ ਕਿ ਉੱਪਰੋਂ ਤੇ ਇੱਕ ਬੰਦਾ ਪੰਜਾਬੀ ਮੁਸਲਮਾਨ ਸੀ, ਇੱਕ ਹਿੰਦੂ ਸੀ, ਇੱਕ ਸਿੱਖ ਸੀ, ਪਰ ਉਹਦੀਆਂ ਜਿਹੜੀਆਂ ਬੇਸਿਕ ਮਾਨਤਾਵਾਂ ਸਨ, ਉਹਦੇ ਬੇਸਿਕ ਬਿਲੀਫ ਜਿਹੜੇ ਸਨ, ਉਹ ਤਕਰੀਬਨ ਇੱਕ ਹੀ ਸਨ। ਹਾਂ, ਇਹ ਗੱਲ ਮੰਨਣੀ ਚਾਹੁੰਦੀ ਹੈ ਕਿ ਜਿਸ ਤਰ੍ਹਾਂ ਖੈਰ ਹੁਣ ਬੜੀਆਂ ਲੰਮੀ ਚੌੜੀ ਗੱਲ ਹੋ ਜਾਏਗੀ ਕਿ
ਸਿੱਖਾਂ ਦੇ ਵਿੱਚ ਸਿਗਰਟ ਪੀਣਾ ਜਿਹੜਾ ਤੰਬਾਕੂ ਉਹ ਮਨਾ ਹੈ, ਮੁਸਲਮਾਨਾਂ ਦੇ ਵਿੱਚ ਸ਼ਰਾਬ ਮਨਾ ਹੈ, ਪਰ ਉਹ ਜਿਸਲੇ ਰਲ ਕੇ ਬਹਿੰਦੇ ਸਨ ਸੁਸਾਇਟੀ ਦੇ ਵਿੱਚ ਉਹ ਸਾਰੇ ਕੰਮ ਕਰਦੇ ਸਨ। ਮਤਲਬ ਇਹ ਹੈ ਕਿ ਇਹ ਵੀ ਤੇ ਵੇਖਣ ਵਾਲੀ ਗੱਲ ਹੈਗੀ ਹੈ ਨਾ। ਔਰ ਹਿੰਦੂ ਜਿਹੜੇ ਨੇ ਉਹਨਾਂ ਦੇ ਵਿੱਚ ਗੋਸ਼ਤ ਖਾਣਾ ਮਨਾ ਸੀ ਤੇ ਉਹ ਵੀ ਰਲ ਬਹਿੰਦੇ ਸਨ ਤੇ ਖਾ ਲੈਂਦੇ ਸਨ, ਲੇਕਿਨ ਉਹਦੇ ਇਲਾਵਾ ਜਿਹੜਾ ਹੈ ਸੀ ਉਹ ਤੇ ਹੈ ਸੀ ਉਹ ਸੁਸਾਇਟੀ ਦੇ ਗੱਲ ਵਿੱਚ। ਇਹ ਹੈਗੀ ਹੈ ਕਿ ਜਿਹੜੀ ਆਈਡੀਓਲੋਜੀ ਪੰਜਾਬ ਦੀ ਜਾਂ ਇਹਨਾਂ ਐਗਰੀਰੀਅਨ ਸੁਸਾਇਟੀ ਦੀ ਸੀ, ਉਹ ਕਾਮਨ ਸੀ ਕਿ ਜਿੰਨ ਪਰੀਆਂ ਤੇ ਇੱਕ ਦੁਨੀਆ ਹੁੰਦੀ ਹੈ ਜਿਹੜੀ ਸਾਡੇ ਤੇ ਅਸਰ ਕਰਦੀ ਹੈ। ਉਹ ਜਿਹੜੀ ਸੁਪਰ ਨੈਸ਼ਨਲ ਬੀਇੰਗਸ ਦੀ ਜਿਹੜੀ ਐਗਜ਼ਿਸਟੈਂਸ ਹੈ, ਉਹਦੀ ਜਿਹੜੀ ਕੰਪੋਜ਼ਿਟ ਹੈ, ਉਹਨੂੰ ਸਾਰੇ ਹਿੰਦੂ ਵੀ, ਸਿੱਖ ਵੀ ਤੇ ਮੁਸਲਮਾਨ ਵੀ ਮੰਨਦੇ ਸਨ। ਹਾਂ, ਆਪਣੇ ਆਪਣੇ ਗੁਰੂ ਕੋਲ ਜਾਂਦੇ ਸਨ ਜਾਂ ਆਪਣੇ ਆਪਣੇ ਪੀਰ ਕੋਲ ਜਾਂਦੇ ਸਨ ਤੇ ਉਹਨਾਂ ਕੋਲੋਂ ਤਵੀਜ਼ ਲੈ ਕੇ ਆਉਂਦੇ ਸਨ। ਮਤਲਬ ਹਿੰਦੂ ਤੇ ਸਿੱਖ ਉਹ ਮੁਸਲਮਾਨ ਪੀਰਾਂ ਕੋਲ ਵੀ ਜਾਂਦੇ ਸਨ ਤੇ ਉਹਨਾਂ ਕੋਲੋਂ ਤਵੀਜ਼ ਲੈ ਕੇ ਆਉਂਦੇ ਸਨ। ਮੁਮਤਾਜ਼ ਮੁਫਤੀ ਨਾ, ਉਹਦੀ ਕਿਤਾਬ ਹੈ ਅਲੀਪੁਰ ਪਹਿਲੀ, ਤੇ ਉਹ ਕਹਿੰਦਾ ਉਹਦੀ ਨਾ ਇੱਕ ਸਕੂਲ ਟੀਚਰ ਦੇ ਤੌਰ ਤੇ ਇੱਕ ਪਿੰਡ 'ਚ ਅਪਾਇੰਟਮੈਂਟ ਹੋ ਗਈ ਤੇ ਉਹਨੂੰ ਪੁੱਛਿਆ ਕਿਸੇ ਕੋਲੋਂ ਕਿ ਇੱਥੇ ਕੋਈ ਮੁਸਲਮਾਨ ਰਹਿੰਦਾ ਜਿਹਦੇ ਹੱਥੋਂ ਮੈਂ ਖਾਣਾ ਖਾਣ ਗਿਆ। ਕਹਿੰਦਾ ਪਤਾ ਕੀਤਾ, ਇੱਕ ਬੰਦਾ ਸੀ ਰਾਮ, ਤੇ ਉਹ ਰਾਮ ਸੀ ਉਹਦਾ, ਨਹੀਂ ਰਾਮਦੀਨ ਉਹਦਾ ਨਾਂ ਸੀ, ਤੇ ਉਹਦੇ ਕੋਲ ਚਲਾ ਕੇ ਕਹਿੰਦਾ ਯਾਰ ਤੂੰ ਮੁਸਲਮਾਨ ਆ? ਕਹਿੰਦਾ ਜੀ ਭਗਵਾਨ ਕੀ ਕਿਰਪਾ ਸੇ ਮੈਂ ਮੁਸਲਮਾਨ ਉਹ ਚੂੰਕਿ ਸਾਰਾ ਜਿਹੜਾ ਏਰੀਆ ਸੀ ਉਹ ਹੈ ਸੀ ਦੂਸਰੇ ਮਜ਼ਹਬ ਦਾ, ਤੇ ਉਹਨੇ ਵੀ ਇਹੀ ਲਰਨ ਕਰ ਲਿਆ। ਨਹੀਂ, ਇਹ ਤੇ ਆਪਣਾ ਖਾਜਾ ਗੁਲਾਮ ਫਰੀਦ ਦੀ ਜਿਹੜੀ ਯਾਦਦਾਸ਼ਤਾਂ ਨੇ ਉਹ ਤੁਸੀਂ ਕਦੀ ਪੜ੍ਹੋ, ਬੜੀ ਤੁਹਾਨੂੰ ਉਹ ਤੋਂ ਪਤਾ ਲੱਗੇਗਾ। ਮਕਾਬੀਸੁਲ ਮਜਾਲਸ, ਉਸ ਕਿਤਾਬ ਦਾ ਨਾਮ ਹੈ ਮਕਾਬੀਸੁਲ ਮਜਾਲਸ, ਤੇ ਉਹ ਕੋਈ 1000 ਸਫ਼ੇ ਦੀ ਕਿਤਾਬ ਹੈ। ਤੇ ਉਹ ਵੀ ਉਹਨਾਂ ਚੰਦ ਕਿਤਾਬਾਂ ਚੋਂ ਹੈ ਜਿਹੜੀਆਂ ਮੈਂ ਆਪਣੇ ਲੁਕਾ ਕੇ ਰੱਖਣਾ ਹੈ ਕਿ ਕੋਈ ਲੈ ਨਾ ਜਾਵੇ। ਤੇ ਮਕਾਬੀਸੁਲ ਮਜਾਲਸ ਦੇ ਵਿੱਚ ਖਾਜਾ ਫਰੀਦ ਜਿਹੜੇ ਨੇ ਉਹ ਕਹਿੰਦੇ ਨੇ ਕਿ ਇੱਕ ਕੁਛ ਲੋਕ ਆਏ ਤੇ ਉਹਨਾਂ ਨੇ ਕਿਹਾ ਕਿ ਜੀ ਅਸੀਂ, ਮੈਨੂੰ ਨਾਂ ਭੁੱਲ ਗਿਆ ਉਹਨਾਂ ਦੇ ਮਜ਼ਹਬ ਦਾ ਕੀ ਨਾਂ ਸੀ, ਕਿ ਅਸੀਂ ਇਸ ਮਜ਼ਹਬ ਦੇ ਹਾਂ, ਅਸੀਂ ਕੁਰਾਨ ਵੀ ਪੜ੍ਹਨੇ ਆ ਤੇ ਅਸੀਂ ਵੇਦ ਵੀ ਪੜ੍ਹਨੇ ਆ, ਅਸੀਂ ਦੋਵਾਂ ਨੂੰ ਇੱਕੋ ਜਿਹਾ ਮੰਨਦੇ ਤੇ ਉਹਦੇ ਮੁਤਾਬਕ ਅਮਲ ਕਰਨੇ। ਤੇ ਉਹ ਬੜੀ ਦਿਲਚਸਪ ਕਿਤਾਬ ਹੈ ਤੇ ਉਹ ਮਿਲਦੀ ਹੈ ਪਾਕਿਸਤਾਨ 'ਚ, ਮਕਾਬੀਸੁਲ ਮਜਾਲਸ। ਤੇ ਉਹ ਕਦੀ ਤੁਹਾਨੂੰ ਅਗਰ ਮੌਕਾ ਮਿਲੇ, ਖਾਜਾ ਸਾਹਿਬ, ਕਿਉਂਕਿ ਖਾਜਾ ਗੁਲਾਮ ਫਰੀਦ ਸਾਹਿਬ ਬੜੀ ਦਿਲਚਸਪ ਪਰਸਨੈਲਿਟੀ ਸਨ। ਮਸਲਨ ਉਹਨਾਂ ਨੇ ਜਿਹੜਾ ਹੈ ਉਹ ਮਿਊਜ਼ੀਸ਼ੀਅਨ ਨੂੰ ਸੱਦਿਆ, ਕਵਾਲਾਂ ਨੂੰ, ਤੇ ਮਸੀਤ ਦੇ ਅੰਦਰ ਬਹਿ ਕੇ ਸਾਰਾ ਦਿਨ ਉਹਨਾਂ ਦੀ ਕਵਾਲੀ ਸੁਣਦੇ ਰਹੇ। ਅੱਛਾ, ਹੁਣ ਜਿਹੜੇ ਕਮੈਂਟੇਟਰ ਨੂੰ ਕਹਿੰਦੇ ਨੇ ਜੀ ਕਵਾਲ ਬਾਹਰ ਬੈਠੇ ਸਨ ਦੀਵਾਰ ਤੋਂ, ਤੇ ਖਾਜਾ ਸਾਹਿਬ ਦੀਵਾਰ ਦੇ ਅੰਦਰ ਸਨ। ਇਹ ਤਾਂ ਫਜ਼ੂਲ ਕਿਸਮ ਦੀ ਗੱਲ ਹੈ ਨਾ, ਕਿ ਖਾਜਾ ਸਾਹਿਬ ਅੰਦਰ ਬੈਠੇ ਸਨ ਕਿ ਬਾਹਰ ਬੈਠੇ ਸਨ। ਪਰ ਇਹ ਹੈ ਕਿ ਉਹ ਮਸੀਤ ਵਿੱਚ ਬਹਿ ਕੇ ਮਿਊਜ਼ਿਕ ਸੁਣਦੇ ਸਨ, ਕਵਾਲੀ ਸੁਣਦੇ ਸਨ। ਇਹੋ ਸਾਰਾ ਕਨਸੈਪਟ ਜਿਹੜਾ ਇਹ ਸ਼ਾਹ ਹੁਸੈਨ ਦੇ ਬਾਰੇ ਚ ਵੀ ਸ਼ੁਰੂ ਹੋ ਗਿਆ। ਔਰ ਪਹਿਲੇ ਮਾਧੋ ਲਾਲ ਹੁਸੈਨ ਕਹਿੰਦੇ ਸਨ, ਉਹਨਾਂ ਦੀ ਕਬਰ ਦੇ ਉੱਤੇ ਵੀ ਮਾਧੋ ਲਾਲ ਦਾ ਪਹਿਲੇ ਨਾਂ ਹੈਗਾ, ਹੁਸੈਨ ਦਾ ਬਾਅਦ ਵਿੱਚ। ਬਿਲਕੁਲ, ਮਾਧੋ ਲਾਲ ਹੁਸੈਨ। ਤੇ
ਹੁਣ ਉਹ ਸਾਰੇ ਉਹਨਾਂ ਨੂੰ ਸ਼ਾਹ ਹੁਸੈਨ ਹੀ ਕਹਿੰਦੇ ਨੇ, ਕੋਈ ਮਾਧੋ ਲਾਲ ਹੁਸੈਨ ਕਹਿੰਦਾ ਹੀ ਨਹੀਂ। ਉਹ ਮੇਲਾ ਵੀ ਉਹਦੇ ਨਾਂ ਦਾ ਲੱਗਦਾ, ਮੇਲਾ ਵੀ ਮਾਧੋ ਹੁਸੈਨ ਦੇ ਨਾਂ ਦਾ ਲੱਗਦਾ ਜੀ। ਬੂਟਾ ਜੀ ਹੁਣ ਹੋ ਗਿਆ ਨਾ ਹਜ਼ਰਤ ਸ਼ਾਹ ਹੁਸੈਨ ਰਹਿਮਤੁल्लाह अलैह। हाँ जी बिल्कुल, ये भी होगा ना। पर मैनू ਇਹ ਵੇ ਕਿ ਹਾਲੀ ਤੱਕ ਉਹ ਜਿਹੜਾ ਕਬਰ ਦੇ ਉੱਤੇ ਪਿੱਛੇ ਲੱਗਾ ਹੈ ਉਹ ਕਿਸੇ ਨੇ ਤੋੜ ਫੋੜ ਨਹੀਂ ਕੀਤੀ। ਅੱਛਾ, ਮਾਧੋ ਲਾਲ ਹੁਸੈਨ ਦਾ। ਅੱਛਾ, ਮੇਰੇ ਕੋਲ ਸਬੂਤ ਕੋਈ ਨਹੀਂ ਹੈਗਾ। ਬਿਲਕੁਲ ਹੈਗਾ ਮਾਧੋ ਲਾਲ ਹੁਸੈਨ। ਨਹੀਂ, ਮੇਰੇ ਕੋਲ ਸਬੂਤ ਨਹੀਂ ਹੈਗਾ, ਲੇਕਿਨ ਇਹ ਕਿਹਾ ਜਾਂਦਾ ਹੈ ਕਿ 100 ਸਾਲ ਪਹਿਲੇ ਮਾਧੋ ਲਾਲ ਹੁਸੈਨ ਦੇ ਮਜ਼ਾਰ ਦੇ ਉੱਤੇ ਸ਼ਰਾਬ ਦੀ ਬੋਤਲ ਬਤੌਰ ਚੜਾਵੇ ਦੇ ਚੜ੍ਹਦੀ ਸੀ, ਔਰ ਸ਼ਾਹ ਹੁਸੈਨ ਦੇ ਦਰਬਾਰ ਦੇ ਅਹਾਤੇ ਵਿੱਚ ਮੇਲ ਔਰ ਫੀਮੇਲ ਦੇ ਦਰਮਿਆਨ ਜੋ ਵੀ ਮਾਮਲਾਤ ਹੁੰਦੇ ਨੇ, ਉਹ ਕੋਈ ਵੀ ਮਾਮਲਾਤ ਹੋ ਸਕਦੇ ਸਨ, ਉਹਨਾਂ ਤੇ ਰੋਕ ਨਹੀਂ ਸੀ। ਇਹ ਜਿਹੜੀ ਗੱਲ ਹੈ, ਇਹ ਇੱਕ ਮੌਲਵੀ ਨੂਰ ਮੁਹੰਮਦ ਚਿਸ਼ਤੀ ਉਹਨਾਂ ਨੇ ਲਿਖੀ ਹੈ, ਔਰ ਬੜੀ ਇਮਾਨਦਾਰੀ ਨਾਲ ਲਿਖੀ ਹੈ। ਹਾਲਾਂਕਿ ਉਹ ਆਪ ਮੌਲਵੀ ਸੀ, ਪਰ ਮੈਨੂੰ ਉਸ ਮੌਲਵੀ ਬੜਾ ਅੱਛਾ ਲੱਗਦਾ ਕਿ ਕੋਈ ਡੰਡੀ ਨਹੀਂ ਮਾਰਦਾ। ਤੇ ਉਹ ਕਹਿੰਦਾ ਹੈ ਕਿ ਸ਼ਾਹ ਹੁਸੈਨ ਦੇ ਮੇਲੇ ਤੇ ਲੋਕੀ, ਕੁਛ ਲੋਕ ਮੁਕਤ ਆਪਣਾ ਐਸੇ ਵੀ ਸਨ ਜਿਹੜੀਆਂ ਆਪਣੀਆਂ ਮਾਸ਼ੂਕਾਂ ਲੈ ਕੇ ਆਉਂਦੇ ਸਨ, ਸ਼ਰਾਬ ਲੈ ਕੇ ਆਉਂਦੇ ਸਨ, ਤੇ ਉੱਥੇ ਆ ਕੇ ਉਹ ਬਾਰਬੀਕਿਊ ਕਰਦੇ ਸਨ ਤੇ ਉਹ ਮਜ਼ੇ ਲੈਂਦੇ ਸਨ। ਤੇ ਮਤਲਬ ਇਹ ਹੈ ਕਿ ਸ਼ਾਹ ਹੁਸੈਨ ਤੇ ਟੋਟਲ ਨਗੇਸ਼ਨ ਹੈਗਾ ਸੀ ਸਟੇਟਸ ਕੋ ਦੇ ਕਲਚਰ ਦਾ। Yeah, because he didn't follow the rules. He didn't follow the rules. He did not. ਮਨਜ਼ੂਰ ਸਾਹਿਬ ਇੱਕ ਹੋਰ ਰੀਤ ਹੈਗੀ ਹੈ ਕਿ ਜਿਹੜਾ ਛੋਟਾ ਬੱਚਾ ਹੈ ਨਾ 3-4 ਸਾਲ ਦਾ, ਉਹ ਮਾਵਾਂ ਉੱਥੇ ਛੱਡ ਦਿੰਦੀਆਂ ਨੇ ਮਜ਼ਾਰ ਤੇ ਜਦੋਂ ਢੋਲ ਵੱਜਦਾ ਨਾ ਬੱਚੇ ਧਮਾਲ ਪਾਣੀ ਸ਼ੁਰੂ ਕਰ ਦਿੰਦੇ ਨੇ ਆਟੋਮੈਟਿਕ। ਅੱਛਾ, ਇਹ ਵੀ ਇੱਕ ਰੀਤ ਹੈਗੀ। ਜਿਹੜਾ ਮੈਨੂੰ ਯਾਦ ਹੈ 50s ਦੇ ਵਿੱਚ ਸਾਡੇ ਪਿੰਡੋਂ ਆਉਂਦੇ ਸਨ ਵੱਡੇ, ਤੇ ਸਾਡੇ ਕੋਲੋਂ ਲਾਹੌਰ ਰੇਲਵੇ ਸਟੇਸ਼ਨ ਤੋਂ ਮੇਲੇ ਦੀਆਂ ਲਾਈਨਾਂ ਲੱਗ ਜਾਂਦੀਆਂ ਸੀ। ਉਹ ਅਸੀਂ ਜਾ ਕੇ ਦੇਖਿਆ ਜਦੋਂ ਸ਼ਾਲਾਮਾਰ ਬਾਗ ਦੇ ਅੰਦਰ ਮੇਲਾ ਲੱਗਦਾ ਸੀ। ਉੱਥੇ ਬਕਾਇਦਾ ਮੁਜਰੇ ਵੀ ਹੁੰਦੇ ਸੀ, ਔਰ ਲੋਕਾਂ ਨੂੰ ਉਦੋਂ ਸਮਝ ਤੇ ਨਹੀਂ ਸੀਗੀ ਕਿ ਬੋਤਲਾਂ ਵੀ ਖੁੱਲਦੀਆਂ ਜਿਹੜੀਆਂ ਸੀ ਉਹ ਵੀ ਹੈ ਸਨ। ਉਹ ਜਦੋਂ ਔਰ ਲੋਕੀ ਉੱਥੇ ਜਾ ਕੇ ਇੱਕ ਦਿਨ ਨਹੀਂ ਹਫਤਾ ਰਹਿੰਦੇ ਸਨ, ਟੈਂਟ ਲਾ ਕੇ ਅੰਦਰ ਹੀ ਪਕਾਣਾ ਖਾਣਾ ਸਭ ਕੁਛ ਹੁੰਦਾ ਸੀ, ਔਰ ਮੁਜਰੇ ਵੀ ਹੁੰਦੇ ਸਨ। ਇਹ ਜਿਹੜਾ ਵੇਖਿਆ ਸ਼ਾਹ ਹੁਸੈਨ ਨੇ ਉਹ ਸਪੇਸ ਕ੍ਰੀਏਟ ਕੀਤੀ ਸੀ ਜਿਹੜੀ ਕਿ ਸੁਸਾਇਟੀ ਦੇ ਵਿੱਚ ਟੈਬੂਡ ਹੈ, ਜਿਹੜੀ ਸੁਸਾਇਟੀ ਮੰਨਦੀ ਨਹੀਂ ਹੈ, ਉਹ ਸਪੇਸ ਵੀ ਉਹਨੇ ਕ੍ਰੀਏਟ ਕੀਤੀ ਹੋਈ ਸੀ। ਸੋ ਗੱਲ ਇਹ ਹੈਗੀ ਹੈ ਕਿ ਹੁਣ ਗੱਲ ਤੇ ਅਸੀਂ ਕਾਫੀ ਤੋਂ ਸ਼ੁਰੂ ਕੀਤੀ ਸੀ, ਤੇ ਹੁਣ ਇਸ ਬੈਕਗ੍ਰਾਉਂਡ ਦੇ ਵਿੱਚ ਜਿਹੜੀਆਂ ਅਸੀਂ ਗੱਲਾਂ ਕੀਤੀਆਂ ਨੇ, ਇਹਦੇ ਵਿੱਚ ਕਾਫੀ ਨੂੰ ਪੜੋ। ਵੈਸੇ ਮੈਂ ਇੱਕ ਉਮਰ ਯਾਰ ਨੂੰ ਸ਼ਾਹਦ ਨੂੰ ਕਹੋ ਇੱਕ ਕੰਮ ਤੇ ਕਰ ਦਵੇ ਕਿ ਸ਼ਾਹ ਹੁਸੈਨ ਦੀ ਤਸਵੀਰ ਜਿਹੜੀ ਹੈ ਉਹ ਬਗੈਰ ਦਾੜੀ ਦੇ ਬਣਾ ਦਵੇ। ਨਹੀਂ ਹੈਗੀ ਕੋਈ ਇਸ ਤਰ੍ਹਾਂ ਸਟੈਂਡਰਡ ਸਰਕੂਲੇਟ ਨਹੀਂ ਕਰਦੀ ਬਗੈਰ ਦਾੜੀ ਦੇ? ਨਹੀਂ, ਸ਼ਾਹ ਹੁਸੈਨ ਦੀ ਤੇ ਬੇਸਿਕ ਸ਼ਰਤ ਇਹ ਸੀਗੀ ਮੁਰੀਦੀ ਦੀ ਕਿ ਤੁਸੀਂ ਸਿਰ ਭਰਵੱਟੇ ਮੁੱਛਾਂ ਮਨਵਾ ਕੇ ਆਓ। ਤੇ ਇਹ ਜਿਹੜੀ ਤਸਵੀਰ ਜਿਹੜੀ ਸਟੈਂਡਰਡ ਹੋ ਗਈ ਹੈ ਨਾ ਸ਼ਾਹ ਹੁਸੈਨ ਦੀ ਜੀ, ਉਹਦੇ ਵਿੱਚ ਉਹਦੀ ਦਾੜੀ ਹੈ।
which is against the historical description. ਉਹ ਉਹਨਾਂ ਦੇ ਮਿਰਜ਼ੇ ਆਪਣੇ ਨੂੰ ਕਹੋ ਪ੍ਰਿੰਸੀਪਲ ਦੇ ਕਿ ਖਿਲਾਫ ਹੈ। ਮਿਰਜ਼ੇ ਨੂੰ ਕਹੋ ਕਿ ਇੱਕ ਬਣਾ ਕੇ ਛਾਪ ਦੇਵੇ, ਅਸੀਂ ਉਹਨੂੰ ਪਾਪੂਲਰਾਈਜ਼ ਕਰ ਦਿਆਂਗੇ। ਠੀਕ, ਚਲੋ ਰਿਕਵੈਸਟ ਕਰਨੇ ਆ। ਇਹਨੂੰ ਡਾਕਟਰ ਸਾਹਿਬ ਰੈਵੋਲੂਸ਼ਨਰੀ ਕਹਿ ਸਕਦੇ ਹਾਂ। ਸਗੇ ਸ਼ਾਹ ਹੁਸੈਨ ਇੱਕ ਕਿਸਮ ਦਾ ਰੈਵੋਲੂਸ਼ਨ ਅਗੇਂਸਟ ਦਾ ਸੁਸਾਇਟੀ ਐਟ ਦੈਟ ਪੁਆਇੰਟ ਲਿਆਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਸੁਸਾਇਟੀ ਨੇ ਫਿਰ ਦੁਬਾਰਾ ਉਹਨੂੰ ਆਪਣੇ ਆਪ ਦੇ ਵਿੱਚ ਇਨਗਲਫ ਕਰ ਲਿਆ। ਬਿਲਕੁਲ ਹੈ। ਅਮਰਜੀਤ ਜੀ, ਇਹ ਸੁਸਾਇਟੀ ਹਰ ਸ਼ਹਿਰ ਨੂੰ ਵਾਪਸ ਆਪਣੇ ਅੰਦਰ ਹਜ਼ਮ ਕਰ ਲੈਂਦੀ ਹੈ। ਇਹ ਕਹਾਣੀ ਨਹੀਂ ਹੈ। ਕਹਾਣੀ ਇਹ ਹੈਗੀ ਹੈ ਕਿ ਇਹਦੇ ਖਿਲਾਫ ਲੋਕੀ ਕਿੰਨੀ ਸਟਰਗਲ ਕਰਦੇ ਨੇ। ਉਹ ਕਹਾਣੀ ਹੈ ਜਿਹਨੂੰ ਅਸੀਂ ਯਾਦ ਰੱਖਣਾ ਚਾਹੁੰਦੇ ਹਾਂ। ਇਹ ਤਾਂ ਸਾਨੂੰ ਪਤਾ ਹੀ ਹੈ ਕਿ ਜਿਵੇਂ ਹੈ ਸੀ ਉਵੇਂ ਹੀ ਰਿਹਾ। ਪਿਛਲੇ ਸਾਡੀ ਉਮਰ ਦੇ ਵਿੱਚ, ਮੇਰੀ ਉਮਰ 75 ਸਾਲ ਹੋ ਗਈ ਹੈ। ਇਹਨਾਂ 75 ਸਾਲਾਂ ਵਿੱਚ ਤਕਰੀਬਨ ਬੇਸਿਕ ਉਹ ਹੀ ਰਿਹਾ ਹੈ ਜਿਹੜਾ ਹੈ ਸੀ, ਪਰ ਜਿਨ੍ਹਾਂ ਲੋਕਾਂ ਨੇ ਇਹਨੂੰ ਬਦਲਣ ਦੀ ਕੋਸ਼ਿਸ਼ ਕੀਤੀ, ਮੈਂ ਉਹਨਾਂ ਨੂੰ ਕ੍ਰੈਡਿਟ ਜ਼ਰੂਰ ਦੇਣਾ ਚਾਹੁੰਦਾ। ਬਿਲਕੁਲ ਬਿਲਕੁਲ। ਲੇਕਿਨ ਸਰ ਮੈਂ ਤੇ ਇੱਕ ਵਾਅਦਾ ਕਰਾਂਗਾ ਕਿ ਇਹ ਜਿਹੜੀਆਂ ਚੀਜ਼ਾਂ ਨੇ ਨਾ, ਇਹ ਸਾਰੀਆਂ ਨੇ ਵਕਤੀ। ਠੀਕ, ਜਿਹੜੀ ਅੱਗੇ ਕਿਸੇ ਨੇ ਗੱਲ ਕੀਤੀ ਸੀ ਕਿ ਅਸੀਂ ਜਿਹੜਾ ਰੱਬ ਹੈ ਔਰ ਜਿਹੜੀ ਕਾਇਨਾਤੀ ਔਰ ਆਫਾਕੀ ਚੀਜ਼ਾਂ ਨੇ ਉਹ ਲੈਦਾ ਨੇ। ਦੇਖੋ ਅੱਛਾਈਆਂ ਬੁਰਾਈਆਂ, ਚੰਗਾ ਬੁਰਾ ਹਮੇਸ਼ਾ ਚੱਲਦਾ ਰਿਹਾ, ਲੇਕਿਨ ਜਿਹੜੀ ਯੂਨੀਵਰਸਲ ਟਰੂਥ ਹੈ ਉਹ ਕਿ ਹਰ ਬੰਦੇ ਨੇ ਪੈਦਾ ਹੋਣਾ, ਹਰ ਇੱਕ ਬੰਦੇ ਨੂੰ ਮਰਨਾ। ਦੌਲਤ ਆਉਣ ਦਾ ਵੀ ਮਜ਼ਾ ਹੁੰਦਾ ਹੈ ਜਦੋਂ ਤੁਹਾਡੇ ਕੋਲ ਬਹੁਤ ਹੋ ਜਾਏ ਤੇ ਤੁਸੀਂ ਜਦੋਂ ਕਿਸੇ ਨੂੰ ਨਸੀਹਤ ਕਰੋਗੇ ਕਿਸੇ ਹੋਰ ਸੈਂਸ ਵਿੱਚ ਕਰੋਗੇ। ਇਲਮ ਸਿੱਖਣ ਦਾ ਆਪਣਾ ਮਜ਼ਾ ਹੁੰਦਾ, ਲੇਕਿਨ ਜਦੋਂ ਤੁਹਾਡੇ ਕੋਲ ਇਲਮ ਦੀ ਬਹੁਤਾਤ ਹੋ ਜਾਏ ਫਿਰ ਤੁਸੀਂ ਕਿਸੇ ਨੂੰ ਦੱਸਿਓ ਇਲਮ ਦੇ ਬਾਰੇ 'ਚ ਤੇ ਉਹ ਤੁਹਾਡਾ ਹੋਰ ਤਰੀਕੇ ਨਾਲ ਹੁੰਦਾ ਹੈ। ਇੱਕ ਅਧੂਰਾ ਸ਼ਖਸ, ਉਹਦਾ ਅਧੂਰਾ ਇਲਮ ਹੋਏ ਤੇ ਉਹ ਗੱਲ ਮੇਰੇ ਵਰਗਾ ਹੋਰ ਤਰੀਕੇ ਨਾਲ ਕਰੇਗਾ। ਜਿਹੜਾ ਦੌਲਤ ਦੀ ਜਿਹਨੂੰ ਕਮੀ ਹੈ ਉਹ ਗੱਲ ਕਰੇਗਾ ਹੋਰ ਤਰੀਕੇ ਨਾਲ ਕਰੇਗਾ, ਜਿਹਨੂੰ ਦੁਨੀਆ ਦੀ ਕਮੀ ਹੈ ਹੋਰ ਤਰੀਕੇ ਨਾਲ ਕਰੇਗਾ। ਇਹਨਾਂ ਸੂਫੀਆ ਕਰਾਮ ਦੀ ਇੱਕ ਖੂਬੀ ਤਾਂ ਬਹਰਹਾਲ ਹੈ ਸੀ, ਔਰ ਉਹ ਜਿਹੜੀਆਂ ਉਹਨਾਂ ਚੀਜ਼ਾਂ ਬਿਆਨ ਕੀਤੀਆਂ ਨੇ ਕਿ ਇਨਸਾਨ ਪੈਦਾ ਹੁੰਦਾ ਹੈ, ਔਰ ਇਹ ਅਸੀਂ ਸਾਰੇ ਵੀ ਦੇਖਦੇ ਹਾਂ। ਤਮਾਮ ਰਿਲੀਜਨ ਦੇ ਬਾਵਜੂਦ, ਤਮਾਮ ਸੋਸ਼ਲ ਤੇ ਨਾਮਸ ਦੇ ਬਾਵਜੂਦ, ਟ੍ਰੈਡੀਸ਼ਨ ਦੇ ਬਾਵਜੂਦ, ਜ਼ਿੰਦਗੀ ਦੀ ਜਦੋਂ ਇੱਕ ਖਾਸ ਹਿੱਸੇ 'ਚ ਅਸੀਂ ਕਿਸੇ ਚੀਜ਼ ਨੂੰ ਜ਼ਿਆਦਾ ਇੰਜੋਏ ਕਰਨਾ, ਕਿਸੇ ਖਾਸ ਹਿੱਸੇ 'ਚ ਜ਼ਿਆਦਾ ਇੰਜੋਏ ਨਹੀਂ ਕਰਦੇ। ਕਿਸੇ ਖਾਸ ਹਿੱਸੇ ਚੀਜ਼ ਦੀ ਅਹਿਮੀਅਤ ਜ਼ਿਆਦਾ ਹੁੰਦੀ ਹੈ, ਕਿਸੇ ਘੱਟ ਹੁੰਦੀ ਹੈ। ਲੇਕਿਨ ਇਹ ਦੁਨੀਆ ਚੱਲਦੀ ਆ ਰਹੀ ਹੈ ਕਈ ਸਾਲਾਂ ਤੋਂ, ਤੇ ਉਹਦੇ 'ਚ ਅਫਾਕੀਅਤ ਤੇ ਬਹਰਹਾਲ ਹੈ ਕਿ ਇਨਸਾਨ ਪੈਦਾ ਹੁੰਦਾ, ਮਰ ਜਾਂਦਾ, ਔਰ ਉਹਦੀਆਂ ਚੰਗੀਆਂ ਕੀਤੀਆਂ ਚੀਜ਼ਾਂ ਇੱਥੇ ਰਹਿੰਦੀਆਂ, ਬੁਰੀਆਂ ਕੀਤੀਆਂ ਵੀ ਇੱਥੇ ਰਹਿੰਦੀਆਂ। ਮਾਧੂ ਲਾਲ ਹੁਸੈਨ ਵੀ ਖੁਦਾ ਨੇ ਸੀ, ਉਹਨੇ ਜੋ ਉਹਦਾ ਚੰਗਾ ਸੀ, ਜੋ ਉਹਦਾ ਬੁਰਾ ਸੀ ਉਹ ਬੁਰਾ ਸੀ। ਲੇਕਿਨ ਕੋਈ ਬੰਦਾ ਜੋ ਵੀ ਕਰਦਾ ਉਹਦੀ ਗਲਤੀ ਹੋ ਸਕਦੀ ਹੈ, ਬੰਦੇ ਕੋਲ ਗਲਤੀ ਹੋ ਸਕਦੀ, ਉਹ ਕਰਦਾ, ਉਹ ਆਪਣੀ ਸੈਂਸ ਵਿੱਚ ਕਰਦਾ ਹੈ ਔਰ ਉਹ ਆਪਣੀ ਲਾਈਫ ਵਿੱਚ ਚੱਲਦਾ ਰਹਿੰਦਾ ਹੈ। ਲੇਕਿਨ ਅਫਾਕੀਅਤ ਜਿਹੜੀ ਸੂਫੀਆਜ਼ ਦੀ, ਇਹ ਤੁਹਾਨੂੰ ਕਿਆਟਿਕ ਔਰ ਕਨਫਿਊਜ਼ਨ ਵਿੱਚ ਨਹੀਂ ਫੈਲਾਉਂਦੇ। ਇਹ ਤੁਹਾਨੂੰ ਬਿਲਕੁਲ ਕਲੀਅਰ ਗੱਲ ਦੱਸਦੇ ਨੇ ਕਿ ਮਾਨ ਲੈ ਰੰਗਲਨੀਆਂ ਅਲਬਤ ਸੋਹਰੇ ਜਾਨ, ਇਹ ਖਤਮ ਹੋਣਾ। ਅਸੀਂ ਉਸ ਲਮਹਾਤੀ ਜਿਹੜੀ ਕਿਆਸ ਜ਼ਿੰਦਗੀ ਜਿਹੜੀ ਹੈ ਨਾ ਪੋਜ਼ਿਟਿਵ ਜਦੋਂ ਚੱਲਦੀ ਹੈ, ਜਦੋਂ ਮੇਰੀ ਲਾਈਫ ਕਦੀ ਵੀ ਜਦੋਂ ਇਹ ਕਨਫਿਊਜ਼ਨ ਆਈ ਹੈ ਨਾ ਡਿਸੀਜ਼ਨ ਕਰਨ ਵਿੱਚ ਕਿ ਮੈਨੂੰ ਅੱਛਾ ਹੋਣਾ ਚਾਹੀਦਾ ਜਾਂ ਬੁਰਾ ਹੋਣਾ ਚਾਹੀਦਾ, ਮੈਨੂੰ ਨੇਕ ਹੋਣਾ ਚਾਹੀਦਾ ਜਾਂ ਬਦ ਹੋਣਾ ਚਾਹੀਦਾ, ਰਿਗਾਰਡਲੈਸ ਆਫ ਮਜ਼ਹਬ, ਉਹ ਕਨਫਿਊਜ਼ਨ ਜ਼ਿੰਦਗੀ ਨੂੰ ਤੋੜਦੀ ਹੈ। ਲੇਕਿਨ ਸੂਫੀਆ ਕਰਾਮ ਨੇ ਉਸ ਕਨਫਿਊਜ਼ਨ ਨੂੰ ਖਤਮ ਕੀਤਾ। ਉਹਨਾਂ ਕਿਹਾ ਇੱਕ ਸਾਦਾ ਜਿਹੀ ਜ਼ਿੰਦਗੀ ਹੈ, ਇਹਦੇ ਤੁਸੀਂ ਪੈਦਾ ਹੁੰਦੇ ਹੋ, ਮਰ ਜਾਂਦੇ ਹੋ, ਤੁਹਾਡਾ ਜਲ ਬਲ ਜੋ ਵੀ ਹੈ ਉਹ ਹੋ ਜਾਣਾ ਹੈ। ਔਰ ਇਹ ਸਿਰਫ ਸਾਡੇ ਸੂਫੀਆ ਕਰਾਮ ਨੇ ਦੁਨੀਆ ਦੀ ਜਿੰਨੀਆਂ ਕਾਮਯਾਬ ਫਿਲਾਸਫੀਜ਼ ਨੇ ਉਹਨਾਂ 'ਚ ਵੀ ਇਹੀ ਹੈ। ਜਿੱਥੇ ਵੀ ਨਫ਼ਰਤ ਔਰ ਜਿੱਥੇ ਵੀ ਐਰੋਗੈਂਸ ਔਰ ਜਿੱਥੇ ਵੀ ਮਤਲਬ ਤੁਸੀਂ ਡੋਮੀਨੈਂਸ ਆਏਗੀ ਨਾ, ਉਹ ਮਤਲਬ ਅਗਰ ਮਾਧੂ ਲਾਲ ਸਿਰਫ ਇਸ ਵਾਸਤੇ ਆਪਣੀ ਸ਼ਾਇਰੀ ਕਰਦਾ ਕਿ ਉਹਨੇ ਦੁਨੀਆ ਤੋਂ ਆਪਣੇ ਆਪ ਨੂੰ ਮੁਮਤਾਜ਼ ਕਰਨਾ ਸੀ, ਬਿਹਤਰ ਨਜ਼ਰ ਆਉਣਾ ਸੀ, ਤੇ ਉਹਨੂੰ ਅੱਜ ਕੋਈ ਵੀ ਪੜ੍ਹਨ ਨਾ ਲਾਣਾ ਹੁੰਦਾ, ਜਾਂ ਹੋਰ ਜਿਹੜੇ ਮਜ਼ਾਹਿਬ ਨੇ ਜਾਂ ਹੋਰ ਜਿਹੜੀ ਫਿਲਾਸਫੀਜ਼ ਨੇ ਜਾਂ ਹੋਰ ਜਿਹੜੇ ਜਿਸ ਤਰ੍ਹਾਂ ਸੂਫੀਆ ਕਰਾਮ ਨੇ ਲਿਖਿਆ, ਤੇ ਉਹ ਜਿਹੜਾ ਅਸੀਂ ਕਹਿੰਦੇ ਆ ਨਾ ਕਿ ਰੱਬ ਦਾ ਨਾਂ ਰਹਿਣਾ, ਤੇ ਉਹ ਹੁਣ ਮਾਧੂ ਉਹ ਤੇ ਚਲਾ ਗਿਆ ਅੱਜ ਕੱਲ੍ਹ, ਸ਼ਾਹ ਹੁਸੈਨ ਨਹੀਂ, ਲੇਕਿਨ ਉਹਦੀ ਕਈ ਗੱਲ ਜ਼ਾਹਰ ਹੈ ਉਹ
ਉਹ ਰੱਬ ਤੇ ਕੋਈ ਬੰਦਾ ਫਰਿਸ਼ਤਾ ਤੇ ਨਹੀਂ ਹੋ ਸਕਦਾ, ਲੇਕਿਨ ਉਹਦੀ ਜਿਹੜੀ ਗੱਲ ਅਸਲ ਸਿਰਫ ਅਸੈਂਸ ਇਹ ਸੀ ਕਿ ਜਦੋਂ ਇੱਕ ਮਰਨ ਵਾਲਾ ਬੰਦਾ ਦੁਨੀਆ ਦੇ ਬਾਰੇ ਕੋਈ ਕਿਸੇ ਨੂੰ ਕਹਿ ਕੇ ਜਾਂਦਾ ਨਾ, ਤੂੰ ਕੀ ਕਹੇਗਾ? ਇਹੀ ਕਹੇਗਾ ਨਾ ਕਿ ਜ਼ਿੰਦਗੀ ਨੂੰ ਅੱਛੇ ਤਰੀਕੇ ਨਾਲ ਗੁਜ਼ਾਰਨਾ ਹੈ ਤੇ ਕਿਸੇ ਚੀਜ਼ ਦੀ ਕੋਈ ਅਹਿਮੀਅਤ ਨਹੀਂ। ਔਰ ਇਹ ਟਰੂ ਹੈ ਵੈਸੇ, ਔਰ ਇਹੀ ਸੂਫੀਆ ਕਰਾਮ ਕਹਿੰਦੇ ਨੇ, ਇਹੀ ਤਮਾਮ ਮਜ਼ਾਹਿਬ ਕਹਿੰਦੇ ਨੇ। ਤੇ ਮੇਰਾ ਕਹਿਣ ਦਾ ਮਕਸਦ ਇਹ ਸੀ ਕਿ ਉਹ ਮਤਲਬ ਅਸੀਂ ਵਾਕਈ ਸੂਫੀਆ ਕਰਾਮ ਦੇ ਬਾਰੇ ਜਾਂ ਕਿਸੇ ਦੇ ਬਾਰੇ 'ਚ ਵੀ ਅੱਛੀਆਂ ਬੁਰੀਆਂ ਚੀਜ਼ਾਂ ਤੇ ਡੈਫੀਨੇਟਲੀ ਆਉਂਦੀਆਂ, ਲੇਕਿਨ ਜਦੋਂ ਫਿਰ ਅਸੀਂ ਉਹ ਕਨਫਿਊਜ਼ਨ ਆ ਜਾਏਗੀ ਨਾ ਜਦੋਂ ਜ਼ਿਹਨਾਂ 'ਚ, ਤੇ ਉਹ ਫਿਰ ਤੁਹਾਡੀ ਤਕਸੀਮ ਹੋ ਜਾਂਦੀ ਹੈ ਜ਼ਿਹਨ ਦੀ। ਮੈਂ ਸਿਰਫ ਇਹ ਕਹਿ ਰਿਹਾ ਸੀ। ਸਭ ਤੋਂ ਵੱਡੀ ਟਰੂਥ ਇਹ ਨਾ, ਸਾਰੇ ਮਰ ਜਾਣਾ 40 ਸਾਲ ਬਾਅਦ, ਸਾਡੇ ਕਿਸੇ ਵੀ ਇੱਥੇ ਨਹੀਂ ਹੋਣਾ। 100 ਸਾਲ ਬਾਅਦ ਚਲੋ ਕਹਿ ਲਓ, 100 ਸਾਲ ਬਾਅਦ ਕਹਿ ਲਓ, ਜਾਂ ਕੁਝ ਅਰਸੇ ਬਾਅਦ। ਆਈ ਨੈਵਰ ਥਾਟ ਕਿ ਮੇਰੇ ਪੇਰੈਂਟਸ ਮਰ ਜਾਣਗੇ। 40 ਸਾਲ ਬਾਅਦ ਮੈਂ ਤੇ ਇੱਥੇ ਹੋਵਾਂਗਾ। ਹਾਂ 40 ਸਾਲਾਂ ਬਾਅਦ ਮੈਂ ਤੇ ਇੱਥੇ ਹੋਵਾਂਗਾ। ਜੀ ਜੀ ਜੀ। ਖੈਰ ਇਹ ਬਿਲਕੁਲ ਤੁਹਾਡੀ ਗੱਲ ਠੀਕ ਹੈ। ਲਓ ਜੀ, ਚਲੋ ਜੀ, ਫਿਰ ਮੇਰਾ ਖਿਆਲ ਹੈ ਕਿ ਹੁਣ ਬੜੀ ਲੰਮੀ ਇਹਦੇ ਤੇ ਬਹਿਸ ਹੋਈ ਹੈ, ਬੜੀ ਅੱਛੀ ਗੱਲ ਹੈ। But Dr. Saab, the impact that this song is having on the whole of humanity is going to be massive, because we're in the moment and we're talking about Shah Hussain, his authentic self, I believe. So we still have an impact, right? Yes. In our little way. Whatever way. Yeah. We hope. We all hope. Yeah. Yes. Okay. ਲਓ ਜੀ, Thank you very much. ਇਜਾਜ਼ਤ ਦਿਓ ਤੇ ਫਿਰ ਮਿਲਨੇ ਆ। ਖੈਰ ਹੋਵੇ ਸਭ ਦੀ। ਰੱਬ ਰਾਖਾ ਜੀ ਸਾਰੇ।